सत श्री अकाल, सलाम, नमस्कार, आदाब सब सत्कारत सज्जनों ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਇਸ ਵਕਤ ਸ਼ਾਮ ਦੇ 6:34 ਹੋ ਚੁੱਕੇ ਨੇ। ਵੀਰਵਾਰ ਦਾ ਦਿਨ ਹੈ। ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਜਲਦ ਆਪਣੇ ਨਾਲ ਜੁੜ ਰਹੇ ਨੇ ਤੇ ਇਸ ਦੌਰਾਨ ਅੱਜ ਅਗਸਤ 12 ਸਨ 2021 12 ਸੌਣ ਨਾਨਕਸ਼ਾਹੀ ਸੰਮਤ 553 ਦੀ ਸ਼ਾਮ ਆਪ ਸਭ ਸੱਜਣਾਂ ਦਾ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ ਕਰਦਾ। ਸਾਡੇ ਸਪਾਂਸਰ ਸਾਹਿਬ ਦਾ ਵੀ ਸਵਾਗਤ ਹੈ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਤਜਰਬੇ ਯਾਫਤਾ ਸਾਥ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਵੱਖ-ਵੱਖ ਕਿਸਮ ਦੀਆਂ ਜਿਹੜੀਆਂ ਰਿਟਰਨ ਨੇ ਉਹ ਭਰਵਾ ਸਕਦੇ ਹੋ। ਮਸਲਨ ਇੰਡੀਵਿਜੂਅਲ ਬਿਜ਼ਨਸ, ਵਪਾਰ, ਕਾਰੋਬਾਰ, ਕਿਸੇ ਵੀ ਤਰ੍ਹਾਂ ਦੀ ਰਿਟਰਨ ਸਰਵਿਸ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਤੇ ਇਸ ਦੌਰਾਨ ਇਮੀਗ੍ਰੇਸ਼ਨ ਦਾ ਕੋਈ ਕੰਮ ਹੈ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ, ਕੋਈ ਵੀ ਸੇਵਾਵਾਂ ਤੁਸੀਂ ਲੈਣੀਆਂ ਨੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਤਰਸੇਮ ਸਿੰਘ ਗਿੱਲ ਦੇ ਨਾਲ, ਜੋ ਕਿ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਹੈ ਪੈਨਸਿਲਵੇਨੀਆ ਦਾ, ਉੱਥੇ ਵਸਦੇ ਨੇ, ਅਮਰੀਕਾ ਦੇ ਪੜ੍ਹੇ ਲਿਖੇ ਨੇ। ਤੇ ਉਹਨਾਂ ਦਾ ਨੰਬਰ ਨੋਟ ਕਰ ਲਓ। ਨੰਬਰ ਹੈ ਉਹਨਾਂ ਦਾ 484 764 9861 4847649861 ਨੰਬਰ ਹੈ ਤਰਸੇਮ ਸਿੰਘ ਗਿੱਲ ਹੋਰਾਂ ਦਾ। ਸਾਡਾ ਜ਼ਿਕਰ ਕਰਨ ਤੇ ਹੋਰ ਰਹਿਤ ਮਿਲੇਗੀ ਕਿਉਂਕਿ ਆਪਣੇ ਪੁਰਾਣੇ ਸਰੋਤੇ ਤਰਸੇਮ ਸਿੰਘ ਗਿੱਲ ਨੇ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਹਰਬੰਸ ਸਿੰਘ ਗਿੱਲ ਆਪਣੇ ਬੜੇ ਪੁਰਾਣੇ ਸਰੋਤੇ ਨੇ ਤੇ ਥੋੜੀ ਉਹ ਲਿਹਾਜ਼ਦਾਰੀ ਹੁੰਦੀ ਹੈ ਤੇ ਇਸ ਦੌਰਾਨ ਤੁਹਾਨੂੰ ਫੀਸ ਦੇ ਵਿੱਚ ਉਹਨਾਂ ਦੀ ਜੋ ਫੀਸ ਹੈ ਉਹ 'ਚ ਥੋੜੀ ਰਿਆਇਤ ਮਿਲੇਗੀ। ਇਸੇ ਤਰ੍ਹਾਂ ਅੰਟਾਰੀਓ ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਕੈਨੇਡਾ ਦੇ ਵਿੱਚ ਨਵੇਂ ਆਏ ਹੋ, ਰੀਨਿਊਵਲ ਹੋਣ ਵਾਲੀ ਹੈ ਜਾਂ ਡਰਾਈਵਿੰਗ ਦੇ ਵਿੱਚ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਭੈਣ ਰਾਣੀ ਮਨਦੀਪ ਕੌਰ ਹੋਰਾਂ ਦੇ ਨਾਲ, ਜਿਨ੍ਹਾਂ ਦਾ ਨੰਬਰ ਹੈ 647 615 5000 647 615500। ਸਾਹ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਅਮਰੀਕਾ 'ਚ ਨੇ ਕਈ ਸਾਰੇ ਕਾਰੋਬਾਰ, ਵਾਸ਼ਿੰਗਟਨ ਸਟੇਟ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਪੈਂਦਾ। ਇੱਥੇ ਫ੍ਰੀ ਕਾਫੀ ਛਕੋ। ਇਸ ਤੋਂ ਇਲਾਵਾ ਉੱਥੇ ਤੁਸੀਂ ਫ੍ਰੀ ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਨਾਲ ਟਰੱਕਾਂ ਦਾ ਸਮਾਨ ਸਮੱਗਰੀ ਇੱਥੋਂ ਖਰੀਦ ਸਕਦੇ ਹੋ ਤੇ ਟਰੱਕ ਪਾਰਕਿੰਗ ਵੀ ਉੱਥੇ ਫ੍ਰੀ ਹੈ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਦੂਜੀ ਲੋਕੇਸ਼ਨ ਇਹਨਾਂ ਦੀ ਹੈ ਕੈਲੀਫੋਰਨੀਆ ਦੇ ਵਿੱਚ, ਉਹ ਹੈ ਲੌਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ, ਲੌਸਟਲ ਐਗਜ਼ਿਟ 278 ਤੇ ਪੈਂਦਾ। ਇੱਥੇ ਤੁਹਾਨੂੰ ਫ੍ਰੀ ਚਾਹ ਪੰਜਾਬ ਵਾਲੀ ਕੜਕਦਾਰ ਨਾਲ ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ, ਇਹ ਸੁਵਿਧਾਵਾਂ ਫ੍ਰੀ ਨੇ ਤੇ ਨਾਲ ਸੇਵਨ ਦੀ ਸੁਵਿਧਾ ਜਿਹੜੀ ਲਿਕਰ ਸ਼ਾਪ ਦੀ ਉਹ ਫ੍ਰੀ ਨਹੀਂ ਹੈ, ਉਹਦਾ ਸਦ ਉਪਯੋਗ ਜ਼ਰੂਰ ਕਰੋ। ਇਸੇ ਤਰ੍ਹਾਂ ਇਹਨਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ। ਡੈਲਟਾ ਫਿਊਲ ਕੰਪਨੀ ਤੇ ਮੋਬਿਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਤੁਸੀਂ ਜਿਹੜੇ ਗੈਸ ਸਟੇਸ਼ਨ ਓਨਰ ਆਪਰੇਟਰ ਵੀਰ ਨੇ ਉਹ ਫਿਊਲ ਅਤੇ ਫਰੈਂਚਾਈਜ਼ ਲੈ ਸਕਦੇ ਨੇ ਤੇ ਇਸ ਤੋਂ ਇਲਾਵਾ ਉੱਥੇ ਤੁਹਾਨੂੰ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਵੀ ਮਿਲ ਸਕਦਾ ਹੈ। ਕੋਈ ਡੀਲ ਬਣਾਉਣੀ ਹੈ, ਗੱਲਬਾਤ ਕਰਨੀ ਹੈ ਤਾਂ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਹੋਰਾਂ ਦਾ ਨੰਬਰ ਨੋਟ ਕਰ ਲਓ 425 232 8413 4252328413। ਕਾਂਗਰਸ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਆਪਣੇ ਆਪਣੇ ਰੋਣੇ ਰੋ ਰਹੇ ਨੇ। ਉਹ ਕਹਿੰਦੇ ਸਾਡਾ ਸਾਹ ਘੁੱਟਦਾ, ਉਹ ਕਹਿੰਦੇ ਲੋਕਤੰਤਰ ਦਾ ਸਾਹ ਘੁੱਟਦਾ। ਇਸ ਦੌਰਾਨ ਰੌਲਾ ਇਹਨਾਂ 'ਚ ਭਾਜਪਾ ਤੇ ਕਾਂਗਰਸ ਪਿਆ। ਪੰਜਾਬ 'ਚ ਸਿੱਧੂ ਤੇ ਕੈਪਟਨ ਦੇ ਵਿੱਚ ਰੌਲਾ ਪਿਆ ਤੇ ਹਰੀਸ਼ ਰਾਵਤ ਅਗਲੇ ਹਫ਼ਤੇ ਫੇਰ ਆ ਰਹੇ ਨੇ ਤੇ ਜਨਤਾ ਆਪ ਰੋਣਾ ਰੋ ਰਹੀ ਹੈ ਕਿ ਸਾਡਾ ਹਰ ਪਾਸਿਓਂ ਸੰਘੀ ਕੁੱਟੀ ਜਾ ਰਹੀ ਹੈ। ਤੇ ਇਹਨਾਂ ਸਾਰਿਆਂ ਮਸਲਿਆਂ ਤੇ ਗੱਲਬਾਤ ਕਰਾਂਗੇ। ਤੇ ਜੇ ਤੁਸੀਂ ਹੋ ਬੇਕਰਸਫੀਲਡ ਇਲਾਕੇ 'ਚ, ਤੁਸੀਂ ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਬਣਿਆ ਇੰਡੀਅਨ ਰੈਸਟੋਰੈਂਟ, ਉੱਥੇ ਤੁਸੀਂ ਜਿਹੜਾ ਹੈਗਾ ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ ਛਕੋ। ਸਵੇਰ ਦਾ ਵਕਤ ਅਮਰੀਕਾ ਦੇ ਵਿੱਚ ਨਾਸ਼ਤਾ ਪਰੌਂਠਿਆਂ ਨਾਲ ਮਿਲ ਜੇ ਤੇ ਹੋਰ ਕੀ ਰੱਬ ਚਾਹੀਦਾ। ਤੇ ਇਸ ਦੌਰਾਨ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਵੀ ਉੱਥੇ ਆਨੰਦ ਲੈ ਸਕਦੇ ਹੋ। ਇਸ ਤੋਂ ਇਲਾਵਾ ਉੱਥੇ ਟਰੱਕ ਵੀ ਧਵਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ ਤੇ ਇਹ ਉਸੇ ਜਗ੍ਹਾ ਤੇ ਹੈ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਤੇ ਐਡਰੈਸ ਹੈ
बेकर्सफील्ड का 2201 100 यूनियन एवेन्यू बेकर्सफील्ड कैलीफोर्निया। जिप कोड है 93307। यूनियन विलेज ट्रक स्टॉप ते इंडियन रेस्टोरेंट। ये सुखी घुम्मण होरां दे अदारे है, रोडवेज ट्रांसपोर्ट है जिन्हां दी। सुखी घुम्मण होरां दा नंबर है 661 304 7500 661 304 7500। ट्रक चला चला के भी बंदा थक जाता है तो इस दौरान लम्मी छुट्टी की फिर उड़ीक रहिंदी है। सो जे दिने दिने ट्रक चलाउणा, शामां नूं घर आउणा तां तुहाडा सबब बन सकदा। लोकल ठोकल जानी कि सियाटल इलाके दे लोकल लोड तुसीं लै सकदे हो वाशिंगटन फ्रेट सर्विस वालियां कोल, जो तुहाडी सहूलत वास्ते डिस्पैच भी पंजाबी अंग्रेजी भाषा च दिंदे ने। इस तो इलावा जे तुसीं ओनर ऑपरेटर हो, ड्राइवर हो तो तुहाडी सहूलत वास्ते वाधू लोड सियाटल इलाके दे वाशिंगटन फ्रेट सर्विस मुहैया कराउंदी है। तुसीं संपर्क करना जगदेव सिंह संधू होरां नूं 253 266 6924 253 266 6924। गैरी धालीवाल होरां दा नंबर है 206 354 40 60 206 354 4060 नंबर है गैरी धालीवाल होरां दा। ये सी अपने स्पॉन्सर साहब दे स्नेहे। ते हुण राजनीतिक चर्चा दे वास्ते जुड़दे हां एडवोकेट सुरिंदर सिंह होरां नाल। साडे इन्हां प्रोग्रामां नूं सुणन वास्ते तुसीं साडी वैबसाइट tivanaradio.com का इस्तेमाल कर सकते हो। इस तो इलावा tivanaradio.com वैबसाइट ते तुहानूं साडे जिहड़े ने आईफोन ते एंड्रायड ऐप्स दे लिंक मिलणगे ते उस तो इलावा उत्थे तुसीं ओह ऐप्स इंस्टॉल भी कर सकते हो ते नाल उत्थे लिंक तुहानूं मिलणगे साडे फेसबुक पेज ते यूट्यूब पेज दे ते ओह लिंक तुसीं सेव कर सकते हो। लाइक करो, उन्हां दा बैल आइकन दबावो तां जो तुहानूं सूचना शुरू च घंटी वज जावे जदों प्रोग्राम शुरू हुंदा है। जे तुसीं अमेरिका दे विच हो तां कॉल टू लिसन नंबर है 667 930 9260। ਉਹ नंबर भी ਉੱਥੋਂ ਤੁਸੀਂ नोट कर सकते हो। ਸਾਡੇ ਨਾਲ कोई गल करनी है, प्रोग्राम ਨੂੰ WhatsApp ਦੇ ਜ਼ਰੀਏ ਮੰਗਵਾਉਣਾ ਜਾਂ ਰਿਕਾਰਡਡ ਸੁਨੇਹਾ ਛੱਡਣਾ ਤਾਂ ਫਿਰ ਤੁਸੀਂ WhatsApp ग्रुप ਦੇ ਵਿੱਚ शामिल हो सकते हो। 5 ग्रुप ਆਪਾਂ ਬਣਾਏ ਨੇ, कोई वाधू ਸੁਨੇਹਾ नहीं ਆਉਂਦਾ, सिर्फ 2 ਸੁਨੇਹੇ ਸਵੇਰ ਸ਼ਾਮ ਆਉਂਦੇ ਨੇ ਪ੍ਰੋਗਰਾਮਾਂ ਦੇ ਤੇ ਉਸ ਦੌਰਾਨ ਐਡਮਿਨ ਵੀ ਮੈਂ ਹੀ ਆ, ਸਾਰੇ ਪਰਿਵਾਰਕ ਮੈਂਬਰ ਨੇ ਤੇ ਇਸ ਦੌਰਾਨ ਤੁਸੀਂ ਉੱਥੇ ਜਿਹੜਾ ਹੈਗਾ ਮੈਨੂੰ ਲਿੰਕ ਘੱਲ ਦਿਓ ਕਿ ਸਾਨੂੰ ਵੀ ਗਰੁੱਪ 'ਚ ਸ਼ਾਮਲ ਕਰ ਲਓ। ਫਿਰ ਪ੍ਰੋਗਰਾਮ ਸ਼ੁਰੂ ਹੁੰਦਿਆਂ ਜਿਹੜਾ ਲੇਟੈਸਟ ਪ੍ਰੋਗਰਾਮ ਹੈ ਉਹ ਤੁਹਾਡੇ ਤੱਕ ਪੁੱਜਦਾ ਰਹੇਗਾ। ਤੇ ਲਓ ਤੁਹਾਡੇ ਤੱਕ ਪੁੱਜ ਚੁੱਕੇ ਨੇ ਆਪਣੇ ਪਰਮਿੱਤਰ ਐਡਵੋਕੇਟ ਸੁਰਿੰਦਰ ਸਿੰਘ। ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਹੈ ਆਪ ਜੀ ਦਾ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਸੁਰਿੰਦਰ ਜੀ, ਬਹੁਤ ਬਹੁਤ ਧੰਨਵਾਦ। ਭਾਰਤੀ ਜਨਤਾ ਪਾਰਟੀ ਦੇ ਪਿਊਸ਼ ਗੋਇਲ ਜਿਹੜੇ ਕਿ ਸਦਨ ਦੇ ਨੇਤਾ ਨੇ ਉਹ ਰੋਣਾ ਰੋਏ ਨੇ ਕਿ ਵਿਰੋਧੀ ਧਿਰ ਨੇ ਸੰਸਦ ਦਾ ਬਾਹਲਾ ਹੀ ਅਪਮਾਨ ਕੀਤਾ, ਸਾਨੂੰ ਤੇ ਨੀਂਦ ਨਹੀਂ ਆਉਂਦੀ ਜਿਵੇਂ ਵੰਕਈਆ ਨਾਇਡੂ ਨੂੰ ਨਹੀਂ ਆਉਂਦੀ। ਕਹਿੰਦੇ ਉਹ ਮਿਲੇ ਨੇ ਸਪੀਕਰ ਸਾਹਿਬ ਨੂੰ, ਅੱਜ ਉਹਨਾਂ ਨੇ ਵੀ ਮੀਟਿੰਗ ਕੀਤੀ ਹੈ। ਪਿਊਸ਼ ਗੋਇਲ ਕਹਿੰਦੇ ਵਿਰੋਧੀ ਧਿਰ ਸੰਸਦ ਦੇ ਵਿੱਚ ਆਪਣੇ ਵਿਵਹਾਰ ਦੇ ਵਾਸਤੇ ਦੇਸ਼ ਤੋਂ ਮਾਫੀ ਮੰਗੇ। ਮੈਂ ਤਸਵੀਰ ਵੇਖ ਰਿਹਾ, ਮਾਈਕ ਤਾਂ ਛੋਟਾ ਹੈ ਪਰ ਉਸ ਤੋਂ ਵੀ ਵੱਡਾ ਚੌੜਾ ਮੂੰਹ ਜਿੰਨਾ ਕੁ ਬੰਦਾ ਖੋਲ ਸਕਦਾ ਉਹਨਾਂ ਖੋਲਿਆ ਹੋਇਆ ਪਿਊਸ਼ ਗੋਇਲ ਨੇ ਤੇ ਨਵਜੋਤ ਸਿੰਘ ਸਿੱਧੂ ਵਾਂਗੂ ਮੁੱਠੀ ਮਿੱਚੀ ਹੋਈ ਹੈ। ਜ਼ੋਰ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਹੇ ਨੇ ਕਿ ਦੇਸ਼ ਸ਼ਰਮਸ਼ਾਰ ਹੋਇਆ, ਕਾਂਗਰਸੀਆਂ ਨੇ ਜੋ ਰੌਲਾ ਪਾਇਆ ਕੱਲ ਸੰਸਦ ਦੇ ਵਿੱਚ, ਇਸੇ ਕਰਕੇ ਸੰਸਦ ਸਾਨੂੰ ਬੰਦ ਕਰਨੀ ਪਈ। ਬੰਦ ਤਾਂ ਕਰਾਈ ਹੈ ਜੰਤਰ ਮੰਤਰ ਵਾਲੇ ਕਿਸਾਨਾਂ ਨੇ। ਇਸ ਦੌਰਾਨ ਕਹਿੰਦੇ ਵਿਰੋਧੀ ਸੁਰਿੰਦਰ ਇਹ ਕਹਿੰਦੇ ਨੇ ਕਿ ਮੇਰੇ ਤਰੀਕੇ ਨਾਲ ਚੱਲੋ ਤਾਂ ਠੀਕ ਹੈ, ਨਹੀਂ ਤਾਂ ਕਿਸੇ ਦਾ ਵੀ ਤਰੀਕਾ ਅਸੀਂ ਚੱਲਣ ਨਹੀਂ ਦੇਵਾਂਗੇ। ਇਸ ਰਵੱਈਏ ਦੀ ਕਹਿੰਦੇ ਅਸੀਂ ਭਾਜਪਾ ਵਾਲੇ ਆਲੋਚਨਾ ਕਰਦੇ ਹਾਂ। ਸੋ ਬੀਜੇਪੀ ਦੇ ਸਦਨ ਦੇ ਨੇਤਾ ਪਿਊਸ਼ ਗੋਇਲ ਨੇ ਆਖਿਆ ਕਿ ਚੇਅਰਮੈਨ ਸਾਹਿਬ ਨੂੰ ਮਿਲ ਕੇ ਤੇ ਉਪ ਚੇਅਰਮੈਨ ਰਾਜ ਸਭਾ ਨੂੰ ਮਿਲ ਕੇ ਕਿ ਵਿਰੋਧੀ ਧਿਰ ਨੇ ਜਿਹੜੇ ਮਾਰਸ਼ਲ ਜਿਹੜੇ ਚੌਕੇ ਬਾਹਰ ਸੁੱਟਦੇ ਹੁੰਦੇ ਆ ਵਿਚਾਰੇ ਸੰਸਦ ਦੀ ਪੁਲਿਸ, ਉਹਨਾਂ ਨਾਲ ਵੀ ਬਦਸਲੂਕੀ ਕੀਤੀ ਹੈ ਤੇ ਸਖਤ ਤੋਂ ਸਖਤ ਕਾਰਵਾਈ ਕਹਿੰਦੇ ਇਹਨਾਂ ਕਾਂਗਰਸੀਆਂ ਤੇ ਵਿਰੋਧੀਆਂ ਤੇ ਸਾਰਿਆਂ ਤੇ ਕੀਤੀ ਜਾਵੇ ਜਿਨ੍ਹਾਂ ਨੇ ਉੱਥੇ ਹੱਲਾ ਗੁੱਲਾ ਸੰਸਦ ਦੇ ਵਿੱਚ ਕੀਤਾ। ਹੁਣ ਆਪਾਂ ਦੂਜੀ ਧਿਰ ਦਾ ਵੀ ਰੋਣਾ ਦੱਸ ਦਈਏ ਤੇ ਉਧਰ ਰਾਹੁਲ ਗਾਂਧੀ ਐਂਡ ਕੰਪਨੀ ਇਹ ਸਾਰੇ ਵਿਜੇ ਚੌਕ ਇਕੱਠੇ ਹੋਏ ਨੇ। ਇਹ ਕਹਿੰਦੇ ਸਾਡੀ ਸੰਘੀ ਕੁੱਟੀ ਗਈ ਹੈ। ਕੁਝ ਜਿਹੜੀਆਂ ਸਾਡੀਆਂ ਮਹਿਲਾਵਾਂ ਸੀ, ਖਾਸ ਕਰਕੇ ਸ਼੍ਰੀਮਤੀ ਪ੍ਰਨੀਤ ਕੌਰ ਦੀ ਵੀ ਫੋਟੋ ਦਿਖਾਈ ਹੈ ਪ੍ਰੈਸ ਨੋਟ ਦੇ ਵਿੱਚ ਤਾਂ ਕਾਂਗਰਸ ਨੇ, ਕਹਿੰਦੇ ਜਿਹੜੀਆਂ ਸਾਡੀਆਂ ਮਹਿਲਾ ਮੈਂਬਰ ਸੀ ਕਾਂਗਰਸ ਦੀਆਂ ਉਹਨਾਂ ਮਹਿਲਾ ਮੈਂਬਰਾਂ ਨੂੰ ਰਾਜ ਸਭਾ ਦੇ ਵਿੱਚ ਕੁੱਟਿਆ ਗਿਆ।
ਹੁਣ ਮੈਂ ਤਾਂ ਕੱਲ ਥੋੜਾ ਜਿਹਾ ਢਿੱਲਾ ਸੀ, ਫੀਵਰ ਹੈ, ਤੇ CCTV ਫੁਟੇਜ ਵੀ ਕੋਈ ਬਾਹਰ ਨਹੀਂ ਆਈ ਕਿ ਵਾਕਈ ਔਰਤਾਂ ਨੂੰ ਭਾਜਪਾਈਆਂ ਨੇ ਰਾਜ ਸਭਾ 'ਚ ਕੁੱਟਿਆ, ਜਿੱਥੇ ਵਿਰੋਧੀ ਧਿਰਾਂ ਦੀ ਤਾਦਾਦ ਜ਼ਿਆਦਾ ਹੈ। ਮੈਨੂੰ ਲੱਗਦਾ ਇਹ ਵੀ ਥੋੜੀ ਜਿਹੀ ਪੱਪੂ ਹੋਣੀ ਲੰਮੀ ਛੱਡ ਗਏ। ਕਹਿੰਦੇ ਸਾਡੀਆਂ ਜਿਹੜੀਆਂ ਕਾਂਗਰਸ ਦੀਆਂ ਮਹਿਲਾਵਾਂ ਸੀ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ ਰਾਜ ਸਭਾ ਦੇ ਵਿੱਚ। ਸੋ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਸੀਨੀਅਰ ਕਾਂਗਰਸੀ ਨੇਤਾ ਰਮੇਸ਼ ਜੈਰਾਮ, ਆਨੰਦ ਸ਼ਰਮਾ, ਰਾਸ਼ਟਰਵਾਦੀ ਪਾਰਟੀ ਦੇ ਸ਼ਰਦ ਪਵਾਰ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, DMK ਵਾਲੇ ਜਾਂ ਹੋਰ ਸਾਰੇ ਇਹ ਲੋਕ ਇਕੱਠੇ ਹੋਏ ਨੇ। ਇਹਨਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਹੈ। ਕਹਿੰਦੇ ਸਾਡੇ ਨਾਲ ਕੁੱਟਮਾਰ ਹੋਈ ਹੈ ਸਾਰੀਆਂ ਵਿਰੋਧੀ ਧਿਰਾਂ ਨਾਲ, ਤੇ ਸਾਡੀਆਂ ਮਹਿਲਾ ਮੈਂਬਰਾਂ ਨੂੰ ਭਾਜਪਾਈਆਂ ਨੇ ਕੁੱਟਿਆ। ਸੋ ਇਸ ਕਰਕੇ ਕਹਿੰਦੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸੋ ਇਹਨਾਂ ਸਾਰੇ ਕਾਂਗਰਸੀਆਂ ਨੇ ਬੈਨਰ ਫੜ ਕੇ ਸਮੇਤ ਪ੍ਰਨੀਤ ਕੌਰ ਇਹਨਾਂ ਨੇ ਜਿਹੜਾ ਵਿਜੇ ਚੌਕ ਵੱਲ ਅੱਜ ਮਾਰਚ ਕੀਤਾ। ਕੁੱਟਣ ਤੋਂ ਮੈਨੂੰ ਯਾਦ ਆਇਆ, ਤੁਸੀਂ ਬਿਹਤਰ ਦੱਸ ਸਕਦੇ ਹੋ, ਸਿੱਖ ਸਿਆਸਤ ਨਾਲ ਤੁਹਾਡਾ ਪੰਗਾ ਪੈਂਦਾ ਹੈ। ਜਦੋਂ ਪਿੱਛੇ ਜੇ ਇੱਕ ਅਕਾਲ ਤਖਤ ਤੇ ਬੰਦਾ ਪੇਸ਼ ਹੋਇਆ ਸੀ, ਮੈਨੂੰ ਯਾਦ ਨਹੀਂ ਸ਼ਾਇਦ ਪ੍ਰੋਫੈਸਰ ਦਰਸ਼ਨ ਸਿੰਘ ਸੀ ਜਾਂ ਕੌਣ ਸੀ, ਉਸ ਤੋਂ ਬਾਅਦ ਤਾਂ ਕੋਈ ਅਕਾਲ ਤਖਤ ਦੇ ਅੰਦਰ ਜਥੇਦਾਰ ਦੇ ਕਮਰੇ 'ਚ ਪੇਸ਼ ਹੀ ਨਹੀਂ ਹੁੰਦਾ। ਉਹ ਕਹਿਣ ਲੱਗੇ ਹੁਣ ਤਾਂ ਜਿਹੜਾ ਵੀ ਜਾਂਦਾ ਕਿ ਅਸੀਂ ਬਾਹਰ ਪੇਸ਼ ਹੋਵਾਂਗੇ, ਖੁੱਲ੍ਹੇ 'ਚ ਅੰਦਰ ਪੇਸ਼ ਨਹੀਂ ਹੋਣਾ। ਕਹਿੰਦੇ ਇੱਕ ਵਾਰੀ ਬੰਦਾ ਪਤਾ ਨਹੀਂ ਕਿਹੜਾ ਸੀਗਾ, ਸਿੱਖਾਂ ਤੋਂ ਬਾਗੀ ਸੀ, ਜੋ ਉਹਨਾਂ ਨੂੰ ਨਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਕਮਰੇ 'ਚ ਬੁਲਾ ਕੇ ਨਾ ਕੁੱਟਿਆ ਬਹੁਤ ਗਿਆ ਸੀਗਾ, ਤੇ ਕੁੱਟਿਆ ਵੀ ਜਥੇਦਾਰੀ ਸਲੋਤਰਿਆਂ ਨਾਲ ਸੀ, ਕਿਉਂਕਿ ਕਮਰੇ 'ਚ ਵੱਡੀ ਡਾਂਗ ਨਹੀਂ ਚੱਲਦੀ ਜਿਹੜੀ ਟਾਸਕ ਫੋਰਸ ਕੋਲ ਹੁੰਦੀ ਹੈ। ਤੇ ਜਥੇਦਾਰ ਦੇ ਕਮਰੇ ਦੇ ਵਿੱਚ ਅੰਦਰ ਵਾੜ ਕੇ ਜਦੋਂ ਕਿਸੇ ਨੂੰ ਕੁੱਟਿਆ ਜਾਂਦਾ ਨਾ, ਜਿਹੜਾ ਪੰਥ 'ਚ ਵਗਿਆ ਕਰਦਾ, ਉਹਨੂੰ ਜਿਹੜੀਆਂ ਡਾਂਗਾਂ ਨਾਲ ਕੁੱਟਿਆ ਜਾਂਦਾ ਉਹਨਾਂ ਨੂੰ ਜਥੇਦਾਰੀ ਸਲੋਤਰੇ ਕਹਿੰਦੇ ਨੇ। ਉਹ 1.5 ਫੁੱਟ ਦੀ ਹੁੰਦੀ ਹੈ, ਕਿਉਂਕਿ ਉਹ ਲੰਮੀ ਡਾਂਗ ਤਾਂ ਚੱਲਦੀ ਨਹੀਂ, ਜੇ ਚੱਲਦੀ ਹੈ ਤਾਂ ਆਪਣਿਆਂ ਦੀ ਵੱਜਦੀ ਹੈ। ਸੋ ਇਸ ਕਰਕੇ ਜਥੇਦਾਰੀ ਸਲੋਤਰਿਆਂ ਦੇ ਨਾਲ ਕਹਿੰਦੇ ਜਥੇਦਾਰ ਵੀ ਅੰਦਰ ਵਾਰ ਕੇ ਕੁੱਟਦੇ ਸੀਗੇ ਪਹਿਲਾਂ। ਇਸੇ ਕਰਕੇ ਹੁਣ ਜਿਹੜੇ ਲੋਕ ਕਿਸੇ ਮਾਮਲੇ 'ਚ ਫਸੇ ਹੁੰਦੇ ਨੇ ਉਹ ਉਦੋਂ ਤੋਂ ਹੀ ਜਥੇਦਾਰੀ ਸਲੋਤਰਿਆਂ ਤੋਂ ਡਰਦੇ ਉਹ ਅੰਦਰ ਨਹੀਂ ਪੇਸ਼ ਹੁੰਦੇ। ਕਹਿੰਦੇ ਅਸੀਂ ਖੁੱਲ੍ਹੇ 'ਚ ਪੇਸ਼ ਹੋਵਾਂਗੇ ਜਥੇਦਾਰ ਸਾਹਮਣੇ, ਤਾਂ ਜੋ ਕੁਟਾਪਾ ਨਾ ਹੋਵੇ, ਜਥੇਦਾਰੀ ਸਲੋਤਰਾ ਨਾ ਫਿਰੇ। ਤੇ ਇੱਦਾਂ ਕੀ ਰਾਜ ਸਭਾ ਦੇ ਵਿੱਚ ਵੀ ਕੁੱਟਮਾਰ ਹੋਈ ਹੈ? ਤੇ ਦੋਨਾਂ ਵਿਸ਼ਿਆਂ ਤੇ ਦੇ ਦਿਓ ਤਿੰਨਾਂ ਤੇ ਜਾਣਕਾਰੀ ਜੀ। ਸੁਰਿੰਦਰਵੀਰ ਕੰਟੀਨਿਊ। ਹਾਂ, ਤੁਸੀਂ ਗੱਲ ਅਕਾਲ ਤਖਤ ਸਾਹਿਬ ਦੀ ਕੀਤੀ, ਉੱਥੇ ਬਾਅਦ 'ਚ ਆਵਾਂਗੇ। ਉੱਥੇ ਤਾਂ ਮੈਂ ਇੱਕ ਜੋ ਕੁਝ ਹੁੰਦਾ ਜਾਂ ਹੋਇਆ, ਕਿਉਂਕਿ ਜਿੱਦਾਂ ਅੱਜ ਧਿਆਨ ਸਿੰਘ ਮੰਡ ਸਾਹਮਣੇ ਆਏ ਆ, ਕਹਿੰਦੇ ਅਸੀਂ 20 ਤਰੀਕ ਨੂੰ 2 ਮੰਤਰੀ ਤੇ 3 MLA ਜਿਹੜੇ ਉਹਨਾਂ ਨੂੰ ਪੰਥ 'ਚੋਂ ਛੇਕ ਦੇਣਾ। ਮਤਲਬ ਜੇ ਛੇਕ ਦੇਣਾ ਤਾਂ ਅੱਜ ਹੀ ਹੁਕਮ ਕਰਦਾ, ਉਦਣ ਕਿਉਂ ਕਰਨਾ? ਉਹ ਤੇ ਬਾਅਦ ਤੇ ਲਾਉਂਗਾ। ਮੈਂ ਕਹਿੰਦਾ ਵੀ ਉਹ ਸਲੋਤਰਾ ਜਿਹੜਾ ਨਾ, ਜੇ ਕਿਸੇ ਤਖਤ ਦਾ ਜਥੇਦਾਰ ਅਵਗਿਆ ਕਰੇ ਤਾਂ ਉਹਨੂੰ ਵੀ ਫੇਰਨਾ ਚਾਹੀਦਾ, ਤੇ ਜਿਹੜਾ ਧਾਰਮਿਕ ਆਗੂ ਕੋਈ ਵੀ ਕਰਦਾ ਸਿੱਖਾਂ ਦੇ ਵਿੱਚ ਉਹਨੂੰ ਵੀ ਫੇਰਨਾ ਚਾਹੀਦਾ। ਉਹ ਤੇ ਬਾਅਦ 'ਚ ਆਵਾਂਗੇ, ਠੀਕ ਹੈ। ਪਹਿਲਾਂ ਆ ਜਾਈਏ ਰਾਜ ਸਭਾ ਤੇ ਲੋਕ ਸਭਾ। ਦੇਖੋ ਗੱਲ ਇਹ ਆ, ਹੁਣ ਇੱਕ ਉਹ ਕਹਿੰਦੇ ਆ ਕਿ ਸਾਡੀਆਂ ਮਹਿਲਾ ਔਰਤਾਂ ਦੇ ਨਾਲ ਜਿਹੜੀ ਆ ਉਹ ਜਾਤੀ ਕੀਤੀ ਗਈ ਆ, ਠੀਕ ਹੈ। ਹੁਣ ਪਹਿਲੀ ਗੱਲ ਤੇ ਆ ਕਿ ਪ੍ਰਨੀਤ ਕੌਰ ਲੋਕ ਸਭਾ ਦੀ ਮੈਂਬਰ ਆ, ਰਾਜ ਸਭਾ ਦੀ ਮੈਂਬਰ ਨਹੀਂ ਹੈ, ਪਹਿਲੀ ਗੱਲ, ਠੀਕ ਹੈ। ਦੂਸਰੀ ਗੱਲ, ਕਿਤੇ ਪੱਪੂ ਵੱਡੀ ਫੀਲਿੰਗ ਲੈ ਗਿਆ ਲੱਗਦਾ ਨਹੀਂ, ਉਹ ਕਹਿੰਦੇ ਰਾਜ ਸਭਾ ਵਾਲਿਆਂ ਦੀ ਕੀਤੀ ਗਈ ਹੈ ਸੁਰਿੰਦਰਵੀਰ, ਸਿਰਫ ਰਾਜ ਸਭਾ ਵਾਲਿਆਂ ਦੀ ਕੀਤੀ ਗਈ ਹੈ ਕਹਿੰਦੇ ਜੀ। ਹਾਂ ਮੈਂ ਉੱਥੇ ਆਉਣ ਲੱਗਾ। ਹੁਣ ਕੀ ਆ, ਦੇਖੋ ਗੱਲ ਕੀ ਆ, ਹੁਣ ਨਾ ਤਾਂ BJP ਝੁਕਣ ਲਈ ਤਿਆਰ ਸੀ, ਉਹ ਤਾਂ ਜਿਉਂ 2014 ਤੋਂ ਆਏ ਆ ਤੇ ਉਹ ਤਾਂ ਅਹਿਮਦ ਸ਼ਾਹ ਅਬਦਾਲੀ ਦੀ ਤਰ੍ਹਾਂ ਤੇ ਸਿਕੰਦਰ ਦੀ ਤਰ੍ਹਾਂ ਉਹ ਕਹਿੰਦੇ ਸੀ ਸਾਨੂੰ ਤਾਂ ਕੋਈ ਰੋਕਣ ਵਾਲਾ ਜੰਮਿਆ ਹੀ ਨਹੀਂ, ਅਸੀਂ ਤਾਂ ਸਾਰੀ ਦੁਨੀਆ ਜਿੱਤਣੀ ਆ, ਪਰਵਾਹ ਹੀ ਕੋਈ ਨਹੀਂ। ਉਹ ਤਾਂ ਕਹਿੰਦੇ ਸੀ ਅਸੀਂ ਬਾਕੀ ਕਾਂਗਰਸ ਮੁਕਤ ਕੀ ਸਾਰੀਆਂ ਪਾਰਟੀਆਂ ਮੁਕਤ ਕਰਨਾ, ਜੋ ਅਸੀਂ ਚਾਹਾਂਗੇ ਉਹੀ ਚੱਲੂਗਾ, ਹੋਰ ਤਾਂ ਕੋਈ ਜੰਮਣ ਹੀ ਨਹੀਂ ਦੇਣਾ, ਠੀਕ ਹੈ। ਉਹ ਤਾਂ ਇਹ ਲੈ ਕੇ ਚੱਲੇ ਹੋਏ ਸੀ, ਉਹਨਾਂ ਨੂੰ ਪਤਾ ਨਹੀਂ ਸੀ ਅੱਗੇ ਟੱਕਰੇ ਕੌਣ ਆ। ਉਹ ਤਾਂ ਕਿਤੇ ਪਛਤਾ ਰਹੇ ਹੋਣੇ ਬਹਿ ਕੇ, ਕੁਛ ਹੁਣ ਅੱਖਾਂ 'ਚ ਲੈ ਕੇ ਰੋਂਦੇ ਹੋਣੇ ਆ ਕਿ ਜੇ ਆ ਕਿਸਾਨੀ 3 ਕਾਨੂੰਨ ਜਿਹੜੇ ਕਿਸਾਨਾਂ ਦੇ ਵਿਰੁੱਧ ਨਾ ਲਿਆਉਂਦੇ, ਚੰਗੀ ਭਲੀ ਜਿੱਤ ਤੁਰੀ ਜਾਂਦੀ ਸੀ, ਜਿਹਨੂੰ ਮਰਜ਼ੀ ਰਗੜਾ ਫੇਰੀ ਜਾਂਦੇ ਸੀ। ਇਹ ਪੰਗਾ ਕਿਹੜੀ ਜਗ੍ਹਾ ਤੇ ਪਾ ਲਿਆ, ਗਲਤ ਪਾ ਲਿਆ ਆਪਾਂ ਤੇ ਗਲਤ ਜਗ੍ਹਾ ਫਸ ਗਏ। ਹੁਣ ਰਹੀ ਗੱਲ, ਇੱਕ ਕਹਿੰਦਾ ਕਿ ਭਾਰਤ ਦੀ ਪਾਰਲੀਮੈਂਟ ਜਿਹੜੀ ਆ ਉਹਦੇ ਅੰਦਰ ਜਿਹੜਾ ਪਾਰਲੀਮੈਂਟ ਮਰਿਆਦਾ ਜਾਈ, ਮਤਲਬ ਉਹ ਸਿੱਧੀ ਕਹਿ ਲਓ ਕਿ ਉਹਨੇ ਕਿਹਾ ਕਿ ਪਾਰਲੀਮੈਂਟ ਦੇ ਅੰਦਰ ਜਿਹੜੀ ਸਾਡੇ ਕਾਨੂੰਨ ਆ, ਕਾਨੂੰਨ ਦੀ ਮਤਲਬ ਭਾਰਤ ਦੇ ਕਾਨੂੰਨ ਜਿਹੜਾ ਉਹਦੀ ਅਵਗਿਆ ਕੀਤੀ ਗਈ ਆ। ਮੁੱਖ ਦੀ ਗੱਲ ਤੇ ਆ, ਇਹ ਕਹਿਤਾ ਜਾਂ ਇਹ ਕਹਿਤਾ ਕਿ ਪਾਰਲੀਮੈਂਟ ਦੇ ਅੰਦਰ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ। ਹੁਣ ਉਹਨਾਂ ਨੂੰ ਇਹ ਪੁੱਛ ਲਵੇ ਵੀ ਇਹ BJP ਉਹੀ ਆ ਜਿਹਦੇ ਪ੍ਰਧਾਨ ਮੰਤਰੀ ਨੇ 1 ਵੋਟ ਦੇ ਪਿੱਛੇ ਸਰਕਾਰ ਆਪਣੀ ਸੁੱਟ ਲਈ ਸੀ ਤੇ ਦੁਬਾਰਾ ਆ ਗਿਆ ਸੀਗਾ ਮੈਦਾਨ 'ਚ ਚੋਣ ਲੜਨ ਲਈ, ਕਹਿੰਦਾ ਸੀ ਮੈਂ ਵੋਟ ਨਹੀਂ ਇੱਕ ਖਰੀਦਣੀ,
ठीक है। और वोट भी वो व्यक्ति पा के गया सी जेड़ा 2 सदना दा मैंबर सी, दूसरे बन्ने भी MLA जित चुकिया सी, पर उन्हें इधरों अस्तीफा नहीं सी दिता, वो वोट पाउण आ गया। वो कहते बिल्कुल तेनू अधिकार आ, वोट पा, साडे विरोध आ, सानू पता इस वोट नाल साडी सरकार गिरदी आ, पर कानून कहंदा कि तुसी वोट पा सकदे हो, उन्होंने वोट पाउण दित्ती सी उन्हां नूं। ठीक है, ये ओही पार्लीमेंट आ। रह गई गल, जिन्नी देर तक 10 साल बीजेपी विरोधी धिर च रही आ, उदों किहड़े गुल खलाए आ? अज जो कुछ हुण अखां च लै लै रोंदे हो, कदी वंकैया नायडू रोंदा ते कदी आके पीयूष गोयल रोंदा, हुण क्यों रोंदे हो? जिद्दन तुसी कारनामे करदे सी, वो की सी? ਚਾਹੀਦਾ ਨਹੀਂ, ਜਿੱਦੇ ਰਾਹੁਲ ਟਰੈਕਟਰ ਲੈ ਕੇ ਆਇਆ ਉਹਦੇ ਇਹਨਾਂ ਨੇ ਰਾਹੁਲ ਦਾ ਟਰੈਕਟਰ ਰੋਕਿਆ ਕਿ ਇਹ ਪਾਰਲੀਮੈਂਟਰੀ ਗੱਲਾਂ ਨਹੀਂ ਹੈ। ਜਦੋਂ ਵਾਜਪਾਈ ਬਲਦ ਜੋੜੀ ਫਿਰਦਾ ਸੀਗਾ ਲੰਡਾ ਤੇ ਮੀਣਾ, ਕਹਿੰਦਾ 7 ਪੈਸੇ ਪੈਟਰੋਲ ਦਾ ਰੇਟ ਵੱਧ ਗਿਆ, ਵਾਜਪਾਈ ਬਲਦ ਜੋੜ ਕੇ ਰੇਹੜੀ ਤੇ ਬੈਠ ਕੇ ਪਾਰਲੀਮੈਂਟ ਆਇਆ ਸੀ ਉਦੋਂ। ਉਸ ਤੋਂ ਬਾਅਦ ਆ ਸਿਮਰਤੀ ਇਰਾਨੀ ਸਾਸ ਵੀ ਕਵੀ ਬਹੂ ਵਾਲੀ, ਇਹ ਗੰਢਿਆਂ ਦੀ ਮਾਲਾ ਪਾਈ ਫਿਰਦੀ ਸੀ, ਮਹਿੰਗਾਈ ਵੱਧ ਗਈ। ਕਰਦੇ ਤਾਂ ਤੁਸੀਂ ਵੀ ਇਹੀ ਡਰਾਮਾ ਸੀ, ਉਹੀ ਹੁਣ ਰਾਹੁਲ ਆ, ਕਦੇ ਸਾਈਕਲ ਲਿਆਉਂਦਾ ਕਦੇ ਟਰੈਕਟਰ ਲਿਆਉਂਦਾ ਜੀ। ਨਹੀਂ, ਉਹ ਮੈਨੂੰ ਬੜੀ ਵਧੀਆ ਰਕੇਸ਼ ਟਕੈਤ ਦੀ ਗੱਲ ਲੱਗੀ। ਉਹਨਾਂ ਨੇ ਇਹਨਾਂ ਦਾ ਜਿਹੜਾ ਸਮਿਤ ਪਾਤਰ ਆ ਉਹਨੂੰ ਬੜਾ ਵਧੀਆ ਘੇਰਿਆ। ਉਹ ਕਹਿੰਦਾ ਵੀ ਤੁਸੀਂ ਆ ਗਏ ਹੋ, ਕਹਿੰਦਾ ਉਹ ਤੁਹਾਡੇ ਜਿਹੜੇ ਨਾ ਅੰਦਰ ਬੰਦ ਕੀਤੇ ਹੋਏ ਬਜ਼ੁਰਗ, ਉਹਨਾਂ ਨੂੰ ਬਾਹਰ ਕੱਢੋ, ਉਹਨਾਂ ਨੂੰ ਪੁੱਛੋ ਵੀ ਕਾਨੂੰਨ ਸਹੀ ਆ ਕਿ ਗਲਤ ਆ। ਕਹਿੰਦਾ ਉਹਨਾਂ ਦੋ ਨੂੰ ਬਾਹਰ ਕੱਢੋ। ਉਹਦਾ ਇਸ਼ਾਰਾ ਜਿਹੜਾ ਮੁਰਲੀ ਮਨੋਹਰ ਜੋਸ਼ੀ ਤੇ ਉਹਦੇ ਵੱਲ ਸੀ, ਲਾਲ ਕ੍ਰਿਸ਼ਨ ਅਡਵਾਨੀ ਵੱਲ, ਵੀ ਉਹ ਕੱਢੋ ਜਿਹੜੇ ਅੰਦਰ ਬੰਦ ਕੀਤੇ ਆ। ਠੀਕ ਹੈ, ਹੁਣ ਗੱਲ ਤੇ ਆ ਕਿ ਕਰਨ ਵਾਲਾ ਕੋਈ ਸੀ, ਤਪੱਸਿਆ ਕਿਸੇ ਦੀ ਸੀ, ਪਾਰਟੀ ਨੂੰ ਧਾਰਮਿਕ ਤੌਰ ਦੇ ਉੱਤੇ ਧਰਮ ਦੇ ਏਜੰਡੇ ਤੇ ਖੜੀ ਕਰਕੇ ਇੱਥੋਂ ਤੱਕ ਲਿਆਉਣ ਵਾਲੇ ਆਉਂਦਿਆਂ ਨੇ ਸਾਰੇ ਪੂੰਝ ਕੇ ਪਾਸੇ ਮਾਰੇ ਤੇ ਨਵੇਂ ਹੱਥ 'ਚ ਸੱਤਾ ਆਈ ਆ। ਉਹ ਸੱਤਾ ਬਹੁਤ ਵਿਅਕਤੀਆਂ ਦਾ ਦਿਮਾਗ ਜਿਹੜਾ ਉਹ ਖਰਾਬ ਕਰ ਦਿੰਦੀ ਆ। ਹੁਣ ਦਿਮਾਗ ਖਰਾਬ ਹੋਇਆ, ਠੀਕ ਕਿੱਦਾਂ ਹੋਣਾ? ਹੁਣ ਗੱਲ ਇਹ ਆ, ਭਾਵੇਂ ਕਾਂਗਰਸ ਹੋਵੇ, ਮਤਲਬ ਸਾਰੀ ਵਿਰੋਧੀ ਧਿਰ ਹੋਵੇ, ਚਾਹੇ ਇਹ ਹੋਵੇ, 543 ਚੁਣ ਕੇ ਆਏ, 2 ਨੋਮੀਨੇਟ ਹੋਏ ਆ, 545 ਇਹ ਨੇ, ਤੇ ਜਿਹੜਾ ਬਾਕੀ ਉੱਥੇ ਬੈਠਾ 225-30 ਬੈਠੇ ਆ ਰਾਜ ਸਭਾ 'ਚ, ਸਾਰਿਆਂ ਨੂੰ ਇਕੱਠੇ ਕਰਨ ਤੇ ਸਿੰਘੂ ਬਾਰਡਰ ਲੈ ਜਾਣ। ਠੀਕ ਹੈ, ਉੱਥੇ ਇਹਨਾਂ ਨੂੰ ਨਾ ਤੂੜੀ ਵਾਲੇ ਟੰਗੜ 'ਚ ਬੰਨ ਲੈਣ ਸਾਰਿਆਂ ਨੂੰ। ਠੀਕ ਹੈ, ਤੇ ਫਿਰ ਉਹ 1.5 ਫੁੱਟ ਵਾਲਾ ਜਿਹੜਾ ਸਲੋਤਰਾ ਉੱਥੇ ਫੇਰਨ, ਫੇਰ ਪੁੱਛਣ ਵੀ ਹੁਣ ਦੱਸ ਕਾਨੂੰਨ ਸਹੀ ਆ ਕਿ ਗਲਤ ਆ। ਠੀਕ ਹੈ, ਗੱਲਾਂ ਹਰਾਮਜਦਗੀਆਂ ਕਰਦੇ ਨੇ ਸਾਰੇ ਦੇ ਸਾਰੇ। ਸੁਰਿੰਦਰ, ਇਹਨਾਂ ਲਈ ਤਾਂ ਸਭ ਤੋਂ ਵਧੀਆ ਸਲੋਤਰਾ ਨਾ ਸਿਆਸਤਦਾਨ ਲਈ ਤਾਂ ਹੁੰਦਾ ਵੋਟਾਂ 'ਚ ਹਾਰ। ਉਹ ਇੱਕ 15-20 ਦਿਨ ਪਹਿਲਾਂ ਨਾ ਕਿਸੇ ਨੇ ਉਹਨੂੰ ਪੁੱਛ ਲਿਆ ਟਕੈਤ ਨੂੰ, ਕਹਿੰਦਾ ਵੀ ਕੀ ਕਰੋਗੇ ਤੁਸੀਂ ਬੀਜੇਪੀ ਦਾ ਹੁਣ? वो चुप जी करके कहता दवा बूटी करेंगे, जैसे बंगाल में की थी ना इनकी दवा बूटी, वही दवा बूटी यूपी में करेंगे। ये डांगा दी बजाय दवा बूटी तो ज्यादा चलते हारन तो जी। नहीं दवा बूटी के बाद ही ये एलियोपैथी आ, वो जेड़ी आ होम्योपैथी आ। ठीक है ना, एलियोपैथी तो मिंट सकिंट च असर करती आ। ठीक है, कई बारी पेशेंट जेड़ा ओदा दिमाग एडा को खराब हुंदा, ओनू वो एलियोपैथी ना सैट आउंदा, यानी कि ढिड पड़वाए तो बगैर सैट नहीं आउंदा। ठीक है ना, इस करके ये हाल दी घड़ी जो इन्हां दी हालात है एलियोपैथी दे लायक ने। यानी कि कुल मिला के चाहे विरोधी तेरा चाहे सत्ताधारी तेरा, किसे ने भी जेड़ी आ ओह इस जेड़ा पार्लीमेंट आ ओहदे अंदर जेड़ी मर्यादा सी ओहदियां धज्जियां उड़ाउण च ते जेड़े लोकां दे टैक्स दे पैसे ते इन्हां दा ढिड पलदा ओहदे उत्ते आके इन्हां ने रोटियां सेकण तो इलावा कख नहीं कीता। ठीक है, वो तो वक्री गल आ कि किसानां ने डंडा इहो जिहा दिखाता, वो सलोतर दे मोहरे इन्हां दी आपोजिशन दी ऐसी तैसी फिर गई, उन्हां नूं एक जगह इकट्ठा होना पै गया। जदों इकट्ठे होए फिर उन्हां नूं सत्ता दिखण लग गई, उन्हां 'च जोश वध गया ते जोश 'च आके बंदा कुछ भी कर सकदा। हुण बंदा ठेके मोहरे दी जे ते लंघ आया, जे किते फड़ ली ते पी ली ते फिर आउंदा 10-15 नाल ते घर तक आउंदा पंगा लै ही सकदा ना। ठीक है, यही कुछ इत्थे होया। हुण गल तां इह सी कि आपोजिशन मरी पई सी, आपोजिशन नूं जान पाती किसानां ने, जो किसानां ने जान पाती उन्हां नूं फिर सत्ता दिखण लग गई। वो सत्ता दिखी, उन्हां ने क्या पंगा लै लिया, उन्हां ने पंगा लै लिया तां ही प्रताप बाजवा छाल मार के टेबल ते चढ़ गया, नहीं तो प्रताप बाजवे नूं कुर्सी ते भी 2 जने फड़ के बिठाउण। हालात ये आ, इस करके प्रताप बाजवे नूं कौन पींदा? क्योंकि जे प्रकाश सिंह बादल भी अज छाला मारदा हो इस करके कि 5 वारी मुख मंत्री बन गया, नहीं तो जिस बंदे को सत्ता ना आवे वो बेचारा 70 साल की उम्र नहीं इत्थे पूरी करदा। 100 नूं किहड़ा टुकदा, 100 नूं तो उदों टुकदा जदों सत्ता जिहड़ी ओ सामने हुंदी आ, जदों सत्ता तो बाहर आ। जे नहीं है ते अज प्रैस कानफ्रेंस कीती सीगी रणजीत सिंह ब्रह्मपुरे ते सुखदेव सिंह ढींडसे ने, देख लो ब्रह्मपुरे दियां विचारे दियां सारियां हड्डियां इहनूं इकट्ठियां होईयां पईयां वा, गल्लां अंदर वड़ियां पईयां, मैं तो पछाणिया नहीं भी ब्रह्मपुरा वा।
ਤਾਂ ਮੈਂ ਤਾਂ ਦੇਖ ਕੇ ਹੈਰਾਨ ਸੀ। ਮੈਂ ਕਿਹਾ ਦੇਖ ਲਾ ਸੱਤਾ ਤੋਂ ਬਾਹਰ ਹੋਣ ਦਾ ਜਿਹੜਾ ਦੁੱਖ ਕਿੰਨਾ ਕੁ ਹੁੰਦਾ, ਬੰਦੇ ਨੂੰ ਰੋਲ ਕੇ ਰੱਖ ਦਿੰਦੀ ਹੈ ਜਦੋਂ ਸੱਤਾ ਤੋਂ ਬਾਹਰ ਬੰਦਾ ਆਉਂਦਾ। ਇਸ ਕਰਕੇ ਹੈ ਕਿ ਜੋ ਮਰਜ਼ੀ ਕਵੇ, ਚਾਹੇ ਪੱਪੂ ਕਵੇ ਤੇ ਚਾਹੇ ਪੱਪੂ ਦਾ ਪਾਪਾ ਕਵੇ, ਦੋਨੋਂ ਧਿਰਾਂ ਇੱਕੋ ਜੀਆਂ, ਦੋਨਾਂ 'ਚ ਕੋਈ ਕੱਟ ਨਹੀਂ ਹੈ। ਹੁਣ ਵੰਕਈਆ ਨਾਇਡੂ ਆ, ਉਹਨੂੰ ਇਹ ਸਮਝ ਲੈਣਾ ਚਾਹੀਦਾ ਕਿ ਉਹ ਰਾਜ ਸਭਾ ਦੇ ਵਿੱਚ ਉਹ ਸਭਾਪਤੀ ਜ਼ਰੂਰ ਆ, ਪਰ ਉਹਦੀ ਪੋਸਟ ਜਿਹੜੀ ਸੰਵਿਧਾਨਿਕ ਆ, ਉਹ ਲੋਕ ਸਭਾ ਦਾ ਸਪੀਕਰ ਨਹੀਂ ਹੈ। ਲੋਕ ਸਭਾ ਦਾ ਸਪੀਕਰ ਟਿੱਪਣੀ ਕਰ ਸਕਦਾ, ਉਹ ਮੈਂਬਰ ਪਾਰਲੀਮੈਂਟ ਆ ਚੁਣਿਆ ਹੋਇਆ, ਠੀਕ ਹੈ। ਰਾਜ ਸਭਾ ਦੇ ਮੈਂਬਰ ਜਿਹੜੇ ਉਹ MLA ਦੁਆਰਾ ਚੁਣੇ ਹੋਏ ਨੇ, ਲੇਕਿਨ ਜਿਹੜਾ ਸਭਾਪਤੀ ਆ ਉਹ MLA ਦੇ ਦੁਆਰਾ ਚੁਣ ਕੇ ਨਹੀਂ ਆਇਆ, ਉਹ ਸਿੱਧਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਆ। ਰਾਸ਼ਟਰਪਤੀ ਤੋਂ ਬਾਅਦ ਉਹ ਦੂਜੇ ਨੰਬਰ ਤੇ ਆ। ਜੇ ਰਾਸ਼ਟਰਪਤੀ ਨੂੰ ਕੋਈ ਹਮੀ ਨਬੀ ਹੋ ਜਾਏ ਤੇ ਰਾਸ਼ਟਰਪਤੀ ਦਾ ਉਹਦਾ ਉਹਨੇ ਸਾਂਭਣਾ, ਤੇ ਉਹਦੇ ਵੱਲੋਂ ਗਲੇਡੂ ਘੇਰੇ ਜਾਣੇ। ਮੈਂ ਤਾਂ ਹੈਰਾਨ ਆ ਕਿ ਉਪ ਰਾਸ਼ਟਰਪਤੀ ਵੀ ਇਹੋ ਜਿਹਾ ਕਾਰਨਾਮੇ ਕਰ ਸਕਦਾ। ਉਹਨੂੰ ਪਤਾ ਨਹੀਂ ਉਹਦੀ ਪੋਸਟ ਕਿਹੜੀ ਪੋਸਟ ਤੇ ਬੇਟਾ। ਉਹ ਠੀਕ ਆ, ਉਹ ਇੱਕ ਸਿਸਟਮ ਅਜਿਹਾ ਭਾਰਤ ਦਾ ਬਣਾਇਆ ਗਿਆ ਕਿ ਜਿਹੜੀ ਧਿਰ ਜਿਹੜੀ ਆ ਲੋਕ ਸਭਾ 'ਚ ਆਵੇ, ਜੇ ਉਹਦਾ ਉਪ ਰਾਸ਼ਟਰਪਤੀ ਆ, ਉਹਦੇ ਕੋਲ ਰਾਜ ਸਭਾ 'ਚ ਬਹੁਮਤ ਨਹੀਂ ਹੈ ਤੇ ਉਹਨਾਂ ਸਭਾਪਤੀ ਦੇ ਰਾਹੀਂ ਕਾਰਵਾਈ ਚਲਾਉਣੀ ਆ, ਠੀਕ ਹੈ। ਜੇ ਸੱਤਾਧਾਰੀ ਧਿਰ ਦਾ ਲੋਕ ਸਭਾ ਦੇ ਵਿੱਚ ਬਹੁਮਤ ਆ, ਰਾਜ ਸਭਾ 'ਚ ਬਹੁਮਤ ਨਹੀਂ, ਉਪ ਰਾਸ਼ਟਰਪਤੀ ਉਹਨਾਂ ਦਾ ਨਹੀਂ, ਉਹ ਫਿਰ ਉੱਥੇ ਡਿਪਟੀ ਸਭਾਪਤੀ ਆਪਣਾ ਚੁਣ ਲੈਂਦੇ ਆ। ਜਿੱਦਾਂ ਇੱਧਰ ਡਿਪਟੀ ਸਪੀਕਰ ਆ, ਡਿਪਟੀ ਸਭਾਪਤੀ ਚੁਣ ਕੇ ਉਹਨਾਂ ਕਾਰਵਾਈ ਉਹਦੇ ਤੋਂ ਚਲਾਉਣੀ ਆ। ਹੁਣ ਇਹਨਾਂ ਕੋਲੇ ਉੱਤੇ ਬਹੁਮਤ ਨਹੀਂ ਸੀ, ਭਾਵੇਂ ਇਹਨਾਂ ਡਿਪਟੀ ਸਭਾਪਤੀ ਚੁਣਿਆ, ਪਰ ਕਾਰਵਾਈ ਜਿਹੜੀ ਸੀ ਸਾਰੀ ਵੰਕਈਆ ਨਾਇਡੂ ਚਲਾਉਂਦਾ ਸੀ। ਪਰ ਵੰਕਈਆ ਨਾਇਡੂ ਉਦੋਂ ਕਿਉਂ ਭੱਜਿਆ ਮੈਦਾਨ ਛੱਡ ਕੇ? ਜਦੋਂ ਮੂੰਹ ਤੇ ਫੈਲਾਂ ਵੱਜਣੀਆਂ ਸੀ ਉਦੋਂ ਭੱਜ ਗਿਆ। ਫੈਲਾਂ ਕਿਸੇ ਹੋਰ ਦੇ ਮਰਵਾਤੀਆਂ, ਬਾਅਦ 'ਚ ਆ ਕੇ ਗਲੇਡੂ ਘੇਰਨ ਲੱਗ ਗਿਆ। ਉਹਦੇ ਲੀਡਰਾਂ ਵਾਲੀ ਕੰਮ ਆ ਵੀ ਜਦੋਂ ਮਰਨੇ ਆ ਉਦੋਂ ਆਮ ਲੋਕਾਂ ਦੇ ਪੁੱਤ ਮਰਨ, ਤੇ ਜਦੋਂ ਲੀਡਰੀ ਕਰਨੀ ਆ ਉਦੋਂ ਆਪ ਮੋਹਰੇ ਆ ਗਏ। ਯਾਨੀ ਕਿ ਹੁਣ ਗਲੇਡੂ ਘੇਰਨ ਦਾ ਕੋਈ ਫਾਇਦਾ ਨਹੀਂ। ਦੋਵੇਂ ਧਿਰਾਂ ਬਰਾਬਰ ਦੀਆਂ ਦੋਸ਼ੀ ਨੇ, ਕਿਸੇ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਇਹਨਾਂ ਦਾ ਇੱਕ ਤਾਂ ਕੰਮ ਇਹਨਾਂ ਦਾ ਜੜੀ ਬੂਟੀ ਵਾਲਾ ਤੇ ਦੂਜਾ ਇਹਨਾਂ ਦਾ ਸਲੋਤਰ ਵਾਲਾ, ਦੋਨੋਂ ਕੰਮਾਂ ਤੋਂ ਇਲਾਵਾ ਇਹਨਾਂ ਨੇ ਸੈੱਟ ਨਹੀਂ ਹੋਣਾ। ਹੁਣ ਜਿਵੇਂ ਦੇਖੋ, ਮੇਰੇ ਖਿਆਲ ਹੈ ਭਾਰਤ ਦੇ ਇਤਿਹਾਸ 'ਚ ਪਹਿਲਾਂ ਵੀ ਕਦੇ ਇਦਾਂ ਹੋਇਆ ਕਿ ਸੱਤਾਧਾਰੀ ਧਿਰ ਬਹੁਮਤ ਦੇ ਵਿੱਚ ਹੋਣ ਦੇ ਬਾਵਜੂਦ ਸੰਸਦ ਨੂੰ ਕੁੰਡਾ ਲਾ ਕੇ ਚਲੀ ਗਈ ਹੋਵੇ। ਦੂਸਰਾ, ਜਿਸ ਤਰ੍ਹਾਂ ਹੁਣ ਸੰਸਦ ਦੇ ਵਿੱਚ ਜਿਹੜਾ ਕਾਂਗਰਸ ਜਾਂ ਵਿਰੋਧੀ ਧਿਰਾਂ ਦਾ ਚੈਂਬਰ ਹੈ, ਉਹਦੇ 'ਚ ਸਾਰੇ ਇਕੱਠੇ ਹੋਏ ਨੇ। ਉਸ ਤੋਂ ਬਾਅਦ ਜਿਵੇਂ ਸ਼੍ਰੀਮਤੀ ਪ੍ਰਨੀਤ ਕੌਰ ਹੈ ਜਾਂ ਹੋਰ ਹੈ, ਰਾਹੁਲ ਗਾਂਧੀ ਸਮੇਤ ਸਾਰੇ ਤਖਤੀਆਂ ਫੜ ਕੇ ਇਹਨਾਂ ਨੇ ਲੈਕਚਰ ਕੀਤੇ ਨੇ। ਫਿਰ ਇਹ ਸੰਸਦ ਤੋਂ ਇਹਨਾਂ ਨੇ ਵਿਜੇ ਚੌਕ ਤੱਕ, ਗਰਮੀ ਵੀ ਅੱਜ ਵਾਹਵਾ ਸੀ, ਕਾਫੀ ਇਹਨਾਂ ਨੂੰ ਤੋਰਾ ਵੀ ਤੁਰਨਾ ਪਿਆ। ਇਹ ਸਾਰੇ ਦੇ ਪਿੱਛੇ ਜਿਹੜਾ ਡੰਡਾ ਚਾੜਿਆ ਉਹ ਕਿਸਾਨਾਂ ਦਾ ਚਾੜਿਆ ਹੋਇਆ ਡੰਡਾ, ਨਹੀਂ ਤਾਂ ਬਾਈਕਾਟ ਕਰਕੇ ਕੋਈ ਸ਼ਿਮਲੇ ਚਲਿਆ ਜਾਂਦਾ ਸੀ, ਕੋਈ ਸਵਿਟਜ਼ਰਲੈਂਡ ਚਲਿਆ ਜਾਂਦਾ ਸੀਗਾ। ਇਸ ਦੌਰਾਨ ਇਹਨਾਂ ਦਾ ਜਿਹੜਾ ਮਾਰਚ ਆ, ਜਾਂ ਇਹਨਾਂ ਨੇ ਆਪਣਾ ਪੱਖ ਫਿਰ ਪ੍ਰੈਸ ਅੱਗੇ ਰੱਖਿਆ ਕਿ ਭਾਈ ਰਾਜ ਸਭਾ ਦੇ ਵਿੱਚ ਸਾਡੀਆਂ ਜਿਹੜੀਆਂ ਵਿਰੋਧੀ ਧਿਰ ਦੀਆਂ ਬੀਬੀਆਂ ਸੀ, ਉਹਨਾਂ ਦੀ ਭਾਜਪਾਈ MPs ਨੇ, ਬੰਦਿਆਂ ਨੇ ਕੁੱਟਮਾਰ ਕੀਤੀ ਹੈ, ਇਹ ਦੋਸ਼ ਇਹਨਾਂ ਤੇ ਲਾਇਆ। ਦੂਜੇ ਬੰਨੇ ਸੱਤਾਧਾਰੀ ਧਿਰ ਨੇ, ਪਿਊਸ਼ ਗੋਇਲ ਕਹਿੰਦਾ ਜੀ ਉਹ ਸਭਾਪਤੀ ਕੋਲ ਗਏ, ਉਪ ਸਭਾਪਤੀ ਕੋਲ ਗਏ, ਕਹਿੰਦੇ ਜੋ ਇਹਨਾਂ ਨੇ ਸੰਸਦ ਦੇ ਵਿੱਚ ਰੌਲਾ ਰੱਪਾ ਪਾਇਆ, ਉਸ ਦੌਰਾਨ ਇਹ ਸੰਸਦ ਦੇ ਵਿੱਚ ਪਾਏ ਰੌਲੇ ਰੱਪੇ ਦੇ ਕਾਰਨ ਪੂਰੇ ਦੇਸ਼ ਤੋਂ ਮਾਫੀ ਮੰਗਣ, ਤੇ ਉਹਨਾਂ ਨੇ ਮਾਰਸ਼ਲਾਂ ਨਾਲ ਵੀ ਬਦਸਲੂਕੀ ਕੀਤੀ ਹੈ, ਤੇ ਇਸ ਕਰਕੇ ਸਭਾਪਤੀ, ਸਦਨ ਦਾ ਚੇਅਰਮੈਨ ਤੇ ਉਪ ਚੇਅਰਮੈਨ, ਉਹ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਰਨ। ਤੇ ਹੁਣ ਵਿਰੋਧੀ ਧਿਰਾਂ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਭਾਜਪਾ ਦੀ ਕਹਿੰਦਾ ਗੁੱਡੀ ਚੜੀ ਹੋਈ ਹੈ, ਤੇ ਹੋਰ ਵਿਰੋਧੀ ਧਿਰਾਂ ਨੂੰ ਲੋਕ ਮੂੰਹ ਨਹੀਂ ਲਗਾ ਰਹੇ। ਇਹ ਕਹਿੰਦਾ ਪਿਊਸ਼ ਗੋਇਲ, ਭਾਈ ਜੇ ਗੁੱਡੀ ਚੜੀ ਹੈ, ਮਾੜਾ ਜਿਹਾ ਲੋਕਾਂ 'ਚ ਆ ਕੇ ਦੱਸਣਾ ਤਾਂ ਦੂਰ, ਤੁਸੀਂ ਤਾਂ ਪਾਰਲੀਮੈਂਟ 'ਚ ਫਾਇਦੇ ਨਹੀਂ ਦੱਸ ਸਕਦੇ ਕਿ ਸਾਡੇ ਕਾਨੂੰਨ ਦੇ ਆਹ ਫਾਇਦੇ ਨੇ। ਉਹ ਕੋਈ ਤੁਹਾਡੇ ਤੋਂ ਕੋਈ ਰਿਸ਼ਤਾ ਤਾਂ ਨਹੀਂ ਮੰਗਦੇ ਕਿਸੇ ਦਾ, ਉਹ ਸਿਰਫ ਇਹੀ ਕਹਿੰਦੇ ਆ ਕਿ ਸਾਨੂੰ ਬਹਿਸ ਕਰਨ ਦਿਓ, ਅਸੀਂ ਆਪਣੀ ਗੱਲ ਕਵਾਂਗੇ, ਤੁਸੀਂ ਆਪਣੀ ਗੱਲ ਕਹੋ, ਪੂਰਾ ਦੇਸ਼ ਦੇਖੇਗਾ। ਜਿਵੇਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦ ਦੇ ਮੁੱਦੇ ਤੇ ਬਹਿਸ ਕਰਾਈ ਸੀ, ਉਦੋਂ ਬੜੀਆਂ ਧਰ ਦਿੱਤੀਆਂ ਸੀ। ਉਦੋਂ ਵੀ ਇੱਕ ਚੈਨਲ ਨੂੰ ਅਸੀਂ ਉਹ ਸੁੱਕੀ ਨਜ਼ਰ ਉਹਨਾਂ ਨੇ ਲੈ ਕੇ ਗਏ ਸੀ, ਉਸੇ ਫੁਟੇਜ ਬਹੁਤ ਉਹ ਬਹਿਸ ਪਸੰਦ ਕੀਤੀ ਸੀ, ਕਿਉਂਕਿ ਇੱਥੋਂ ਲਾਈਵ ਨਹੀਂ ਸੀ ਹੁੰਦਾ। ਪਰ ਹੁਣ ਘੱਟੋ ਘੱਟ ਦੋਏ ਧਿਰਾਂ ਸੈਸ਼ਨ ਜੇ ਨਹੀਂ ਵੀ ਵਧਾਉਣਾ, 2 ਦਿਨ ਦਾ ਸੈਸ਼ਨ ਸੀ, ਘੱਟੋ ਘੱਟ 1 ਦਿਨ ਪੂਰਾ ਦਿਨ ਤਾਂ ਬਹਿਸ ਰੱਖ ਸਕਦੇ ਸੀ। ਹਰ ਇੱਕ ਨੂੰ ਲਿਮਟਡ 5-5 ਮਿੰਟ ਦਿੱਤੇ ਜਾਂਦੇ। ਉੱਥੇ ਕਿਹੜਾ ਉਹ ਕੱਪੜੇ ਪਾੜਦੇ ਸੀ ਇੱਕ ਦੂਜੇ ਤੇ। ਯਾਰ ਡਿਬੇਟ ਕਰਨ ਤੋਂ, ਵਿਚਾਰ ਕਰਨ ਤੋਂ ਤੁਸੀਂ ਭੱਜ ਰਹੇ ਹੋ। ਜਿਸ ਵਿਚਾਰ ਦੇ ਨਾਂ ਤੇ ਇਹ ਪਾਰਲੀਮੈਂਟ ਬਣੀ ਹੋਈ ਹੈ, ਉਹ ਲੱਖਾਂ ਲੋਕਾਂ ਦੇ ਚੁਣੇ ਹੋਏ MP ਨੇ, ਉਹਨਾਂ ਨੂੰ ਇੱਕ ਨਿਯਤ ਸਮਾਂ ਦੇ ਦਿਓ 5 ਮਿੰਟ। ਜੇ ਉਹ 5 ਮਿੰਟ ਤੋਂ ਜ਼ਿਆਦਾ ਬੋਲਦੇ ਨੇ, ਤੁਸੀਂ ਮਾਈਕ ਮਿਊਟ ਕਰ ਹੀ ਦਿੰਦੇ ਹੋ। ਤੇ ਫਿਰ ਬਹਿਸ ਕਰਨ ਤੋਂ ਕਿਉਂ ਭੱਜਦੇ ਹੋ? ਜੇ ਕਾਨੂੰਨ ਚੰਗੇ ਨੇ, ਤੁਸੀਂ ਸਗੋਂ ਵਿਖਿਆਨ ਕਰੋ। ਤੁਸੀਂ ਕਿਤਾਬਾਂ ਛਾਪ ਵੰਡਦੇ ਹੋ, ਸਿੱਖਾਂ ਨਾਲ ਸਾਡੇ ਰਿਸ਼ਤੇ, ਕਿਤਾਬਾਂ ਦੀ ਲੋੜ ਹੀ ਨਹੀਂ। ਤੁਸੀਂ ਪਾਰਲੀਮੈਂਟ 'ਚ ਦੱਸੋ ਕਿ ਆਹ ਕਾਨੂੰਨ ਲੈ ਕੇ ਆਏ ਅਸੀਂ ਕਿਸਾਨਾਂ ਦੇ ਵਾਸਤੇ। ਉੱਥੇ ਬਹਿਸ ਕਰਨ ਤੋਂ ਕਿਉਂ ਭੱਜਦੇ ਨੇ? ਹੁਣ ਜਿਹੜੀਆਂ ਦੋਨੇ ਧਿਰਾਂ ਨੇ ਮੀਡੀਆ 'ਚ ਆਪਣੇ ਆਪਣੇ ਪੱਖ ਰੱਖੇ ਨੇ, ਜਾਂ ਸੱਤਾਧਾਰੀ ਧਿਰ
ਵਿਰੋਧੀ ਧਿਰ ਤੇ ਹੁਣ ਹੋਰ ਕੋਈ ਕਾਰਵਾਈ ਕਰ ਸਕਦੀ ਹੈ? ਪਰਚੇ ਕਰਾਉਣੋਂ ਤਾਂ ਰਹੇ ਤੇ ਪਾਰਲੀਮੈਂਟ ਦਾ ਸੈਸ਼ਨ ਬੰਦ ਹੈ। ਤੇ ਇਹ ਵੀ ਇੱਕ ਵੱਡੀ ਫੇਲੀਅਰ ਹੈ ਸੱਤਾਧਾਰੀ ਸਰਕਾਰ ਦੀ ਕਿ ਸੱਤਾ ਦੇ ਵਿੱਚ ਬਹੁਮਤ ਹੋਣ ਦੇ ਬਾਵਜੂਦ ਵੀ ਉਹ ਸੈਸ਼ਨ ਨਹੀਂ ਚਲਾ ਪਾ ਰਹੀ। 56 ਇੰਚ ਦੇ ਸੀਨੇ ਤੇ ਇੱਕ ਹੋਰ ਕੀ ਕਮਾ ਤਗਮਾ ਤੇ ਇਹਨੂੰ ਕਿਹਾ ਨਹੀਂ ਜਾ ਸਕਦਾ, ਹੋਰ ਕੁਛ ਕਹਿੰਦੇ ਆ ਫਿਰ ਮਾਨਹਾਨੀ ਥੋੜੀ ਜਿਹੀ ਜ਼ਿਆਦਾ ਹੋ ਜੂ। ਇਸ ਕਰਕੇ ਆਪ ਹੀ ਹਿਸਾਬ ਲਾ ਲਓ ਕਿ 56 ਇੰਚ ਸੀਨੇ ਤੇ ਇੱਕ ਹੋਰ ਲਟਕ ਗਈ ਜੀ। ਪਰਮਿੰਦਰ 200 ਸਾਲ ਪਿੱਛੇ ਵੱਲ ਜਾਈਏ, 2 ਸਦੀਆਂ ਪਿੱਛੇ ਹਾਲਾਤ ਕੀ ਹੁੰਦੀ ਸੀ ਜੇ ਕਿਸੇ ਬੰਦੇ ਨੇ ਨਾ ਲੋਕਾਂ ਤੋਂ ਬਹੁਤੇ ਪੈਸੇ ਲੈ ਲਏ, ਚਾਹੇ ਉਹ ਬਿਜ਼ਨਸਮੈਨ ਹੁੰਦਾ ਸੀ ਚਾਹੇ ਆਮ ਬੰਦਾ ਹੁੰਦਾ ਸੀ, ਨਹੀਂ ਸੀ ਮੋੜ ਸਕਦਾ ਤੇ ਉਹਦੇ ਲਈ ਹੁੰਦਾ ਸੀ ਕਿ ਕਹਿੰਦੇ ਸੀਗੇ ਪੰਚਾਇਤ ਇਕੱਠੀ ਹੋਣੀ, ਕਹਿੰਦੇ ਵੀ ਏਦਾਂ ਕਰ ਹੁਣ ਤੇਰੇ ਤੋਂ ਮੋੜ ਤੇ ਨਹੀਂ ਹੋਣੇ, ਤੂੰ ਘਰ ਦਾ ਦਰਵਾਜ਼ਾ ਖੋਲ ਕੇ ਘਰ ਦਾ ਜਿਹੜਾ ਮੇਨ ਗੇਟ ਆ ਉਹਦੇ ਅੰਦਰਲੇ ਬੰਨੇ ਦੀਵਾ ਜਗਾ ਕੇ ਰੱਖ ਜਾ, ਤੂੰ ਕਹਿ ਵੀ ਮੇਰਾ ਦਿਵਾਲਾ ਨਿਕਲ ਗਿਆ, ਤੇਰੇ ਤੋਂ ਕੋਈ ਪੈਸੇ ਮੰਗਣ ਨਹੀਂ ਆਊਗਾ। ਠੀਕ ਹੈ, ਹੁਣ ਇਹ ਪਤੰਦਰ ਦਾ ਪੁੱਠਾ ਕੰਮ ਕਰ ਗਏ, ਇਹ ਤਾਂ ਲੋਕ ਲਾ ਕੇ ਭੱਜ ਗਏ। ਉਹ ਪਤੰਦਰੋਂ ਜੇ ਤੁਹਾਡਾ ਦਿਵਾਲਾ ਨਿਕਲਿਆ ਸੀ ਤੁਸੀਂ ਦੀਵਾ ਜਗਾ ਕੇ ਰੱਖ ਜਾਂਦੇ, ਠੀਕ ਹੈ, ਨਾਲੇ ਕੰਮ ਸੌਖਾ ਹੋ ਜਾਂਦਾ, ਤੁਹਾਨੂੰ ਕੋਈ ਪੁੱਛਦਾ ਨਾ। ਤੁਸੀਂ ਕਹਿੰਦੇ ਜੀ 200 ਸਾਲ ਪਿੱਛੇ ਜਾਓ ਜੀ, ਪਰ ਅਸਲ 'ਚ ਪਤਾ ਗੱਲ ਕੀ ਆ, ਨਵੀਂ ਫੌਜ ਇਕੱਠੀ ਹੋਈ ਆ, ਕਿਸੇ ਨੇ ਪੜਿਆ ਗੁੜਿਆ ਤਾਂ ਕੋਈ ਹੈ ਹੀ ਨਹੀਂ ਇਹਨਾਂ ਚੋਂ, ਇਹਨਾਂ ਨੂੰ ਪਤਾ। ਸੁਰਿੰਦਰ ਵੀਰ, ਦਿਵਾਲੇ ਤੋਂ ਮੈਨੂੰ ਚੇਤੇ ਆਇਆ, ਆਪਣੇ ਨਾਭੇ ਇਲਾਕੇ 'ਚ ਨਾ ਇੱਕ ਗੜਵੀ ਪਈ ਹੈ ਕਿਸੇ ਕੋਲ ਪਿੱਤਲ ਦੀ। ਆ ਜਿਹੜੇ ਮੋਦੀ ਨਗਰ ਬਣਿਆ ਸੀ, ਜਿਹੜੇ ਇੰਡਸਟਰੀਅਲਿਸਟ ਮੋਦੀ ਨੇ ਨਾ, ਇਹਨਾਂ ਦਾ ਕੋਈ ਪਿਛੋਕੜ ਹੈ ਨਾਭੇ ਨਾਲ। ਉਹ ਗੜਬੀ ਇਹ ਨਾ ਗਹਿਣੇ ਰੱਖੀ ਹੋਈ ਸੀ ਇਹਨਾਂ ਦੀ, ਇੱਥੋਂ ਦਿਵਾਲਾ ਕੱਢ ਕੇ ਗਏ ਸੀ ਇਹ। ਸੋ ਉਹਨਾਂ ਮੋਦੀਆਂ ਦਾ ਵੀ ਦਿਵਾਲਾ ਨਿਕਲਿਆ ਸੀਗਾ, ਸ਼ਾਇਦ ਆਪਣੇ ਪਟਿਆਲੇ ਮੋਦੀ ਮਿੱਲ ਵਾਲਿਆਂ ਦਾ ਹੀ, ਕਿਉਂਕਿ ਪਟਿਆਲੇ ਨਾਭੇ ਤੋਂ ਜਦੋਂ ਪਟਿਆਲੇ ਆਏ ਇਹਨਾਂ ਦਾ ਇੱਥੇ ਹੁਣ ਮੋਦੀ ਮੰਦਿਰ ਵੀ ਸੀਗਾ, ਜਿਹਦੀ ਜਗ੍ਹਾ ਇਹ ਬਹੁਤ ਮਹਿੰਗੀ ਵੇਚ ਗਏ ਨੇ ਪਾਸੀ ਰੋਡ ਤੇ ਆਪਣਾ ਉਹ DPRO ਗਰੇਵਾਲ ਹੋਰਾਂ ਦੀ ਰਿਹਾਇਸ਼ ਦੇ ਨਾਲ। ਮੋਦੀ ਮੰਦਿਰ ਹੈ, ਬਹੁਤ ਆਲੀਸ਼ਾਨ ਮੰਦਿਰ ਬਣਿਆ ਹੋਇਆ, ਤੇ ਮੋਦੀ ਮੰਦਿਰ ਦੇ ਪਿੱਛੇ ਇਹਨਾਂ ਦੀ ਜਿਹੜੀ ਮੈਨ ਸ਼ਰਾਬ ਦੀ ਫੈਕਟਰੀ ਹੈ ਤੁਹਾਡੇ ਖੇਤਾਂ ਵੱਲੋਂ, ਉਸ ਮੈਨ ਫੈਕਟਰੀ ਦੀ ਜਿਹੜਾ ਸ਼ਰਾਬ ਦਾ ਸਾਰਾ ਆਫਿਸ ਹੈ ਉਹ ਮੋਦੀ ਮੰਦਿਰ 'ਚੋਂ ਚੱਲਦਾ ਹੈ। ਤੇ ਇਹ ਮੇਰੇ ਖਿਆਲ ਉਹੀ ਮੋਦੀ ਨੇ, ਜੇ ਮੈਂ ਗਲਤ ਨਹੀਂ, ਮੋਦੀ ਨਗਰ ਵੀ ਇਹਨਾਂ ਦਾ ਵਸਾਇਆ ਹੋਇਆ ਦਿੱਲੀ ਦੇ ਲਾਗੇ। ਸੋ ਉਹਨਾਂ ਮੋਦੀਆਂ ਨੇ ਵੀ ਇੱਕ ਵਾਰੀ ਦਿਵਾਲਾ ਕੱਢਿਆ ਸੀਗਾ ਜੀ। ਸੁਰਿੰਦਰ ਕੰਟੀਨਿਊ ਪਲੀਜ਼। ਨਹੀਂ, ਮੈਂ ਉਹੀ ਤੇ ਗੱਲ ਕਹੀ ਆ, ਪਤੰਦਰ ਲੋਕ ਲਾ ਕੇ ਚਲੇ ਗਏ, ਉਹ ਕਹਿਤਾ ਜੀ ਅਸੀਂ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰਦੇ। ਕਿਉਂ ਕੀਤੀ? ਤੁਸੀਂ ਕਹਿ ਦਿੰਦੇ ਕਿ ਦੇਖੋ ਜੀ ਇਹਨਾਂ ਨੇ ਕੀਤਾ ਅਪਮਾਨ, ਅਸੀਂ ਭਾਰਤ ਮਾਤਾ ਦੇ ਪੋਤਾਂ, ਉਦਾਂ ਵੀ ਕਹਿੰਦੇ ਸੀ ਹਿੰਦੂ ਆ, ਹਿੰਦੀ ਆ ਤੇ ਹਿੰਦੁਸਤਾਨ ਆ, ਭਾਰਤ ਮਾਤਾ ਦੇ ਪੋਤਾਂ ਸੀ। ਤੁਸੀਂ ਕਹਿੰਦੇ ਫਿਰ ਅਸੀਂ ਭਾਰਤ ਮਾਤਾ ਦੇ ਪੋਤਾਂ ਸੀ, ਦੀਵਾ ਜਗਾ ਕੇ ਚੱਲੇ ਆ, ਠੀਕ ਆ, ਕਹਿ ਦਿੰਦੇ ਕਾ ਜਿੱਦਾਂ ਕਈ ਉਹ ਦੂਸਰਾ ਡੇਰੇਦਾਰ ਤੇ ਕਈ ਸਾਧ ਕਹਿ ਦਿੰਦੇ ਆ, ਫਲਾਨੇ ਨੂੰ ਕਹੋ ਜੀ ਤੂੰ ਦੀਵਾ ਜਗਾਇਆ ਤਾਂ ਫਲਾਨੇ ਨੂੰ ਕਈ ਬੁਝਾ ਦੇ, ਜਿਹੜਾ ਬੁਝਾਊਗਾ ਆਪੇ, ਜੇ ਉਹ ਦੋਸ਼ੀ ਹੋਊਗਾ ਉਹਦਾ ਨੁਕਸਾਨ ਹੋ ਜਾਊਗਾ। ਤੇ ਕਹਿ ਦਿੰਦੇ ਅਸੀਂ ਦੀਵਾ ਜਗਾ ਕੇ ਰੱਖ ਚੱਲੇ ਆ, ਤੁਸੀਂ ਬੁਝਾ ਦਿਓ। ਫਿਰ ਤੇ ਇਹੀ ਬਚਿਆ ਸੀ, ਹੋਰ ਤਾਂ ਬਚੇ ਇਹਨਾਂ ਦੇ ਪੱਲੇ ਕੱਖ ਨਹੀਂ ਸੀਗਾ। ਯਾਨੀ ਕਿ ਕੁੱਲ ਮਿਲਾ ਕੇ ਆ, ਜਨਾਜ਼ਾ ਸਰਕਾਰ ਨੇ ਖੁਦ ਆਪਣਾ ਕਢਵਾਇਆ, ਬਹਿਸ ਲਈ ਤੁਸੀਂ ਤਿਆਰ ਨਹੀਂ। ਆਪੋਜੀਸ਼ਨ ਦਾ ਕੀ ਸੀ, ਜਦੋਂ ਆਪੋਜੀਸ਼ਨ ਕਿਸੇ ਮੁੱਦੇ ਤੇ ਆਉਂਦੀ ਆ, ਪਹਿਲਾਂ ਕੀ ਹੁੰਦਾ ਸੀਗਾ, ਪਾਰਲੀਮੈਂਟ ਹੋਵੇ ਚਾਹੇ ਵਿਧਾਨ ਸਭਾ ਹੋਵੇ, ਖੁੱਲਾ ਸਮਾਂ ਹੁੰਦਾ ਸੀ, ਖੁੱਲੇ ਸਮੇਂ 'ਚ ਹਰ ਮੁੱਦਾ ਵਿਚਾਰਿਆ ਜਾਂਦਾ ਸੀ। ਜਿਹੜਾ ਆਪੋਜੀਸ਼ਨ ਮੁੱਦਾ ਲੈ ਕੇ ਆਉਂਦੀ ਸੀ ਉਹਦੇ ਬਕਾਇਦਾ ਸਾਰਥਕ ਬਹਿਸ ਹੁੰਦੀ ਸੀ। ਬਹਿਸ ਤੋਂ ਬਾਅਦ ਭਾਵੇਂ ਸੱਤਾਧਾਰੀ ਧਿਰ ਕੋਲ ਬਹੁਮਤ ਹੁੰਦਾ ਸੀ, ਉਹ ਜਿਹੜਾ ਉਹਨਾਂ ਦਾ ਜਿਹੜਾ ਵੀ ਉਹ ਮੋਸ਼ਨ ਲੈ ਕੇ ਆਉਂਦੇ ਸੀਗੇ, ਉਹ ਜਿਹੜਾ ਸੀਗਾ ਉਹਦੇ ਚਲੋ ਅੰਗੇਸਟ ਚਲਾ ਜਾਂਦਾ ਸੀਗਾ, ਪਰ ਬਹਿਸ ਤਾਂ ਹੁੰਦੀ ਸੀ ਨਾ, ਠੀਕ ਹੈ। ਪਰ ਉਹ ਹੁਣ ਗੱਲ ਸੀ ਖੇਤੀ ਕਾਨੂੰਨਾਂ ਦੀ, ਉਹ ਕਹਿੰਦੇ ਖੇਤੀ ਕਾਨੂੰਨਾਂ ਤੇ ਪੈਗਾਸਿਸ, ਦੋਨਾਂ ਦੇ ਉੱਤੇ ਸੱਤਾਧਾਰੀ ਧਿਰ ਫਸੀ ਹੋਈ ਸੀ। ਮਹਿੰਗਾਈ ਨੂੰ ਤਾਂ ਛੱਡੋ, ਮਹਿੰਗਾਈ ਤਾਂ ਬੜੀ ਬਾਅਦ 'ਚ ਚੱਲ ਗਈ, ਪੈਗਾਸਿਸ ਦਾ ਮੁੱਦਾ ਤਾਂ ਮੇਨ ਸੀਗਾ। ਉਹਦੇ ਨਾਲ ਮੇਨ ਜਿਹੜਾ ਸੀਗਾ ਉਹ ਕਿਸਾਨੀ ਕਾਨੂੰਨ ਸੀਗੇ। ਹੁਣ ਜੋ ਕਿਸਾਨੀ ਕਾਨੂੰਨਾਂ ਤੇ ਸੀਗੀ ਗੱਲ, ਉਹਦੇ ਤੇ ਬਹਿਸ ਕਰਨੀ ਤੇ ਬਣਦੀ ਸੀ, ਪਰ ਸਾਰੇ ਪਾਸਿਆਂ ਤੋਂ ਭੱਜ ਗਏ, ਬਹਿਸ ਕਰਨੀ ਨਹੀਂ ਚਾਹੀ। ਤੇ ਜੋ ਬਹਿਸ ਨਹੀਂ ਕਰਨੀ ਚਾਹੀ ਤੇ ਫਿਰ ਲੋਕ ਲਾਤਾ। ਹੁਣ ਲੋਕ ਲਾਤਾ, ਜਾਂ ਤਾਂ ਉਦੋਂ ਕਾਰਵਾਈ ਇਹਨਾਂ ਤੇ ਕਰਦੇ ਕਿ ਇਹਨਾਂ ਨੂੰ ਅਸੀਂ ਮੁਅੱਤਲ ਕਰ ਦਿੱਤਾ। ਐ ਤਾਂ ਭਗਵੰਤ ਮਾਨ ਨੇ ਵੀ ਲਾਈਵ ਕੀਤਾ ਸੀ, ਭਗਵੰਤ ਮਾਨ ਨੂੰ ਵੀ ਤੇ ਇਹਨਾਂ ਨੇ ਮੁਅੱਤਲ ਰੱਖਿਆ ਸੀਗਾ ਮਹੀਨਾ ਕੋ, ਪਰ ਭਗਵੰਤ ਮਾਨ ਨੇ ਫੇਰ ਪਰਵਾਹ ਨਹੀਂ ਕੀਤੀ। ਹੁਣ ਗੱਲ ਤਾਂ ਇਹ ਸੀ, ਸਦਨ ਦਾ ਆਖਰੀ ਦਿਨ ਸੀ, ਜਾਂ ਤੁਸੀਂ ਸ਼ੁਰੂ 'ਚ ਮੁਅੱਤਲ ਕਰ ਦਿੰਦੇ, ਆਪਦੀ ਕਾਰਵਾਈ ਪਾ ਲੈਂਦੇ ਜੋ ਪਾਉਣੀ ਸੀ, ਉਹਦੇ ਨਾਲ ਵੀ ਬੇਇੱਜ਼ਤੀ ਹੁੰਦੀ ਸੀ। ਇਹਨਾਂ ਨੂੰ ਸੀ ਸ਼ਾਇਦ ਡੰਡੇ ਨਾਲ ਚਲਾ ਲਾਂਗੇ। ਹੁਣ ਜਿਹੜਾ ਲੋਕ ਸਭਾ ਦਾ ਸਪੀਕਰ ਰੌਲਾ ਪਾ ਰਿਹਾ ਸੀ, ਉਹ ਵੀ ਗਲੇਡੂ ਕੇਰ ਰਿਹਾ ਸੀ। ਉਸ ਬੰਦੇ ਨੇ ਜਿਉਂ ਇਹ ਪਾਰਲੀਮੈਂਟ ਦਾ ਗਠਨ ਹੋਇਆ ਉਦੋਂ ਤੋਂ ਲੈ ਕੇ ਉਹਨੇ ਕਦੀ ਨੱਕ ਤੇ ਮੱਖੀ ਨਹੀਂ ਬਹਿਣ ਦਿੱਤੀ, ਪਰ ਜਿੱਦਣ ਤੋਂ ਇਹ ਜੁਲਾਈ 19 ਤੋਂ ਚੱਲਿਆ ਉਦੋਂ ਤੋਂ ਉਹਦੇ ਮੂੰਹ ਤੋਂ ਮੱਖੀ ਨਹੀਂ ਉੜੀ। ਹਾਲਾਤ ਕੀ ਬਣੇ ਨੇ ਹੁਣ? ਜਦੋਂ ਤੁਸੀਂ ਇੱਕ ਦੇ ਬਾਅਦ ਸਾਰਾ ਪਿੰਡ ਦੁਸ਼ਮਣਾਂ ਦਾ ਬਣਾ ਲਿਆ, ਤੁਸੀਂ ਕਹੋ ਨੰਬਰਦਾਰੀ ਕਰ ਲਾਂਗੇ, ਨੰਬਰਦਾਰੀ ਕਿੱਥੋਂ ਚੱਲ ਜੂਗੀ? ਤੁਹਾਡੀ ਨੰਬਰਦਾਰੀ ਨਹੀਂ ਚੱਲਣੀ, ਕਿਸੇ ਨੇ ਨਹੀਂ ਪੁੱਛਣਾ। ਗੱਲ ਕੁੱਲ ਮਿਲਾ ਕੇ ਆ,
ਕਿਸਾਨਾਂ ਦਾ ਡੰਡਾ ਇੱਕ ਬੰਨਿਓ ਦੇਖੋ। ਮੈਂ ਪਹਿਲਾਂ ਵੀ ਸਵੇਰੇ ਵੀ ਕਿਹਾ ਸੀ ਕਿ ਲੋਕ ਕਹਿੰਦੇ ਕਿਸਾਨਾਂ ਨੂੰ ਰਾਜਨੀਤੀ ਨਹੀਂ ਆਉਂਦੀ। ਮੈਂ ਕਹਿੰਦਾ ਰਾਜਨੀਤੀ ਅਸਲ ਉਹਨਾਂ ਨੂੰ ਆਉਂਦੀ ਆ ਜਿਹੜੀ ਰਾਜਨੀਤੀ ਉਹਨਾਂ ਨੇ ਖੇਡੀ ਆ। ਇਹ ਸਾਰੇ ਦੀਆਂ ਸਾਰੀਆਂ ਧਿਰਾਂ ਜਿਹੜੀਆਂ ਸੀ ਉਸ ਕੰਜੇ 'ਚ ਫਸਾ ਲਈਆਂ ਉਹਨਾਂ ਨੇ। ਉਹ ਫਸਾਈਆਂ ਵੀ ਏਦਾਂ ਦੀਆਂ, ਇਹਨਾਂ ਨੂੰ ਭੱਲੀ ਥਾਂ ਨਹੀਂ ਲੱਭੀ। ਠੀਕ ਹੈ, ਜਿਹੜਾ ਉਹਨਾਂ ਨੂੰ ਇਸ ਵੇਲੇ ਸੰਯੁਕਤ ਕਿਸਾਨ ਮੋਰਚੇ ਦਾ, ਮੈਨੂੰ ਨਹੀਂ ਪਤਾ ਕੱਲ ਦਾ ਹਸ਼ਰ ਕੀ ਹੁੰਦਾ, ਕਿਤੇ ਡਿੱਗਦਾ ਢਹਿੰਦਾ ਕੀ ਹੁੰਦਾ, ਪਰ ਇਸ ਵਕਤ ਇਹ ਆ ਜਿਹੜਾ ਉਹਨਾਂ ਨੂੰ ਛੱਡ ਕੇ ਜਾਂਦਾ ਉਹ ਜ਼ੀਰੋ ਹੋ ਰਿਹਾ। ਜਿਹੜੀ ਸਿਆਸੀ ਧਿਰ ਮੱਤਾ ਲਾਉਣ ਦੀ ਕੋਸ਼ਿਸ਼ ਕਰਦੀ ਉਹਦੇ ਪੱਲੇ ਕੱਖ ਨਹੀਂ ਬਚਦਾ, ਬਿਲਕੁਲ ਉਹਦਾ ਮਲੀਆ ਮੇਟ ਹੁੰਦਾ ਤੁਰਿਆ ਜਾ ਰਿਹਾ। ਉਹੀ ਕੁਛ ਇੱਥੇ ਹੋਇਆ ਇਸ ਵੇਲੇ। ਹੁਣ ਸੱਤਾਧਾਰੀ ਧਿਰ ਨੂੰ ਜੇ ਫਸਾਇਆ ਤੇ ਕਿਸਾਨਾਂ ਨੇ ਫਸਾਇਆ, ਪਰ ਉਹਨਾਂ ਦੀ ਰਣਨੀਤੀ ਦੇਖੋ ਕਿੱਡੀ ਵਧੀਆ। ਉਧਰ ਤੁਸੀਂ ਕਿਤੇ ਦੇਖੋ ਹਰ ਰੋਜ਼ 2-3 ਚੈਨਲਾਂ ਨੂੰ ਪਕੜ ਕੇ ਬੈਠਾ ਉਹਨਾਂ ਦਾ ਆਰਕੇਸਟ ਕਹਿਤ ਕੱਲਾ ਹੀ। ਉਹ ਕਹਿੰਦਾ ਹਮ ਤੋਂ ਲਖਨऊ को दिल्ली बनाएंगे। ठीक है, ਉਹ ਦਿੱਲੀ ਬਣਾਏਂਗੇ, ਉਹਨੂੰ ਭੰਬਲ ਭੂਸੇ 'ਚ ਪੈ ਜਾਂਦੇ ਸਾਰੇ ਚੈਨਲ ਵੀ ਦਿੱਲੀ ਕਿੱਦਾਂ ਬਣਾਊਂਗਾ। ਉਹ ਇਹੋ ਜਿਹੀ ਵਿਆਖਿਆ ਕਰਦਾ ਜਿਹੜਾ ਵੀ ਉਸ ਡਿਬੇਟ ਦੇ ਵਿੱਚ ਸਰਕਾਰ ਵੱਲੋਂ ਆਉਂਦਾ ਜਾਂ ਬੀਜੇਪੀ ਵੱਲੋਂ। ਸਰਕਾਰ ਵੱਲੋਂ ਤਾਂ ਕੋਈ ਆਉਂਦਾ ਨਹੀਂ, ਬੀਜੇਪੀ ਦਾ ਜਿਹੜਾ ਸਪੋਕਸਮੈਨ ਆਉਂਦਾ ਕਿਸੇ ਨੂੰ ਨਹੀਂ ਗੱਲ ਕਰਨ ਦਿੰਦਾ। ਜੋ ਚੱਲਦੀ ਹੈ ਆਰਕੇਸਟ ਕੈਦ ਦੀ ਚੱਲਦੀ, ਲਾਲਾ ਕਰਕੇ ਘੰਟੇ ਦੀ ਡਿਬੇਟ 'ਚ ਐਸੀ ਤੈਸੀ ਫੇਰ ਕੇ ਲੰਘ ਜਾਂਦਾ। ਉਹ ਵੀ ਇੱਕ ਰਣਨੀਤੀ ਆ ਕਿ ਤੂੰ ਦੇਸੀ ਸੌਦੇ 'ਚ ਚੱਲ। ਦੇਸੀ ਸੌਦੇ 'ਚ ਕੀ ਆ, ਜਿੰਨਾ ਜਾਟ ਕਿਸਾਨ ਜਿੰਨਾ ਉਹ ਸਾਰਾ ਦੇਸੀ ਭਾਸ਼ਾ ਸਮਝਦਾ। ਜੇ ਉੱਤੇ ਸਾਰਥਕ ਬਹਿਸ ਤੁਸੀਂ ਮੁੱਦਿਆਂ ਦੇ ਆਧਾਰ ਤੇ ਕਰੋਗੇ ਉਹਨਾਂ ਨੇ ਨਹੀਂ ਸਮਝਣੀ ਹੈ। ਉਹ ਦੇਸੀ ਭਾਸ਼ਾ ਸਮਝਦੇ, ਉਹ ਲੱਠ ਵਾਲੀ ਭਾਸ਼ਾ ਸਮਝਦੇ ਆ। ਲੱਠ ਵਾਲੀ ਭਾਸ਼ਾ ਜਿਹੜੀ ਆ ਉਹ ਕੇਵਲ ਤੇ ਕੇਵਲ ਕਰ ਸਕਦਾ ਤੇ ਰਕੇਸ਼ ਸ਼ਿਕਾਇਤ ਕਰ ਸਕਦਾ। ਇਸੇ ਕਰਕੇ ਉਹਦੇ ਤੋਂ ਭਾਸ਼ਾ ਜਿਹੜੀ ਬੁਲਾਈ ਜਾ ਰਹੀ, ਤੂੰ ਇਹ ਬੋਲ, ਇਸ ਭਾਸ਼ਾ ਦੇ ਨਾਲ ਸੱਤਾਧਾਰੀ ਧਿਰ ਫਸੇਗੀ ਤੇ ਸੱਤਾਧਾਰੀ ਧਿਰ ਨੂੰ ਫਸਾ ਕੇ ਬੈਠਾ ਪੂਰੀ ਤਰ੍ਹਾਂ ਨਾਲ। ਤੁਸੀਂ ਪਿਛਲੇ 10 ਦਿਨਾਂ ਦਾ ਦੇਖ ਲਓ, ਜਿੱਦਣ ਦਾ ਉਹਨਾਂ ਨੇ ਉਧਰ ਨੂੰ ਜਾਣ ਦਾ ਕੀਤਾ ਕਿ ਅਸੀਂ ਘੇਰਨੀ ਆ ਲਖਨਊ, ਲਖਨਊ ਨੂੰ ਘੇਰਨ ਦਾ ਐਲਾਨ ਕੀਤਾ, ਉਹਦੇ ਬਾਅਦ ਹਾਲਤ ਕੀ ਬਣੀ ਹੋਈ ਆ ਕਿ ਨੈਸ਼ਨਲ ਚੈਨਲ ਜਿਹੜੇ ਮੋਦੀ ਤੋਂ ਬਗੈਰ ਕਿਤੇ ਮੋਦੀ ਹੁੰਦੀ ਸੀ ਸਾਹ ਨਹੀਂ ਸੀ ਲੈਂਦੇ, ਉਹਨਾਂ ਸਾਰਿਆਂ ਦੀ ਐਸੀ ਤੈਸੀ ਫੇਰ ਕੇ ਬੈਠਾ ਉਹ ਇਕੱਲੇ ਦਾ ਇਕੱਲਾ ਬੰਦਾ। ਇਸ ਕਰਕੇ ਕਿਸਾਨਾਂ ਦਾ ਡੰਡਾ ਜੋ ਮਰਜੀ ਕਹੋ, ਕਿਸਾਨਾਂ ਦੇ ਡੰਡੇ ਨੇ ਇੱਕ ਚੀਜ਼ ਦਿਖਾਤੀ ਆ ਕਿ ਰਾਜਨੀਤੀ ਕੀ ਹੁੰਦੀ ਆ ਤੇ ਰਾਜਨੀਤੀ ਖੇਡੀ ਕਿੱਦਾਂ ਜਾਂਦੀ ਆ, ਉਹ ਉਹਨਾਂ ਨੇ ਸਿਖਾਤੀ ਆ। ਔਰ ਉਸ ਰਾਜਨੀਤੀ ਦੀ ਖੇਡ ਨੂੰ ਇਸ ਵਕਤ ਕਦੀ ਜਿਹੜੀ ਗੇਂਦ ਆ ਉਹਨੂੰ ਸੱਤਾਧਾਰੀ ਧਿਰ ਫੜ ਕੇ ਭੱਜਦੀ ਆ ਤੇ ਕਦੀ ਵਿਰੋਧੀ ਧਿਰ ਭੱਜਦੀ ਆ ਤੇ ਕਦੀ ਆਪਸ 'ਚ ਇੱਕ ਦੂਜੇ 'ਚ ਸਿਰ ਮਾਰਦੇ ਆ। ਸਾਰੇ ਪਾਗਲ ਹੋਏ ਪਏ ਆ ਔਰ ਪਾਗਲ ਕੀਤੇ ਕਿਸਾਨਾਂ ਨੇ। ਕੀ ਕੋਈ ਕਾਰਵਾਈ ਵਿਧੀ ਵਿਧਾਨ ਦੇ ਅਧੀਨ ਆਪੋਜੀਸ਼ਨ ਦੇ ਖਿਲਾਫ ਲਿਆ ਸਕਦੇ ਨੇ ਇਹ? ਨਹੀਂ, ਉਹ ਆ ਹੀ ਨਹੀਂ ਸਕਦੀ। ਦੇਖੋ ਪਤਾ ਕੀ ਹੈ, ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਗਿਆ ਨਾ, ਹੁਣ ਤਾਂ ਆ ਨਹੀਂ ਸਕਦੀ। ਕੀ ਕਰਨਗੇ, ਵੱਧ ਤੋਂ ਵੱਧ ਇਹ ਕਹਿ ਦੇਣਗੇ ਜੀ ਅਗਲੇ 5 ਦਿਨ ਲਈ ਇਹਨੂੰ ਸਦਨ ਤੋਂ ਮੁਅੱਤਲ ਕੀਤਾ। 5 ਦਿਨ ਕੀ, ਹੁਣ ਤਾਂ ਅਗਲਾ ਤਾਂ ਆਪਣਾ ਸਰਦ ਰੁੱਤ ਦਾ ਸੈਸ਼ਨ ਹੋਣਾ। ਸਰਦ ਰੁੱਤ ਦਾ ਜਿਹੜਾ ਉਹ ਦਸੰਬਰ 'ਚ ਸ਼ੁਰੂ ਹੋਣਾ, ਉਸ ਤੋਂ ਪਹਿਲਾਂ ਤੇ ਕਰ ਹੀ ਨਹੀਂ ਸਕਦੇ। ਕੀ ਮੁਅੱਤਲ ਕਰਨਗੇ, ਕੀ ਕਹਿ ਦੇਣਗੇ ਅਸੀਂ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰਤਾ, ਕਾਹਦੇ ਵਿਆਹ ਤੇ ਕਰੋਗੇ, ਕਰ ਹੀ ਨਹੀਂ ਸਕਦੇ ਤੁਸੀਂ। ਤੁਹਾਡੇ ਹੱਥ 'ਚ ਇਹਨਾਂ ਦੀ ਐਮਪੀਸ਼ਿਪ ਹੀ ਨਾ ਰੱਦ ਕਰ ਦੇਵੇ ਕਿ ਦੁਬਾਰਾ ਚੋਣਾਂ ਕਰਾਓ, ਇਹਨਾਂ ਦਾ ਐਮਪੀਸ਼ਿਪ ਰੱਦ ਹੁੰਦੀ ਹੈ। ਕੋਈ ਨਵਾਂ ਕਾਨੂੰਨ ਕੱਢ ਲੈਣਾ, ਕਾਨੂੰਨ ਬਣਾਉਣ। ਹੁਣ ਜੇ ਖੇਤੀ ਕਾਨੂੰਨ ਸਟੇਟ ਦਾ ਮਸਲਾ ਸੀਗਾ, ਸਟੇਟ ਦੇ ਅਧਿਕਾਰ ਅਧੀਨ ਆਉਂਦਾ, ਰਾਜ ਸੂਬੇ ਬਣਾ ਸਕਦੇ ਨੇ ਖੇਤੀ ਕਾਨੂੰਨ। ਇਹ ਮੰਨਦੇ ਵੀ ਨੇ ਕਿ ਸਟੇਟ ਦਾ ਇਹ ਮਸਲਾ ਹੈਗਾ ਨਾ, ਸਟੇਟ ਦਾ ਅਧਿਕਾਰ ਹੈ, ਪਰ ਫਿਰ ਵੀ ਇਹਨਾਂ ਨੇ ਖੇਤੀ ਕਾਨੂੰਨ ਸੈਂਟਰ ਨੇ ਬਣਾਏ ਨੇ। ਹੋ ਸਕਦਾ ਹੈ ਕਿ ਇਹਨਾਂ ਦੀ ਮੈਂਬਰ ਪਾਰਲੀਮੈਂਟਸ਼ਿਪ ਹੀ ਰੱਦ ਕਰ ਦਿੱਤੀ ਜਾਵੇ। ਪਰ ਜਿਸ ਤਰ੍ਹਾਂ ਇੱਕ ਵੀਡੀਓ ਸਾਹਮਣੇ ਆਇਆ ਰਾਜ ਸਭਾ ਦਾ, ਜਿਸ ਦੇ ਵਿੱਚ ਦੋਸ਼ ਲੱਗੇ ਨੇ ਕਿ ਇਹਨਾਂ ਨੇ ਬਹੁਤ ਧੱਕਾ ਕੀਤਾ ਆਪੋਜੀਸ਼ਨ ਪਾਰਟੀਆਂ ਨੇ, ਉਹ ਵੀਡੀਓ ਨੂੰ ਆਧਾਰ ਬਣਾ ਕੇ ਕੋਈ ਕਾਰਵਾਈ ਕਾਨੂੰਨਨ ਇਸ ਤਰ੍ਹਾਂ ਦੀ, ਮਤਲਬ ਮੋਦੀ ਸਾਹਿਬ ਹੈ ਤਾਂ ਕੁਝ ਵੀ ਕਰ ਸਕਦੇ ਨੇ, ਹੈ ਨਾ। ਉਹਨਾਂ ਨੇ ਕਹਿਣਾ ਕਿ ਚਲੋ ਇਹਨਾਂ ਦਾ ਐਮਪੀ ਦਾ ਪਰਚਾ ਪਾੜ ਲੱਗਦਾ ਏਦਾਂ ਦੀ। ਨਹੀਂ, ਜੇ ਏਦਾਂ ਦਾ ਕਰਨਗੇ ਇਹਨਾਂ ਦੀ ਬਹੁਤ ਜ਼ਿਆਦਾ ਖੇ ਹੋ ਜਾਏਗੀ। ਠੀਕ ਹੈ ਨਾ। ਹੁਣ ਪੰਜਾਬ ਵਾਲਿਆਂ ਨੂੰ ਕਰਨਗੇ, ਪੰਜਾਬ 'ਚ ਉਹਨਾਂ ਕੋਲ ਬਹੁਮਤ ਆ, ਉਹ ਦੁਬਾਰਾ ਚੁਣ ਕੇ ਭੇਜ ਦੇਣਗੇ। ਕੀ ਕਰੋਗੇ ਤੁਸੀਂ ਉਹਨਾਂ ਦੀ ਮੈਂਬਰਸ਼ਿਪ ਕੈਂਸਲ ਕਰੋਗੇ ਨਾ। ਜਿੱਦਣ ਕੀਤੀ ਵਿਦਨ ਮੰਥ ਤੁਹਾਨੂੰ ਇਹ ਤਾਂ ਚੋਣ ਕਰਾਉਣੀ ਪੈਣੀ ਆ। ਉਹਨਾਂ ਦੀ ਪਾਰਟੀ ਕੋਲ ਬਹੁਮਤ ਆ, ਉਹ ਫੇਰ ਚੋਣ ਲੈਣਗੇ। ਕਿੰਨਿਆਂ ਨੂੰ ਕਰੋਗੇ? ਰਾਜ ਸਭਾ 'ਚ ਕੌਣ ਨੇ ਉਹਨਾਂ ਦੇ? ਪ੍ਰਤਾਪ ਬਾਜਵਾ, ਠੀਕ ਆ। ਦੂਜਾ ਸ਼ਮਸ਼ੇਰ ਸਿੰਘ ਦੂਲੋ, ਉਹਦਾ ਤਾਂ ਕਿਤੇ ਨਾਮ ਨਹੀਂ ਆਇਆ। ਪ੍ਰਤਾਪ ਬਾਜਵਾ ਦਾ ਆਇਆ। ਤੁਸੀਂ ਕਰੋਗੇ? ਹਾਈ ਕਮਾਂਡ ਨੂੰ ਦੁਬਾਰਾ ਫੇਰ ਆਪਦਾ ਕੈਂਡੀਡੇਟ ਬਣਾ ਦੂ, ਫਿਰ ਚੁਣ ਕੇ ਚੱਲ ਜੂ। ਕੀ ਕਰੋਗੇ ਉਹਦਾ? ਇਸ ਕਰਕੇ ਮੈਨੂੰ ਨਹੀਂ ਲੱਗਦਾ ਏਦਾਂ ਦੀ ਕਾਰਵਾਈ ਹੋ। ਸਿਰਫ ਇਹ ਕੀ ਆ, ਜਿਹੜਾ ਹੁਣ ਏਜੰਡਾ ਲੈ ਕੇ ਬੀਜੇਪੀ ਚੱਲੀ ਆ, ਇਹਨੂੰ ਇਹ ਆ ਕਿ ਅਸੀਂ ਸਾਰੇ ਭਾਰਤ 'ਚ ਫੈਲਾਈਏ, ਫੈਲਾ ਕੇ ਦੱਸੀਏ ਕਿ ਚੋਣਾਂ 'ਚ ਇਹਦਾ ਬੈਨੀਫਿਟ ਲਈਏ ਕਿ ਦੇਖੋ ਜੀ ਵਿਰੋਧੀ ਧਿਰ ਨੇ ਸਦਨ ਦੀ ਮਰਿਆਦਾ ਜਿਹੜੀ ਉਹਨੂੰ ਤੈਸ਼ ਨੈਸ਼ ਕਰ ਦਿੱਤਾ। ਉਦਾਂ ਤਾਂ ਕਹਿੰਦੇ ਆ ਕਿ ਪਵਿੱਤਰ ਸਦਨ। ਨਰਿੰਦਰ ਮੋਦੀ ਵੀ ਜਦੋਂ ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਚੁਣਿਆ ਗਿਆ, ਮੱਥਾ ਟੇਕ ਕੇ ਪੌੜੀਆਂ ਚੜਿਆ ਸੀ। ਇਸ ਕਰਕੇ ਮੱਥਾ ਟੇਕਿਆ ਸੀ ਵੀ ਧੱਜੀਆਂ ਉਡਾ ਦਿਆਂਗੇ ਕਾਨੂੰਨ ਦੀਆਂ, ਛੱਡਾਂਗੇ ਕੱਖ ਨਹੀਂ। ਠੀਕ ਹੈ ਨਾ।
ਆਮ ਕਰਕੇ ਲੀਡਰਾਂ ਲਈ ਇੱਕ ਕਹਾਵਤ ਆ ਵੀ ਲੀਡਰ ਨੇ ਜਿਹਦੇ ਮੋਢੇ ਤੇ ਹੱਥ ਰੱਖ ਲਿਆ ਸਮਝੋ ਉਹਦਾ ਕੀਰਤਨ ਸੋਲਾ ਪੜਤਾ ਉਹ ਨਹੀਂ ਦੁਬਾਰਾ ਲੱਭਦਾ ਸਿਆਸਤ 'ਚ। ਠੀਕ ਹੈ, ਹੁਣ ਮੋਦੀ ਸਾਹਿਬ ਨੇ ਵੀ ਮੱਥਾ ਟੇਕਿਆ ਸੀ ਪਤੰਦਰਾਂ ਨੇ ਪਾਰਲੀਮੈਂਟ ਹੀ ਨਵਾਂ ਬਣਾਤਾ। ਪਹਿਲਾਂ ਪਾਰਲੀਮੈਂਟ ਹੀ ਚੱਕ ਦੇਣ ਲੱਗੇ, ਮਤਲਬ ਪੌੜੀ ਸਭ ਤੋਂ ਥੱਲੇ ਵਾਲੀ ਪੌੜੀ ਤੇ ਮੱਥਾ ਟੇਕਿਆ ਸੀ, ਪੌੜੀਆਂ ਥੱਲੇ ਵਾਲੀ ਪੌੜੀ ਮਤਲਬ ਜੜ੍ਹਾਂ ਨੂੰ ਹੀ ਹੱਥ ਪਾ ਲਿਆ, ਉਹ ਮਾਰਿਆ ਚੱਕ ਕੇ ਸਾਰਾ ਕੁਝ, ਨਵਾਂ ਪਾਰਲੀਮੈਂਟ ਹਾਊਸ ਬਣਾਤਾ ਫੜ ਕੇ। ਇਸ ਕਰਕੇ ਇਹ ਹੈ ਕਿ ਦੇਖੋ ਜੋ ਮਰਜ਼ੀ ਕਹਿਣ, ਜੇ ਹੁਣ ਇਹ ਕਾਰਵਾਈ ਕਰਨਗੇ ਇਹਨਾਂ ਦੇ ਅਗੇਂਸਟ ਜਾਊ। ਪਹਿਲੀ ਗੱਲ ਕਾਰਵਾਈ ਹੋ ਨਹੀਂ ਸਕਦੀ, ਉਹ ਚੱਲਦੇ ਸੈਸ਼ਨ 'ਚ ਹੋ ਸਕਦੀ ਆ, ਹੋਰ ਕੋਈ ਇਹਨਾਂ ਦੇ ਅਧਿਕਾਰ 'ਚ ਨਹੀਂ ਹੈ। ਹਾਂ ਇੰਨਾ ਜ਼ਰੂਰ ਆ ਕਿ 2022 ਦੀ ਚੋਣ 'ਚ ਇਹਨੂੰ ਵਰਤਣ ਦੇ ਲਈ ਆ ਕਿ ਲੋਕਾਂ ਦੀ ਵੇਵ ਜਿਹੜੀ ਆ ਉਹ ਕ੍ਰੀਏਟ ਕਿੱਦਾਂ ਕਰਨੀ, ਆਪਣੇ ਨਾਲ ਲੋਕਾਂ ਨੂੰ ਜੋੜਨਾ ਕਿੱਦਾਂ, ਉਹਦੇ ਲਈ ਇਹ ਸਾਰਾ ਕੁਝ ਰੋਣਾ ਜਿਹੜਾ ਰੋਇਆ ਜਾ ਰਿਹਾ ਕਿ ਇਹਨਾਂ ਨੂੰ ਦਿਖ ਰਿਹਾ ਕਿ ਸਾਡੀ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਉਧਰ ਇਹਨਾਂ ਦੇ ਕਾਬੂ ਨਹੀਂ ਆ ਰਿਹਾ। ਰਕੇਸ਼ ਟਕੈਤ ਤੇ ਉਹਦਾ ਭਰਾ ਜੁੱਧਵੀਰ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕਮੇਟੀ 9 ਮੈਂਬਰੀ ਉਹਦੇ 'ਚ ਬੈਠਾ ਤੇ ਰਕੇਸ਼ ਟਕੈਤ ਉਧਰ ਗਾਹ ਪਾਈ ਜਾਂਦਾ। ਰਕੇਸ਼ ਟਕੈਤ ਤਾਂ ਆ ਕੇ ਚੰਡੀਗੜ੍ਹ ਵੀ ਕਹਿ ਗਿਆ, ਕਹਿੰਦਾ ਅਸੀਂ ਇੱਥੇ ਦਾ ਦੂਸਰਾ ਕੀ ਕਹਿੰਦੇ ਬੁੱਤ ਲਾਵਾਂਗੇ ਜਿਹੜਾ ਨਿਹੰਗ ਸਿੰਘ ਬੈਠਾ। ਠੀਕ ਹੈ, ਉਹ ਕਿਹੜਾ ਘੱਟ ਕਰ ਰਿਹਾ, ਜੇ ਗੁਰਨਾਮ ਸਿੰਘ ਚਲੂਨੀ ਕਰਦਾ ਸੀ ਤੇ ਰਕੇਸ਼ ਟਕੈਤ ਵੀ ਐਲਾਨ ਕਰ ਗਿਆ ਆ ਕੇ। ਯਾਨੀ ਕਿ ਉਹਨਾਂ ਦੀ ਵੀ ਸੋਚੀ ਸਮਝੀ ਰਣਨੀਤੀ ਆ। ਜੋ ਕੁਝ ਹੋ ਰਿਹਾ ਸੰਯੁਕਤ ਕਿਸਾਨ ਮੋਰਚੇ ਨੇ ਅਸਲ ਰਾਜਨੀਤੀ ਜਿਹੜੀ ਆ ਉਹ ਕੀਤੀ ਆ। ਮਤਲਬ ਜੇ ਕੋਈ ਕਹੇ ਕਿ ਦੇਖੋ ਜੀ ਸੰਯੁਕਤ ਕਿਸਾਨ ਮੋਰਚੇ ਨੂੰ ਕੁਝ ਨਹੀਂ ਆਉਂਦਾ, ਇਹਨਾਂ ਨੂੰ ਰਾਜਨੀਤੀ ਦਾ ਨਹੀਂ ਪਤਾ, ਮੈਂ ਵਾਰ-ਵਾਰ ਕਹਿਣਾ ਜੋ ਰਾਜਨੀਤੀ ਕਿਸਾਨ ਆਗੂਆਂ ਨੂੰ ਆਉਂਦੀ ਆ ਉਹ ਇਹਨਾਂ ਪੋਲੀਟੀਸ਼ੀਅਨਾਂ ਨੂੰ ਆਉਂਦੀ ਨਹੀਂ। ਉਹਨਾਂ ਨੇ ਰਾਜਨੀਤੀ ਅਜਿਹੀ ਘੜੀ ਉਸ ਰਾਜਨੀਤੀ 'ਚ ਇਹਨਾਂ ਸਾਰੀ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਯਾਨੀ ਕਿ ਪਾਰਲੀਮੈਂਟ 'ਚ ਇਹ ਜਿਹੜਾ ਵੀ 750 ਦੇ ਲਗਭਗ ਪੌਣੇ 800 ਬੈਠਾ ਸਾਰਿਆਂ ਨੂੰ ਜਿਹੜਾ ਉਹ ਭੰਬਲ ਭੂਸੇ 'ਚ ਪਾਤਾ। ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਜਾਈਏ ਤੇ ਕਿੱਧਰ ਜਾਈਏ। ਜਿੱਦਾਂ ਕਿਸੇ ਗੱਡੀ ਦਾ ਜਾਂਦੀ ਦਾ ਬਹੁਤ ਵੱਡਾ ਐਕਸੀਡੈਂਟ ਹੋ ਜਾਵੇ ਨਾ ਤਾਂ ਵਿੱਚ ਜਿਹੜੇ ਬਚਣ ਉਹ ਸਿਰ ਜੇ ਹਿਲਾਉਂਦੇ ਬਾਹਰ ਨਿਕਲਦੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਹੋਇਆ ਕੀ ਆ, ਕਿਹਦੇ ਕਿੱਥੇ ਲੱਗੀ ਆ। ਉਹ ਹਾਲਤ ਬਣੀ ਪਈ ਆ ਸੱਤਾਧਾਰੀ ਧਿਰ ਦੀ ਤੇ ਵਿਰੋਧੀ ਧਿਰ ਦੀ। ਜਿਹੜਾ ਪੌਣੇ 800 ਮੈਂਬਰ ਪਾਰਲੀਮੈਂਟ ਆ ਸਾਰੇ ਨੂੰ ਸਮਝ ਨਹੀਂ ਆ ਰਹੀ ਕਿ ਅੱਗੇ ਦਿਸ਼ਾ ਤੇ ਦਸ਼ਾ ਜਿਹੜੀ ਆ ਉਹ ਸਾਡੀ ਰਾਜਨੀਤੀ ਦੀ ਕਿਹਨੇ ਤੈਅ ਕਰਨੀ, ਸਾਡੀ ਪਾਰਟੀ ਨੇ ਤੈਅ ਕਰਨੀ ਜਾਂ ਕਿਸਾਨ ਆਗੂਆਂ ਨੇ ਤੈਅ ਕਰਨੀ, ਤੇ ਜਾਣਾ ਤੇ ਕਿੱਧਰ ਜਾਣਾ ਵਾ। ਇਹ ਹਾਲਾਤ ਬਣ ਚੁੱਕੀ ਹੈ ਜੀ। ਪਰ ਜਿਸ ਤਰ੍ਹਾਂ ਹੁਣ ਇਹ ਵੀਡੀਓ ਨੂੰ ਲੈ ਕੇ ਦੋਨੇ ਤਰ੍ਹਾਂ ਸੁਰਿੰਦਰਵੀਰ ਦਾਅਵਾ ਕਰ ਰਹੀਆਂ ਨੇ, ਇੱਕ ਪਾਸੇ ਰਾਹੁਲ ਕਹਿ ਰਿਹਾ ਕਿ ਸੰਸਦ ਦੇ ਬਾਹਰ ਵੀ ਮਾਰਸ਼ਲ ਬਣਾ ਕੇ ਸਾਨੂੰ ਕਟਵਾਇਆ ਗਿਆ, ਸਾਡੀਆਂ ਮਹਿਲਾਵਾਂ ਦੀ ਸੰਸਦ ਦੇ ਰਾਜ ਸਭਾ ਦੇ ਅੰਦਰ ਧੱਕਾ ਮੁੱਕੀ ਕੀਤੀ ਗਈ ਹੈ, ਬਾਹਰ ਮਾਰਸ਼ਲ ਬੁਲਾ ਕੇ ਸਾਨੂੰ ਕਟਵਾਇਆ ਗਿਆ, ਇਹ ਦੋਸ਼ ਰਾਹੁਲ ਲਾ ਰਿਹਾ। ਤੇ ਦੂਸਰਾ ਸੰਸਦ ਦੇ ਅਪਮਾਨ ਦਾ ਜਿਹੜਾ ਹੈਗਾ ਦੋਸ਼ ਜਿਹੜੀ ਹੈ ਉਹ ਸੱਤਾਧਾਰੀ ਭਾਜਪਾ ਲਾ ਰਹੀ ਹੈ। ਸ਼ਾਇਦ ਕੋਈ ਇਹਦੇ 'ਚ ਸਪੈਸ਼ਲ ਕਮੇਟੀ ਬੈਠੇ ਜਿਹੜੀ ਆਉਣ ਵਾਲੇ ਸਮੇਂ 'ਚ ਕੋਈ ਐਕਸ਼ਨ ਇਸ ਤੇ ਲਵੇ। ਪਰ ਇਸ ਦੌਰਾਨ ਜੇ ਗੱਲ ਕਰੀਏ ਟਵਿੱਟਰ ਦੀ, ਟਵਿੱਟਰ ਨੇ ਰਾਹੁਲ ਗਾਂਧੀ ਸਮੇਤ 500 ਦੇ ਕਰੀਬ ਜਿਹੜੇ ਕਾਂਗਰਸੀ ਨੇ ਉਹਨਾਂ ਦੇ ਖਾਤੇ ਬਲੌਕ ਕਰ ਦਿੱਤੇ। ਤੈਸ਼ ਦੇ ਵਿੱਚ ਆਏ ਫਿਰ ਕਾਂਗਰਸੀਆਂ ਨੇ ਆਪਣੇ ਜਿਹੜੇ ਅਕਾਊਂਟ ਸੀ ਉਹਨਾਂ ਦੇ ਨਾਂ ਟਵਿੱਟਰ ਰਾਹੁਲ ਗਾਂਧੀ ਨੂੰ ਸੌਂਪ ਦਿੱਤੇ ਤੇ ਉਹਨਾਂ ਦੀਆਂ ਜਿਹੜੀਆਂ ਆਈਡੀਜ਼ ਨੇ ਉਹਨਾਂ ਦੀ ਪ੍ਰੋਫਾਈਲ ਫੋਟੋ ਰਾਹੁਲ ਗਾਂਧੀ ਨੂੰ ਸਮਰਪਿਤ ਕਰ ਦਿੱਤੀ। ਸੋ ਟਵਿੱਟਰ ਇਸ ਮਾਮਲੇ 'ਚ ਫਸਿਆ ਹੋਇਆ, ਕਿਤੇ ਨਾ ਕਿਤੇ ਸੱਤਾਧਾਰੀ ਸਰਕਾਰ ਨਾਲ ਉਹਦੇ ਸਿੰਘ ਫਸ ਰਹੇ ਨੇ, ਸੁਪਰੀਮ ਕੋਰਟ ਦੀ ਰੂਲਿੰਗ ਦੇ ਮਾਮਲੇ 'ਚ ਉਹਦੇ ਸਿੰਘ ਫਸ ਰਹੇ ਨੇ। ਹੁਣ ਕਾਂਗਰਸ ਨੇ ਦੋਸ਼ ਲਾਏ ਨੇ ਕਿ ਟਵਿੱਟਰ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਖੁਸ਼ ਕਰਨ ਲਈ ਸਾਡੇ ਟਵਿੱਟਰ ਅਕਾਊਂਟ ਬਲੌਕ ਕੀਤੇ ਨੇ, ਕਿਉਂਕਿ ਅਸੀਂ ਆਪਣੀ ਗੱਲ ਕਹਿਣ ਦੇ ਲਈ ਜਿਹੜਾ ਮੰਚ ਵਰਤਦੇ ਆ ਉਹ ਮੰਚ ਵੀ ਸਾਡੇ ਤੋਂ ਖੋਇਆ ਜਾ ਰਿਹਾ। ਸੋ ਰਾਹੁਲ ਗਾਂਧੀ ਨੇ ਆਖਿਆ ਕਿ ਉਹਦਾ ਟਵਿੱਟਰ ਅਕਾਊਂਟ ਬੰਦ ਕੀਤਾ ਗਿਆ। ਦਿੱਲੀ ਕਾਂਗਰਸ ਨੇ ਫੇਸਬੁੱਕ ਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਰਾਹੁਲ ਦਾ ਟਵਿੱਟਰ ਬਲੌਕ ਕੀਤੇ ਹੋਣ ਦਾ ਸੰਦੇਸ਼ ਦਾ ਸਕਰੀਨਸ਼ਾਟ ਪਾਇਆ ਗਿਆ। ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੇ ਰੋਹਨ ਗੁਪਤਾ ਨੇ ਜੋ ਮੁਖੀ, ਉਹਨਾਂ ਨੇ ਵੀ ਆਖਿਆ ਕਿ ਉਹਨਾਂ ਦੀ ਪਾਰਟੀ ਦਾ ਜਿਹੜਾ ਅਧਿਕਾਰਤ ਟਵਿੱਟਰ ਅਕਾਊਂਟ ਹੈ ਤੇ ਰਾਹੁਲ ਤੇ ਉਸਦੇ ਸਮੇਤ 5 ਨੇਤਾਵਾਂ ਦੇ ਵਰਕਰਾਂ ਦੇ 5000 ਖਾਤੇ ਬੰਦ ਕੀਤੇ ਗਏ ਨੇ, ਕਿਉਂਕਿ ਟਵਿੱਟਰ ਦੇ ਉੱਤੇ ਸਰਕਾਰ ਦਾ ਦਬਾਅ ਹੈ। ਇਸ ਕਰਕੇ ਕਾਂਗਰਸੀ ਨੇਤਾਵਾਂ ਦੇ ਬੋਲਣ ਦੀ ਆਜ਼ਾਦੀ, ਫਰੀडम ਆਫ ਐਕਸਪ੍ਰੈਸ਼ਨ ਤੇ ਇਹ ਡਾਕਾ ਹੈ ਜੋ ਬੀਜੇਪੀ ਸਰਕਾਰ ਨੇ ਟਵਿੱਟਰ ਦੇ ਰਾਹੀਂ ਮਾਰਿਆ। ਖਾਸ ਕਰਕੇ ਰਾਹੁਲ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ KC ਵੇਣੂਗੋਪਾਲ, ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ, ਜਨਰਲ ਸਕੱਤਰ ਅਜੇ ਮਾਕਨ, ਜਤਿੰਦਰ ਸਿੰਘ, ਮੈਂਬਰ ਪਾਰਲੀਮੈਂਟ ਮਨੀਕਮ ਟੈਗੋਰ, ਮਹਿਲਾ ਕਾਂਗਰਸ ਪ੍ਰਧਾਨ ਸੁਸ਼ਮਿਤਾ ਦੇਵ ਸਮੇਤ ਹੋਰ ਲੋਕਾਂ ਦੇ ਇਹ ਜਿਹੜੇ ਟਵਿੱਟਰ ਅਕਾਊਂਟ ਨੇ ਇਹ ਬੰਦ ਕੀਤੇ ਗਏ ਨੇ। ਇਸ ਦੌਰਾਨ ਆਪਾਂ ਤਾਂ ਆਪਣਿਆਂ ਨੂੰ ਰੋਈ ਜਾਂਦੇ ਕਿ ਸਾਡੇ ਖਾਤੇ ਬੰਦ ਕਰ ਦਿੱਤੇ, ਇੱਥੇ ਦੇ ਕਲੰਗੀਆਂ ਵਾਲੇ ਰੁੜੇ ਫਿਰਦੇ ਆ। ਸਵਾਗਤ ਹੈ ਸਰ ਤੁਹਾਡਾ, ਵੈਲਕਮ। 29 ਨੰਬਰ
ਮੈਂ ਸਿੰਘ ਪੂਨੀਆ ਬੇਨਤੀ ਕਰਦਾ ਬਾਈ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਪੂਨੀਆ ਸਾਹਿਬ, ਕੀ ਔਰ ਸਾਰੇ ਸਰੋਤਿਆਂ ਨੂੰ ਟੋਕਰੇ ਭਰ ਭਰ ਕੇ ਪੰਜਾਬੀਆਂ ਵਾਲੇ ਪਿਆਰ। ਔਰ ਮੈਂ ਤਾਂ ਉਹ ਗੱਲ ਕਰਦਾ, ਸੰਸਦਾਂ ਨਾਲ ਤਾਂ ਨਾ ਆ ਜਿਹੜੇ ਬੈਠੇ ਆ 700 ਦਿੱਲੀ ਸੰਸਦ ਦੇ ਵਿੱਚ, ਉਹਨਾਂ ਨਾਲ ਤਾਂ ਨਾ ਜਿਵੇਂ ਜੱਟ ਨੇ ਇੱਕ ਬਾਹਮਣ ਨਾਲ ਕਰੀ ਸੀ ਪੰਡਤ ਨਾਲ। ਜੱਟ ਦਾਣੇ ਦੂਣੇ ਕੱਢ ਕੇ ਵਿਹਲਾ ਹੋ ਕੇ ਕਹਿੰਦਾ ਚੱਲ ਗੰਗਾ ਹੀ ਨਾ ਆਈਏ। ਅੱਛਾ। ਤੇ ਉਹਨਾਂ ਸਮਿਆਂ 'ਚ ਗੰਗਾ ਬੜੀ ਮਸ਼ਹੂਰ ਹੁੰਦਾ ਸੀ ਨਹਾਉਣ ਦਾ। ਤੇ ਭਾਈ ਜੱਟ ਜਾ ਰਿਹਾ ਸੀ, ਉਹ ਪੰਡਤ ਦੇ ਪੈਰੀ ਹੱਥ ਲਾਉਣ ਚਲਾ ਗਿਆ। ਪੰਡਤ ਕਹਿੰਦਾ ਮੈਂ ਧੰਨਾ ਸਿਆ ਚੱਲਿਆ ਤਾਂ ਹੈਗੇ ਆ, ਮੇਰੀ ਪੌੜੀ ਲੈ ਜਾ ਚਵੰਨੀ, ਮੈਨੂੰ ਸੰਖ ਲਿਆ ਦੀ। ਉਹ ਕਹਿੰਦਾ ਭਰਾਵਾ ਕੋਈ ਗੱਲ ਨਹੀਂ, ਸੰਖ ਲਿਆ ਦਾਂਗੇ। ਹੁਣ ਜੱਟ ਮਾਰਿਆ ਪਿਆ ਸੀਗਾ ਵਿਚਾਰਾ, 2-2.5 ਮਹੀਨੇ ਕਣਕ ਦੀ ਵਾਢੀ ਦਾਣਿਆਂ ਦਾ। ਤੇ ਭਾਈ ਉਹ ਜਦੋਂ ਫਲਸੇ ਲਾਉਂਦੇ ਹੁੰਦੇ, ਬਲਦਾਂ ਨਾਲ ਗਾਉਂਦੇ ਹੁੰਦੇ, ਉਹ ਤਾਂ ਕਿਉਂ ਲੱਗਿਆ ਜੀ ਗੋਤੇ ਮਾਰਨ। ਜੱਟ ਤਾਂ ਭਾਈ ਪੰਡਤ ਦਾ ਸੰਖ ਭੁੱਲ ਗਿਆ, ਸੰਖ ਭੁੱਲ ਗਿਆ। ਰਾਤ ਨੂੰ ਤੁਰਿਆ ਆਉਂਦਾ ਪਿੰਡ ਕੋਲ ਆ ਕੇ ਕਲਰਾਂ ਦੇ ਵਿੱਚ ਚਾਨਣੀ ਰਾਤ ਨੂੰ ਤਾਂ ਗਧੇ ਦੀ ਕਸ਼ੋਪਰੀ ਚਮਕ ਗਈ। ਅੱਛਾ ਜੀ, ਗਧੇ ਦੀ ਕਸ਼ੋਪਰੀ ਚਮਕ ਗਈ। ਓਹੋ ਕਹਿੰਦਾ ਤੇਰੀ, ਕਹਿੰਦਾ ਪੰਡਤ ਦਾ ਯਾਰ ਪਤਾ ਸੰਖ ਭੁੱਲੇ। ਜੱਟ ਕੋਲੇ ਸਮੋਸਾ ਸੀ, ਪੂੰਝ ਪਾਂਝ ਕੇ ਉਹਦੇ ਮਾਰ ਕੇ ਛਿੱਕੇ ਛੁੱਕੇ ਚਿਲਕਦਾ ਕੱਢ ਕੇ ਹੁਣੀ ਫੜਾਇਆ ਤੜਕੇ ਪੈ ਜੋ ਬਾਹਮਣ ਨੂੰ ਕੀ ਪਤਾ ਆਪਾਂ ਨੂੰ ਘੇਰਾ ਪਾ ਕੇ ਖੜ ਜੇ। ਉਹਨੂੰ ਭਾਈ ਕੱਪੜੇ ਲਪੇਟ ਕੇ ਪੰਡਤ ਨੂੰ ਫੜਾਏ ਆ। ਹਾਂ ਪੰਡਤ ਨੂੰ ਚਾਅ ਚੜ ਗਿਆ, ਕਿਆ ਬਾਤ ਹੈ ਜਜਮਾਨ, ਕਿਆ ਬਾਤ ਹੈ ਜਜਮਾਨ। ਉਹ ਭਾਈ ਤੜਕੇ ਨੂੰ ਨਾਦ ਜੇ ਪੂਰੇ ਉਹਨੇ ਚੀਰ ਖੱਡਾ ਜਾ ਕਰਦੇ ਹੁੰਦੇ ਜਿਹੜੇ ਉਹ 4 ਖੁੰਝੇ ਜੇ, ਉਹਨੇ ਤਾਂ ਜੀ ਪਾਣੀ ਪੂਣੀ ਛਿੜਕ ਕੇ ਅੱਧੀ ਰਾਤ ਲੱਗਿਆ ਪੰਡਤ ਨਹਾਉਣ, ਨਾ ਪੰਡਤ ਨੇ ਟੱਬਰ ਸੌਣ ਦਿੱਤਾ। ਉਹ ਜਦੋਂ ਨਾਦ ਪੂਰ ਕੇ ਲੱਗਿਆ ਨਾ ਜੀ ਸੰਖ ਵਜਾਉਣ, ਉਹਨੇ ਚਾਰੇ ਪਾਸਿਓਂ ਫੂਕਾਂ ਮਾਰੀਆਂ ਵੀ ਸਾਰਾ ਵੱਜਦਾ ਹੈ ਹੀ ਨਹੀਂ। ਪੰਡਤ ਦੇ ਤਾਂ ਜੀ ਕੰਨਾਂ 'ਚੋਂ ਬੀਂਡੇ ਬੋਲਣ ਲੱਗ ਗਏ। ਉਹ ਜ਼ੋਰ ਦੀਆਂ ਫੂਕਾਂ ਮਾਰੇ, ਕਹਿੰਦਾ ਯਾਰ ਵੱਜਦਾ ਪਤਾ ਨਹੀਂ ਕਿਉਂ ਨਹੀਂ। ਕਹਿੰਦਾ ਬਹਿ ਗਿਆ, ਕਸ਼ੋਪਰੀ ਕਹਿੰਦੀ ਹੈ ਅੱਗੋਂ, ਕਹਿੰਦੀ ਬਹਿ ਗਿਆ ਭਗਤ ਦਾ ਬੇੜਾ। ਕਦੇ ਤਾਂ 12-12 ਕੋਹ ਸੁਣਦੇ ਸੀ ਜਦੋਂ ਜਿਉਂਦੇ ਹੁੰਦੇ ਸੀ। ਇਹਨਾਂ ਨਾਲ ਤਾਂ ਭਾਈ ਸੰਖ ਵਾਲੀ ਕਰਤੀ ਜੱਟਾਂ ਨੇ। ਇਹਨਾਂ ਤੋਂ ਨਹੀਂ ਹੁਣ ਸਮਝ ਆਉਂਦੀ ਇਹਨਾਂ ਨੂੰ ਵੀ ਕਿਹੜੇ ਪਾਸਿਓਂ ਫੂਕ ਮਾਰੀਏ ਜੱਟਾਂ ਨੂੰ, ਕਿਵੇਂ ਸਮਝੌਤਾ ਕਰੀਏ। ਥੈਂਕ ਯੂ, ਮਿਹਰਬਾਨੀ, ਹਸਾਉਣੀ ਵਧੀਆ ਤੁਹਾਡੀ। ਸੋ ਬਿਲਕੁਲ ਇਹਦੇ 'ਚ ਦੇਖੋ, ਇਹ ਜਿਹੜਾ ਦਬਾਅ ਆ ਨਾ, ਨਹੀਂ ਕੀ ਹੁੰਦਾ ਸੀ ਕਿਉਂਕਿ ਇਹਨਾਂ ਤੇ ਆਪਣਾ ਪ੍ਰੈਸ਼ਰ ਹੈ। ਕੁਛ ਵਾਕਆਊਟ ਰਲਿਆ ਮਿਲਿਆ ਜਿਹੜਾ ਸੀਗਾ, ਨੂਰਾ ਕੁਸ਼ਤੀ ਕਰ ਜਾਂਦੇ ਸੀਗੇ, ਇਹ ਕਰਕੇ ਚਲੇ ਜਾਂਦੇ ਸੀ। ਪਰ ਹੁਣ ਜਿਹੜਾ ਕਿਉਂਕਿ ਇਲੈਕਸ਼ਨ ਸੂਬਿਆਂ 'ਚ ਵੀ ਹੈ, ਜਿਹੜੀ ਧਿਰ ਉੱਥੋਂ ਆਪਣਾ ਪੱਖ ਨਹੀਂ ਰੱਖਦੀ, ਵਾਕਆਊਟ ਕਰਕੇ ਭੱਜਦੀ ਹੈ, ਉਹਨੂੰ ਫਿਰ ਬਾਹਰ ਆ ਕੇ ਅਗਲੇ ਪੁੱਛਦੇ ਨੇ ਕਿ ਪਰਫਾਰਮੈਂਸ ਕੀ ਹੈ। ਖੈਰ ਹੁਣ ਸੁਰਿੰਦਰ ਵੀਰ ਇੱਕ ਤਾਂ ਇਹ ਦੱਸੋ ਕਿ ਇਹ ਜਿਹੜਾ ਪਬਲਿਕ ਵਿਪ ਜਾਰੀ ਕੀਤਾ ਸੀ, ਵਿਰੋਧੀਆਂ ਦੀ ਕਾਰਵਾਈ ਤੋਂ ਮੇਰਾ ਖਿਆਲ ਹੈ ਕਿਸਾਨ ਸੈਟੀਸਫਾਈ ਹੋਣਗੇ ਕਿ ਚੰਗਾ ਭਾਈ ਜੇ ਸਾਨੂੰ ਨੇ ਤੁਸੀਂ ਜੰਤਰ ਮੰਤਰ ਤੇ ਸੰਸਦ ਕਰਨ ਦਿੱਤੀ, ਕਿਸਾਨ ਸੰਸਦ, ਤੇ ਸੰਸਦ ਫਿਰ ਮੋਦੀ ਸਾਹਿਬ ਵਾਲੀ ਵੀ ਨਹੀਂ ਚੱਲੀ। ਬਿਜਲੀ ਸਬਸਿਡੀ ਬਿੱਲ ਜਿਹੜਾ ਅਹਿਮ ਬਿੱਲ ਸੀ ਉਹ ਰਹਿ ਗਿਆ। ਬਾਕੀ ਜਿਹੜੇ ਹੋਰ ਬਿੱਲ ਸੀਗੇ ਏਅਰਪੋਰਟ ਵੇਚਣ ਦੇ ਜਾਂ ਹੋਰਾਂ ਦੇ, ਉਹ ਪਾਸ ਕਰ ਦਿੱਤੇ। OBC ਦੇ ਵਾਸਤੇ ਜਿਹੜਾ ਜ਼ਰੂਰੀ ਬਿੱਲ ਸੀਗਾ ਉਹ ਬਿੱਲ ਵੀ ਪਾਸ ਕਰ ਦਿੱਤਾ ਗਿਆ, OBC ਰਿਜ਼ਰਵੇਸ਼ਨ ਦਾ, BC ਰਿਜ਼ਰਵੇਸ਼ਨ ਦਾ, ਸੌਰੀ। ਸੋ ਇਸ ਦੌਰਾਨ ਕੀ ਕਿਸਾਨ ਧਿਰਾਂ ਸੈਟੀਸਫਾਈ ਰਹੀਆਂ ਨੇ ਵਿਰੋਧੀ ਧਿਰ ਦੇ ਇਸ ਸਾਰੇ ਡਰਾਮੇ ਤੋਂ ਜਾਂ ਰੌਲੇ ਰੱਪੇ ਤੋਂ ਜਾਂ ਕਾਰਗੁਜ਼ਾਰੀ ਤੋਂ? ਇੱਕ ਹੁਣ ਜਿਵੇਂ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਨੇ ਦੋਸ਼ ਲਾਇਆ ਕਿ ਉਹਨਾਂ ਦੇ ਤੇ ਉਹਨਾਂ ਦੇ 500 ਨੇਤਾਵਾਂ ਸਮੇਤ 5000 ਅਕਾਊਂਟ ਨੇ ਜਿਹੜੇ ਉਹ ਬੰਦ ਕੀਤੇ ਗਏ ਨੇ। 500 ਨੇਤਾਵਾਂ ਦੇ ਤੇ ਟੋਟਲ ਵਰਕਰਾਂ ਦੇ 5000 ਦੇ ਕਰੀਬ ਖਾਤੇ ਸਾਡੇ ਬੰਦ ਕੀਤੇ ਗਏ ਨੇ ਟਵਿੱਟਰ ਦੀ ਤਰਫੋਂ। ਤੇ ਕਿਵੇਂ ਵੇਖਦੇ ਹੋ ਇਸ ਵਰਤਾਰੇ ਨੂੰ? ਜੀ ਸੁਰਿੰਦਰ ਜੀ ਕੰਟੀਨਿਊ ਪਲੀਜ਼। ਵੈਸੇ ਕਾਂਗਰਸੀਆਂ ਨੂੰ ਪੁੱਛੇ ਤੇ ਤੁਸੀਂ ਵੀ ਤਾਂ ਐਮਰਜੈਂਸੀ ਲਾਈ ਸੀ ਤੁਹਾਡੀ ਇੰਦਰਾ ਨੇ, ਤੇ ਉਸ ਦੌਰਾਨ ਤੁਸੀਂ ਵੀ ਤਾਂ ਬੜਿਆਂ ਦੇ ਗਲ ਬੰਦ ਕੀਤੇ ਸੀਗੇ, ਅੱਜ ਪਛਤਾਉਂਦੇ ਹੋ। ਦੇਸ਼ ਦੇ ਵਿੱਚ IT ਕਾਨੂੰਨ ਤੁਸੀਂ ਲਿਆਂਦਾ ਕਿਹੜਾ? ਜਦੋਂ ਤੁਹਾਡੀ ਸਰਕਾਰ ਸੀ ਉਦੋਂ ਇਕੱਲਾ ਪੰਜਾਬ ਟੂਡੇ ਚੱਲਦਾ ਸੀ, ਹੁਣ PTC ਜਾਂ ਹੁਣ ਅਰਨਬ ਗੋਸਵਾਮੀ ਚੱਲਦਾ। ਕੀਤਾ ਤੇ ਤੁਸੀਂ ਵੀ ਕੁਛ ਨਹੀਂ। ਬਦਕਿਸਮਤੀ ਹੈ ਕਿ 2 ਮਿਨਿਸਟਰ ਪੰਜਾਬ ਦੇ ਸੀ, ਅੰਬਿਕਾ ਸੋਨੀ ਤੇ ਮਨੀਸ਼ ਤਿਵਾੜੀ, IB ਮਿਨਿਸਟਰ ਸੀਗੇ ਇਨਫੋਰਮੇਸ਼ਨ ਤੇ ਬ੍ਰੌਡਕਾਸਟਿੰਗ। ਇਹਨਾਂ ਨੇ ਵੀ ਕੋਈ ਕਾਨੂੰਨ ਪ੍ਰੈਸ ਦੇ ਵਾਸਤੇ ਬਿਹਤਰ ਨਹੀਂ ਲਿਆਂਦਾ। ਇਹ ਵੀ ਉਦੋਂ ਇਹੀ ਕੜੀ ਘੋਲਦੇ ਰਹੇ ਨੇ ਜੋ ਇੰਦਰਾ ਨੇ ਐਮਰਜੈਂਸੀ ਦੀ ਘੋਲੀ ਸੀ, ਤੇ ਹੁਣ ਮੋਦੀ ਸਾਹਿਬ ਘੋਲ ਰਿਹਾ, ਤੇ ਪੰਜਾਬ 'ਚ ਕੈਪਟਨ ਤੇ ਬਾਦਲ ਘੋਲ ਰਹੇ ਨੇ। ਜਾਂ ਜਿਹਦਾ ਵੀ ਦੌਰ ਲੱਗਦਾ, ਆਮ ਆਦਮੀ ਪਾਰਟੀ ਕਿਹੜਾ ਘੱਟ ਘੋਲਦੀ ਆ। ਹੁਣ ਭਗਵੰਤ ਮਾਨ ਵੀ ਕਹਿੰਦਾ ਸੀ ਕਿ ਮੈਨੂੰ ਪੁੱਛ ਕੇ ਰੱਖੋ ਕਿਹੜਾ ਪੱਤਰਕਾਰ ਰੱਖਣਾ ਰੇਡੀਓ ਵਾਲੇ ਨੇ, ਕਿਹੜਾ ਨਹੀਂ ਰੱਖਣਾ। ਪ੍ਰੈਸ ਨੂੰ ਉਹ ਵੀ ਧਮਕੀਆਂ ਦਿੰਦਾ। ਜਾਣੀ ਨੇਤਾ ਕੋਈ ਘੱਟ ਨਹੀਂ ਕਰਦਾ। ਇਹਨਾਂ ਦੇ ਹੱਕ ਦੀਆਂ ਖਬਰਾਂ ਲਾਓ ਤੇ ਠੀਕ ਹੈ,
ਜਿਹੜੀ ਵਿਰੋਧ 'ਚ ਇਹਨਾਂ ਦੇ ਖਬਰ ਜਾਂਦੀ ਆ ਤਿਲ ਮਿਲਾ ਜਾਂਦੇ ਨੇ। ਹੁਣ ਜਿਵੇਂ ਕਾਂਗਰਸ ਨੂੰ ਫਰੀਡਮ ਆਫ ਐਕਸਪ੍ਰੈਸ਼ਨ ਤੋਂ ਟਵਿੱਟਰ ਨੇ ਲਾਂਭੇ ਕੀਤਾ, ਕੀ ਵੇਖਦੇ ਹੋ ਇਹਨਾਂ ਵਰਤਾਰਿਆਂ ਤੇ? ਕੀ ਕਿਸਾਨ ਵਿਰੋਧੀ ਧਿਰ ਦੀ ਪਾਰਲੀਮੈਂਟ ਦੀ ਕਾਰਗੁਜ਼ਾਰੀ ਤੋਂ ਸੈਟੀਸਫਾਈ ਹੋਣਗੇ ਜਾਂ ਨਹੀਂ? ਜੀ ਸੁਰਿੰਦਰ ਵੀਰ। ਪਹਿਲੀ ਗੱਲ ਤੇ ਇਹ ਹੈ ਕਿ ਜਿੱਥੋਂ ਤੱਕ ਤੁਸੀਂ 2 ਮਿਨਿਸਟਰਾਂ ਦਾ ਨਾਮ ਲਿਆ, ਦੋਨਾਂ ਦਾ ਜਿਹੜਾ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਸੀ ਉਹਨਾਂ ਨਹੀਂ ਕੀਤਾ। ਦੂਸਰੀ ਗੱਲ, ਇਸ ਤੋਂ ਅਗਲੀ ਜਿਹੜੀ ਆ ਗੱਲ ਐਮਰਜੈਂਸੀ ਦੀ ਚੱਲੀ ਆ। ਐਮਰਜੈਂਸੀ 'ਚ ਜੋ ਕੁਝ ਕਾਂਗਰਸ ਨੇ ਕੀਤਾ ਉਹ ਭੁਗਤ ਰਹੀ ਆ। ਠੀਕ ਆ, ਮੌਕੇ ਤੇ ਅਸਰ ਬਹੁਤਾ ਨਹੀਂ ਦਿਖਿਆ, ਪਰ ਕਈ ਵਾਰੀ ਦਵਾਈ ਜਿਹੜੀ ਉਹ ਏਦਾਂ ਦਾ ਰਿਐਕਸ਼ਨ ਕਰ ਜਾਂਦੀ ਆ ਕਿ ਲੰਬੇ ਸਮੇਂ ਬਾਅਦ ਉਹਦਾ ਅਸਰ ਜਿਹੜਾ ਉਹ ਦਿਖਾਈ ਦਿੰਦਾ। ਜੋ ਕੁਝ ਪੰਜਾਬ ਨਾਲ ਕਾਂਗਰਸ ਨੇ ਕੀਤਾ ਤੇ ਜੋ ਕੁਝ ਨਵੰਬਰ 1984 'ਚ ਪੂਰੇ ਇੰਡੀਆ 'ਚ ਕੀਤਾ ਉਹ ਕਿਤੇ ਭੁੱਲਿਆ ਜਾ ਸਕਦਾ? ਅੱਜ ਕਾਨਪੁਰ ਦੇ ਵਿੱਚ ਇੱਕ ਮਕਾਨ ਆ, ਜਿਹੜਾ ਮਕਾਨ ਦੇ ਵਿੱਚ ਇੱਕ ਪਰਿਵਾਰ ਦੇ 4 ਮੈਂਬਰਾਂ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ ਗਿਆ ਸੀ। ਯਾਨੀ ਕਿ ਦਿੱਲੀ ਤੋਂ ਬਾਅਦ ਸਭ ਤੋਂ ਵੱਡਾ ਕਤਲੇਆਮ ਕਾਨਪੁਰ 'ਚ ਸਿੱਖਾਂ ਦਾ ਹੋਇਆ ਸੀ। ਠੀਕ ਹੈ, ਉਸ ਘਰ ਦੇ ਵਿੱਚੋਂ ਕੀ ਹੋਇਆ ਕਿ ਉਹ ਚਲੋ ਪਰਿਵਾਰ ਦਾ ਜਿਹੜਾ ਇੱਕ ਅੱਧਾ ਮੈਂਬਰ ਬਚਿਆ ਉਹ ਨਿਕਲ ਗਿਆ। ਬਾਅਦ 'ਚ ਉਹਨੇ ਸਾਰਾ ਕੁਝ ਵੇਚ ਵੱਟ ਕੇ ਨਿਕਲ ਆਇਆ। ਗਵਾਂਢੀਆਂ ਨੇ ਖਰੀਦ ਲਿਆ। ਗਵਾਂਢੀਆਂ ਨੇ ਜਿਹੜੇ ਥੱਲੇ ਵਾਲੇ ਕਮਰੇ ਨੂੰ ਅੱਗ ਲਾਈ ਗਈ ਉਹਨੂੰ ਅੱਜ ਤੱਕ ਨਹੀਂ ਖੋਲਿਆ। ਉੱਪਰਲੇ ਠੀਕ ਕਰਕੇ ਉਹਦੇ 'ਚ ਰਹਿਣ ਲੱਗ ਗਏ ਤੇ ਨਾਲ ਦਾ ਘਰ ਉਹਨਾਂ ਦਾ। ਜਦੋਂ ਅੱਜ ਸਵੇਰੇ ਉਹ ਨਾਲ ਵਾਲਾ ਘਰ ਜਿਹੜਾ ਖੋਲਿਆ ਗਿਆ, ਹੇਠਲਾ ਕਮਰਾ, ਉਹਦੇ ਵਿੱਚੋਂ ਉਹਨਾਂ ਦੀਆਂ ਅਸਥੀਆਂ ਜਿਹੜੀਆਂ ਉਹ ਮਿਲੀਆਂ ਨੇ। ਠੀਕ ਹੈ, ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਨਲਾਇਕੀਆਂ ਸਰਕਾਰਾਂ ਦੀਆਂ ਕਿੱਥੋਂ ਤੱਕ ਨੇ। 1984 ਤੋਂ ਬਾਅਦ ਕਿੰਨੀਆਂ ਸਰਕਾਰਾਂ ਉੱਤਰ ਪ੍ਰਦੇਸ਼ 'ਚ ਬਣੀਆਂ, ਉਹ ਕਾਂਗਰਸ ਦੀਆਂ ਵੀ ਬਣੀਆਂ, ਬੀਜੇਪੀ BSP ਦੀਆਂ ਸਾਂਝੀਆਂ ਵੀ ਬਣੀਆਂ, ਕੱਲੀ BSP ਦੀ ਬਣੀ, ਮੁਲਾਇਮ ਸਿੰਘ ਯਾਦਵ ਦੀ 2 ਵਾਰੀ ਬਣ ਗਈ, ਕੱਲੀ BJP ਦੀ ਪਹਿਲਾਂ ਵੀ ਬਣ ਗਈ ਜਦੋਂ ਰਾਜਨਾਥ ਸਿੰਘ ਸੀ, ਤੇ ਹੁਣ ਵੀ ਆ ਕੇ ਜਿਹੜੀ ਆ ਇਹਨਾਂ ਦੇ ਨਾਲ ਵੀ ਹੁਣ ਯੋਗੀ ਆਦਿੱਤਿਆਨਾਥ ਦੀ ਵੀ ਬਣੀ। ਕੀ ਕਿਸੇ ਨੂੰ ਅੱਜ ਤੱਕ ਯਾਦ ਨਹੀਂ ਆਇਆ ਵੀ ਇਹ ਕਾਂਗਰਸ ਕੀ ਕੁਝ ਕਰਕੇ ਗਈ ਸੀ? ਇਸ ਕਰਕੇ ਕਾਂਗਰਸ ਨੇ ਜਿਹੜਾ ਬੀਜਿਆ ਸੀ ਉਹ ਵੱਢਿਆ। ਠੀਕ ਹੈ, ਹੁਣ ਜਿਹੜੀ ਕਾਂਗਰਸ ਮਾੜੀ ਮੋਟੀ ਬਚੀ ਆ ਉਹ ਬਚੀ ਇਸ ਕਰਕੇ ਆ ਕਿ ਕਿਉਂਕਿ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਉਹ ਕਿਸਾਨਾਂ ਨੇ ਨਿਭਾਤੀ। ਕੱਲੀ ਵਿਰੋਧੀ ਧਿਰ ਨਹੀਂ, ਸੱਤਾਧਾਰੀ ਧਿਰ ਦੀ ਵੀ ਉਹਨਾਂ ਨੇ ਨਿਭਾਤੀ। ਠੀਕ ਹੈ, ਹੁਣ ਅੱਗੇ ਉਹਦਾ ਵੀ ਜਵਾਬ ਦਊਂਗਾ ਕਿ ਕਿੱਦਾਂ ਨਿਭਾਈ ਗਈ ਆ ਤੇ ਕੀ ਕੁਛ ਉਹਨਾਂ ਸੱਤਾਧਾਰੀ ਧਿਰ ਨਾਲ ਕੀਤਾ। ਹੁਣ ਗੱਲ ਤੇ ਇਹ ਆ ਕਿ ਦੇਖੋ, ਹੁਣ ਟਵਿੱਟਰ ਨੂੰ ਰੋਂਦੇ ਆ। ਗੱਲ ਤੇ ਆ ਕਿ ਜੇ ਤੁਸੀਂ ਪਹਿਲਾਂ ਕੋਈ ਚੱਜ ਦਾ ਕੰਮ ਕੀਤਾ ਹੁੰਦਾ, ਕਾਨੂੰਨ ਚੱਜ ਦਾ ਲਿਆਂਦਾ ਹੁੰਦਾ, ਜਿਹਦੇ ਤੇ ਆਜ਼ਾਦੀ ਦਿੱਤੀ ਹੁੰਦੀ, ਤਾਂ ਘੱਟੋ ਘੱਟ ਇਹ ਸੀ ਕਿ ਅੱਜ ਇਹ ਕੁਛ ਇਹਨਾਂ ਨੂੰ ਕਰਨ ਦੀ ਜ਼ਰੂਰਤ ਨਾ ਪੈਂਦੀ, ਨਾ ਇਹਨਾਂ ਦੀ ਹਿੰਮਤ ਪੈਂਦੀ। ਜੇ ਕਰਦੇ ਤੇ ਲੋਕਾਂ ਘੇਰ ਲੈਣੇ ਸੀ, ਪਰ ਬਦਕਿਸਮਤੀ ਤੁਸੀਂ ਨਹੀਂ ਕੀਤਾ। ਜੇ ਨਹੀਂ ਕੀਤਾ ਤੇ ਅੱਜ ਭੁਗਤ ਰਹੇ ਹੋ। ਹੁਣ ਚਾਹੇ 2 ਦੇ ਟਵਿੱਟਰ ਬੰਦ ਹੋਣ ਤੇ ਜੇ 500 ਦੇ ਬੰਦ ਹੋਣ ਤੇ ਜੇ 5000 ਦੇ ਬੰਦ ਹੋਣ, ਫਿਰ ਇਹੀ ਕੁਛ ਹੋਏਗਾ। ਕਿਉਂਕਿ ਤੁਸੀਂ ਵੀ ਜਦੋਂ ਐਮਰਜੈਂਸੀ ਲਾਈ ਸੀ, ਗੱਲ ਕਿੱਡੀ ਕੋ ਸੀ? ਇੱਕ ਪ੍ਰਧਾਨ ਮੰਤਰੀ ਸੀ, ਪ੍ਰਧਾਨ ਮੰਤਰੀ ਦੀ ਚੋਣ ਜਿਹੜੀ ਸੀ ਉਹ ਰੱਦ ਕੀਤੀ ਗਈ ਸੀ। ਹੋਰ ਕਿਸੇ ਨੂੰ ਪ੍ਰਧਾਨ ਮੰਤਰੀ ਬਣਾ ਦਿੰਦੇ ਜਾਂ ਚੋਣਾਂ ਦਾ ਐਲਾਨ ਕਰਾ ਦਿੰਦੇ, ਗੱਲ ਤਾਂ ਏਡੀ ਕੋ ਸੀ। ਦੂਸਰੀ ਗੱਲ, 5-6 ਮਹੀਨੇ ਦੇ ਲਈ ਪ੍ਰਾਈਮ ਮਿਨਿਸਟਰ ਰਹਿ ਸਕਦੀ ਸੀ ਵਿਦਆਊਟ ਮੈਂਬਰ ਪਾਰਲੀਮੈਂਟ। ਉਹ ਰਹਿ ਜਾਂਦੀ। ਉਹਦੇ ਬਾਅਦ ਕੀ ਸੀ, ਉੱਥੇ ਚੋਣ ਕਰਾ ਲੈਂਦੀ, ਸਾਰਾ ਕੁਝ ਉਹਦੇ ਹੱਥ 'ਚ, ਚੋਣ ਦੁਬਾਰਾ ਜਿੱਤ ਕੇ ਆ ਜਾਂਦੀ। ਸੱਤਾਧਾਰੀ ਧਿਰ ਸੀਗੀ, ਗੱਲ ਤਾਂ ਕੁਝ ਨਹੀਂ ਸੀ। ਚੋਣ ਤੁਹਾਡੀ ਰੱਦ ਹੋਈ, ਰੱਦ ਹੋਣ ਤੋਂ ਬਾਅਦ ਤੁਸੀਂ ਉਹਨੂੰ ਸੁਪਰੀਮ ਕੋਰਟ 'ਚ ਨਹੀਂ ਲਿਆਏ, ਕਿਤੇ ਨਹੀਂ ਲਿਆਏ ਵੀ ਇਲਾਹਾਬਾਦ ਹਾਈ ਕੋਰਟ ਨੇ ਸਾਡੇ ਨਾਲ ਕੀ ਕੀਤਾ, ਤੁਸੀਂ ਚੱਕ ਕੇ ਰਾਤੋਂ ਰਾਤ ਐਮਰਜੈਂਸੀ ਠੋਕਤੀ ਤੇ ਐਮਰਜੈਂਸੀ ਠੋਕ ਕੇ ਪੂਰਾ ਭਾਰਤ ਜਿਹੜਾ ਉਹਨੂੰ ਸਿੱਕੇ ਤੇ ਟੰਗਿਆ। ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਸੱਤਾ ਨਾ, ਸੱਤਾ ਵੱਡੇ ਵੱਡੇ ਲੋਕਾਂ ਦੇ ਦਿਮਾਗ ਜਿਹੜੇ ਉਹ ਖਰਾਬ ਕਰ ਦਿੰਦੀ ਆ। ਹੁਣ ਆ ਗਈ ਗੱਲ ਕਿ ਕਿਸਾਨਾਂ ਨੇ ਇਹਨਾਂ ਨੂੰ ਸਿਖਾਇਆ ਕੀ ਹੈ ਤੇ ਕੀ ਕੁਝ ਹੋਇਆ। ਉਹਨੀਆਂ ਸਭ ਬੜੀ ਵਧੀਆ ਗੱਲ ਕਰਕੇ ਗਏ ਆ। ਗੱਲ ਏਦਾਂ ਸੀ ਕਿ ਪੰਡਤ ਜੀ ਨਾ ਕਥਾ ਕਰ ਰਿਹਾ ਸੀ। ਕਥਾ ਕਰਦਾ ਕਰਦਾ ਪੰਡਤ ਜੀ ਕਹਿੰਦਾ, ਜੇ ਕਿਸੇ ਨੂੰ ਜਿਉਂਦਾ ਨਿਓਲ ਜਿਹੜਾ ਉਹ ਟੱਕਰ ਜਾਵੇ, ਉਹਦੀ ਅਗਲੀ ਪੁਸ਼ਤ ਜਿਹੜੀ ਆ ਉਹ ਤੈਸ਼ ਨੈਸ਼ ਹੋ ਜਾਂਦੀ ਆ। ਕਹਿੰਦਾ ਜੇ ਮਰਿਆ ਹੋਇਆ ਨਿਓਲ ਕਿਸੇ ਨੂੰ ਦਿਖ ਜਵੇ, ਉਹਦੀਆਂ 5 ਕੁੱਲਾਂ ਜਿਹੜੀਆਂ ਨਾ ਉਹ ਨਾਸ ਹੋ ਜਾਂਦੀਆਂ, ਤੇ ਜੇ ਕੋਈ ਮਰੇ ਹੋਏ ਨਿਓਲ ਨੂੰ ਨਾ ਹੱਥ ਲਾ ਦੇਵੇ ਤੇ ਉਹਦੀਆਂ 7 ਕੁੱਲਾਂ ਜਿਹੜੀਆਂ ਉਹਨਾਂ ਦਾ ਉਹ ਤੈਸ਼ ਨੈਸ਼ ਹੋ ਜਾਂਦੀਆਂ, ਯਾਨੀ ਉਹਨਾਂ ਦਾ ਨਾਸ ਹੋ ਜਾਂਦਾ। ਜੱਟ ਨੇ ਸੋਚਿਆ ਵੀ ਇਹਨੇ ਬੜਾ ਦੁਖੀ ਕੀਤਾ, ਕੋਈ ਗੱਲ ਨਹੀਂ। ਜੱਟ ਨੇ ਕੀ ਕੀਤਾ, ਪੰਡਤ ਜੀ ਤੁਰਿਆ ਆਵੇ, ਜੱਟ ਨੇ ਮਰਿਆ ਨਿਓਲ ਸੀਗਾ ਉਹ ਲਪੇਟਿਆ ਕੱਪੜੇ 'ਚ ਲਈ ਜਾਵੇ ਤੇ ਪੰਡਤ ਜੀ ਅੱਗੇ ਆਉਂਦਾ ਸੀ, ਪੰਡਤ ਦੇ ਸਾਹਮਣੇ ਖੋਲ ਕੇ ਤੇ ਪੰਡਤ ਦਾ ਹੱਥ ਲਵਾਤਾ। ਕਹਿੰਦਾ, ਪੰਡਤ ਕਹਿੰਦਾ ਕੀ ਆ? ਕਹਿੰਦਾ ਜੀ ਤੁਸੀਂ ਕਥਾ ਕੀਤੀ ਸੀ, ਤੁਸੀਂ ਕਿਹਾ 7 ਕੁੱਲਾਂ ਨਾਸ ਹੁੰਦੀਆਂ ਨੇ, ਲਓ ਹੱਥ ਤਾਂ ਤੁਸੀਂ ਵੀ ਲਾਤਾ ਮਰੇ ਨਿਓਲ ਨੂੰ। ਠੀਕ ਹੈ, ਹੁਣ ਕਿਸਾਨਾਂ ਨੇ ਤੇ ਇਹਨਾਂ ਨਾਲ ਉਹ ਕੀਤੀ ਆ
ठीक है ना। हुण मरे न्योल नूं इन्हां ला लिया हत्थ, ठीक है। हुण इन्हां दियां पंज जे ते मरिया न्योल ही देख लैंदे फिर तो 5 कुल्लां दी गल सी, जे जिउंदा देख लैंदे फिर 1 कुल अगली दे नास होण दा खतरा सी। हुण तां मरे न्योल नूं हत्थ भी ला चुके ने ना, हत्थ भी किसानां ने लवाता। हुण तां 7 कुल्लां दा खतरा हो गया ना। ते 7 कुल्लां जेहड़ियां ਉਹ देख ला किन्ने 200 साल लंघने कि पौने 200 लंघने आ, ਉਹਦਾ ਅੰਦਾਜ਼ਾ ਲਾ ਲੈਣ। ਇਸ ਕਰਕੇ ਆ ਕਿ ਜੋ ਕੁਝ ਕੀਤਾ ਇਹਨਾਂ ਨੇ ਉਹ ਵੱਢ ਰਹੇ ਆ। ਕਾਂਗਰਸ ਨੇ ਲੰਬਾ ਸਮਾਂ ਕੀਤਾ, ਉਹ ਵੀ ਵੱਢ ਰਹੀ ਆ। ਤੇ ਇਹ ਜਿਹੜੀ ਧਿਰ ਸੀ ਇਹਨੇ ਥੋੜੇ ਸਮੇਂ 'ਚ ਉਹ ਕੁਝ ਕਰਤਾ ਜਿਹੜਾ ਨਹੀਂ ਸੀ ਕਰਨਾ ਚਾਹੀਦਾ, ਤੇ ਉਹ ਸਾਰਾ ਕੁਝ ਵੱਢ ਰਹੇ ਆ। ਠੀਕ ਹੈ, ਰਾਜਨੀਤੀ ਬਦਲ ਜਾਏਗੀ ਜਿਸ ਪਾਸੇ ਨੂੰ ਚੱਲ ਪਿਆ ਵਹਾਨ ਚੱਲ ਪਿਆ। ਇਹ ਜਦੋਂ ਤੁਰ ਪਿਆ ਪੂਰਾ ਇਹ ਰੁਕਣਾ ਨਹੀਂ। ਇਹ ਅੱਜ ਇਹ ਤਾਂ ਹਵਾ ਚੱਲੀ, ਜਦੋਂ ਹਨੇਰੀ ਬਣੀ ਝੱਖੜ ਬਣਿਆ, ਝੱਖੜ ਤੋਂ ਬਾਅਦ ਤੂਫਾਨ ਦਾ ਰੂਪ ਧਾਰਿਆ ਤੇ ਇਹਦੇ 'ਚ ਬਹੁਤ ਵੱਡੇ ਵੱਡੇ ਰੁਲ ਜਾਣੇ ਆ। ਆਪਾਂ ਦੇਖਿਆ ਜਦੋਂ ਕੋਈ ਵੇਵ ਚੱਲਦੀ ਆ, ਉਸ ਵੇਵ ਦੇ ਵਿੱਚ ਜਦੋਂ ਇਲੈਕਸ਼ਨਾਂ ਆ ਕੇ ਹੁੰਦੀਆਂ ਨੇ, ਉਸ ਇਲੈਕਸ਼ਨ ਦੇ ਵਿੱਚ ਵੱਡੇ ਵੱਡੇ ਧਿਰਾਂ ਜਿਹੜੀਆਂ ਉਹ ਰੁੜ ਜਾਂਦੀਆਂ ਨੇ। ਠੀਕ ਹੈ, 1977 'ਚ ਰੁੜੀਆਂ ਸੀ ਨਾ, ਕੀ ਹਾਲਾਤ ਬਣੀ ਸੀਗੀ। ਇਸ ਕਰਕੇ ਇਹ ਆ ਜਦੋਂ ਵੀ ਏਦਾਂ ਦੀਆਂ ਵੇਵਾਂ ਆਉਂਦੀਆਂ ਬਹੁਤ ਕੁਝ ਹੁੰਦਾ। ਆ 2 ਚੋਣਾਂ 'ਚ ਕਾਂਗਰਸ ਦਾ ਕੀ ਹੋਇਆ, 14 'ਚ ਤੇ 19 'ਚ ਇਹੀ ਕੁਝ ਹੋਇਆ ਨਾ। ਵੱਡੀਆਂ ਵੱਡੀਆਂ ਧਿਰਾਂ ਜਾਂਦੀਆਂ ਰਹੀਆਂ, ਖੁੱਡੇ ਲੈਣ ਲੱਗ ਗਈਆਂ। ਹੁਣ ਤਾਂ ਭਾਈ ਮਰੇ ਨਿਓਲ ਨੂੰ ਹੱਥ ਲਾ ਚੁੱਕੇ ਆ। ਹੁਣ ਤਾਂ ਪੰਡਤ ਜੀ ਨੂੰ ਪੁੱਛਣ ਵੀ ਕੁੱਲਾਂ ਜਿਹੜੀਆਂ ਉਹ ਕਿੱਦੀਆਂ ਦਾ ਨਾਸ ਹੋਣਾ। ਜਿਹਨੇ ਲਾਇਆ ਉਹਦੀਆਂ 7 ਆ, ਜਿਹਨੇ ਦੇਖਿਆ ਉਹਦੀਆਂ 5 ਨੇ, ਤੇ ਜਿਹਨੇ ਭਾਈ ਜਿਉਂਦਾ ਦੇਖਿਆ ਉਹਦੀਆਂ 2 ਕੁੱਲਾਂ ਦਾ ਰੌਲਾ ਵਾ। ਰੌਲਾ ਤਾਂ ਹੁਣ ਇੰਨਾ ਕੁ ਵਾ, ਉਹ ਆਪਣਾ ਬਹਿ ਕੇ ਫੈਸਲਾ ਕਰ ਲੈਣ, ਭਾਵੇਂ ਸੱਤਾਧਾਰੀ ਤੇਰਾ ਭਾਵੇਂ ਵਿਰੋਧੀ ਤੇਰਾ, ਨਾਸ ਤਾਂ ਹੋਣਾ ਹੀ ਹੋਣਾ। ਕਿਉਂਕਿ ਤੁਸੀਂ ਹੁਣ ਤੱਕ ਅਕਲ ਦਾ ਕੰਮ ਜਿਹੜਾ ਉਹ ਕੋਈ ਨਹੀਂ ਕੀਤਾ ਸਿਵਾਏ ਲੋਕਾਂ ਦਾ ਜਿਹੜਾ ਉਹ ਜਲੂਸ ਕੱਢਣ ਤੋਂ। ਜੀ ਤੁਸੀਂ ਗੱਲ ਕੀਤੀ 7 ਕੋਲਾਂ ਦੀ, ਪਰ ਸਿਆਸੀ ਤੌਰ ਤੇ ਅਜੇ ਸਟਰੋਂਗ ਪਾਰਟੀ ਹੈ। ਰਿਪੀਟ ਹੋਣ 'ਚ ਮੁਸ਼ਕਲ ਹੋ ਸਕਦੀ ਹੈ, ਪਰ ਲਾਂਭੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਾਰਟੀ ਦਾ ਜਿਹੜਾ ਕੇਡਰ ਜਾਂ ਇਹਨਾਂ ਦੀ ਜੋ ਥਿਊਰੀ ਹੈ ਨਾ, ਉਹ ਹੈ ਇਹਨਾਂ ਦਾ ਹਿੰਦੂ ਵੋਟ ਬੈਂਕ। ਹਿੰਦੂ ਵੋਟ ਬੈਂਕ ਦਾ ਵਹਿਮ ਉਹੀ ਹੈ ਕਿ ਆਪਣਾ ਮਾਰੂ ਛਾਵੇਂ ਸੁੱਟੂ, ਭਾਵੇਂ ਜੌਬ ਰਹੇ ਨਾ ਰਹੇ ਕੋਈ ਫਿਕਰ ਨਹੀਂ। ਚਲੋ ਰਾਮ ਮੰਦਰ ਦਾ ਮੁੱਦਾ ਸੀ ਜੋ ਬਾਬਰ ਨੇ ਕੀਤਾ ਸੀ ਧੱਕੇ ਨਾਲ, ਇਹਨਾਂ ਨੇ ਕਾਨੂੰਨ ਨਾਲ ਕਰ ਲਿਆ। ਨਿਬੜਨਾ ਚਾਹੀਦਾ ਸੀ, ਨਿਬੜ ਗਿਆ, ਸ਼ਾਂਤੀ ਬਣੀ ਵੀ ਹੈ ਦੋਨਾਂ ਧਿਰਾਂ ਤਰਫੋਂ। ਕਸ਼ਮੀਰ 'ਚ ਵੱਧ ਅਧਿਕਾਰ ਦੁਖਦੇ ਸੀਗੇ, ਉਹ ਖੋਲੇ। ਸਿਰਫ 2 ਬੰਦਿਆਂ ਨੇ ਜਾਇਦਾਦ ਖਰੀਦਿਆ। ਕੋਈ ਕਸ਼ਮੀਰ ਇੰਟਰਨੈਸ਼ਨਲ ਸਵਿਟਜ਼ਰਲੈਂਡ ਨਹੀਂ ਬਣ ਗਿਆ। ਹਾਲਾਤ ਅਜੇ ਵੀ ਉਹੀ ਨੇ। ਸੇਬ ਉਤਪਾਦਕਾਂ ਦੇ ਹਾਲਾਤ ਅਜੇ ਵੀ ਉਹੀ ਨੇ। ਰਿਲਾਇੰਸ ਲੁੱਟੀ ਜਾ ਰਿਹਾ, ਬਾਕੀ ਉਵੇਂ ਲੁੱਟੀ ਜਾ ਰਹੇ ਨੇ ਸੇਬ ਉਤਪਾਦਕਾਂ ਨੂੰ। ਹੁਣ ਜਿਵੇਂ 2024 ਦੀ ਤਿਆਰੀ ਦੇ ਵਿੱਚ ਵਿਰੋਧੀ ਧਿਰਾਂ ਜੁਟ ਗਈਆਂ ਨੇ। ਮਮਤਾ ਬੈਨਰਜੀ 5 ਦਿਨ ਦਿੱਲੀ ਲਾ ਕੇ ਗਈ ਹੈ, ਉਹਨੇ ਸਾਰੀਆਂ ਵਿਰੋਧੀ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ ਤੇ ਹੁਣ ਸੋਨੀਆ ਗਾਂਧੀ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨਾਲ ਗੱਲਬਾਤ ਕਰੇਗੀ। ਇਸ ਦੇ ਵਿੱਚ ਮਮਤਾ ਬੈਨਰਜੀ, ਉਧਵ ਠਾਕਰੇ, ਸਟਾਲਿਨ, ਸਾਊਥ ਵਾਲੇ, ਇਹ ਸਾਰੇ ਲੋਕ ਮੌਜੂਦ ਹੋਣਗੇ। 20 ਅਗਸਤ ਨੂੰ ਇਹ ਮੀਟਿੰਗ ਤੈਅ ਹੈ। ਇਸ ਵਰਚੁਅਲ ਮੀਟਿੰਗ ਦੇ ਵਿੱਚ ਜਿਹੜੀ ਕਾਂਗਰਸ ਦੀ ਇਹ ਪ੍ਰਧਾਨ ਸਭਾ ਲੈ ਰਹੇ ਨੇ ਮਮਤਾ ਬੈਨਰਜੀ, ਉਧਵ ਠਾਕਰੇ, ਵਿਰੋਧੀ ਧਿਰ ਦੇ ਨੇਤਾ ਸਾਰੇ ਬੁਲਾਏ ਗਏ ਨੇ। ਚੀਫ ਇਸ ਦੇ ਵਿੱਚ ਨੇ ਜਿਹੜੇ NCP ਦੇ ਸ਼ਰਦ ਪਵਾਰ ਹੋਣਗੇ, ਤਾਮਿਲਨਾਡੂ ਦੇ ਮੁੱਖ ਮੰਤਰੀ MK ਸਟਾਲਿਨ, ਝਾਰਖੰਡ ਦੇ ਹੇਮੰਤ ਸੋਰੇਨ, ਇਹਨਾਂ ਸਾਰਿਆਂ ਨੂੰ ਵਰਚੁਅਲ ਮੀਟਿੰਗ ਦੇ ਵਿੱਚ ਬੁਲਾਇਆ ਗਿਆ। ਇਹਨਾਂ ਨੂੰ ਦਿੱਲੀ ਦੇ ਵਿੱਚ ਡਿਨਰ ਦਿੱਤਾ ਜਾ ਰਿਹਾ ਸੋਨੀਆ ਵੱਲੋਂ। ਤੇ ਰਾਜਨੀਤਿਕ ਚਰਚਾ ਇਹ ਵੀ ਹੈ ਕਿ ਇਸ ਦਾ ਮੁੱਖ ਮੁੱਦਾ 2024 ਦੇ ਆਮ ਲੋਕ ਸਭਾ ਚੋਣ ਦੇ ਵਿਰੋਧ ਦੇ ਵਿੱਚ BJP ਦੇ ਖਿਲਾਫ ਇੱਕ ਮਜ਼ਬੂਤ ਵਿਰੋਧੀ ਧਿਰ ਕਾਇਮ ਹੋਵੇ ਤਾਂ ਇਹ ਸਾਰੇ ਬਚਦੇ ਨੇ। ਤੇ ਇਸ ਦੌਰਾਨ ਉਸ ਤੋਂ ਪਹਿਲਾਂ UP ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਨੇ, ਕਿਉਂਕਿ ਯੋਗੀ ਸਰਕਾਰ ਦੇ ਖਿਲਾਫ ਵੀ ਮਜ਼ਬੂਤੀ ਦੇ ਨਾਲ ਸਾਰਿਆਂ ਨੂੰ ਲੜਨਾ ਹੋਵੇਗਾ। ਜੇ ਕਾਂਗਰਸ, ਸਪਾ, ਬਸਪਾ ਇਹ ਸਾਰੇ ਅੱਡ-ਅੱਡ ਕਰਨਗੇ ਤਾਂ ਕੁੱਟ ਖਾਣਗੇ ਹੀ ਖਾਣਗੇ। ਇਸ ਦੌਰਾਨ ਉਸ ਤੇ ਵੀ ਸਮਝੌਤਾ ਹੋਏਗਾ, ਕੋਈ ਨਾ ਕੋਈ ਸੀਟਾਂ ਦੀ ਵੰਡ ਜਾਂ ਅਲਾਇੰਸ ਗਵਰਨਮੈਂਟ ਦਾ ਪੱਖ ਹੋਏਗਾ। ਤੇ ਇਸ ਤੋਂ ਪਹਿਲਾਂ ਮਮਤਾ ਤੇ ਰਾਹੁਲ ਵੀ ਮੀਟਿੰਗਾਂ ਕਰ ਚੁੱਕੇ ਨੇ। ਕਪਿਲ ਸਿੱਬਲ ਦੇ ਘਰ ਵੀ ਬੈਠਕ ਪਿਛਲੇ ਦਿਨੀ ਸੱਦੀ ਗਈ ਸੀ, ਜਿਸ ਦੇ ਵਿੱਚ ਲਾਲੂ ਯਾਦਵ, ਅਖਿਲੇਸ਼ ਯਾਦਵ, ਸ਼ਿਵ ਸੈਨਾ ਦੇ ਸੰਜੇ ਰਾਉਤ, ਤ੍ਰਿਣਮੂਲ ਕਾਂਗਰਸ ਦੇ ਡੀ ਕਿਰਨ ਓਬਰਾਇਨ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ, ਅਕਾਲੀ ਦਲ ਨੂੰ ਵੀ ਖਾਸ ਕਰਕੇ ਨਵੀਨ ਪਟਨਾਇਕ ਨੂੰ ਵੀ ਸੱਦਿਆ ਗਿਆ ਸੀਗਾ। ਹਾਲਾਂਕਿ ਇਸ ਦੌਰਾਨ ਗਾਂਧੀ ਪਰਿਵਾਰ ਦਾ ਕੋਈ ਨੇਤਾ ਮੌਜੂਦ ਨਹੀਂ ਸੀਗਾ ਕਪਿਲ ਸਿੱਬਲ ਦੇ ਘਰੇ ਜਦੋਂ ਇਹਨਾਂ ਨੂੰ ਸੱਦਿਆ ਗਿਆ ਸੀ, ਅਕਾਲੀਆਂ ਨੂੰ ਵੀ। ਤੇ ਇਸ ਦੌਰਾਨ ਇਹ ਜਿਹੜਾ ਹੁਣ ਮੀਟਿੰਗ ਹੋ ਰਹੀ ਹੈ 20 ਅਗਸਤ ਦੀ, ਜਿਹਦੀ ਪ੍ਰਧਾਨਗੀ ਸੋਨੀਆ ਲੈ ਰਹੀ ਹੈ, ਸ਼ਾਇਦ ਇੱਕ ਨਿੱਗਰ ਆਪੋਜੀਸ਼ਨ ਦਾ ਹੋਣਾ ਜ਼ਰੂਰੀ ਹੈ। ਇਹ ਠੀਕ ਹੈ ਕਿ ਵਿਰੋਧੀ ਧਿਰਾਂ ਵੀ ਕੋਈ ਦੁੱਧ ਧੋਤੀਆਂ ਨਹੀਂ ਹੈ, ਮੋਦੀ ਸਾਹਿਬ ਵੀ ਕੋਈ ਦੁੱਧ ਧੋਤੇ ਨਹੀਂ ਆ। ਇਸ ਲੋਕਤੰਤਰੀ ਹਮਾਮ ਦੇ ਵਿੱਚ ਲੀਡਰ ਸਾਰੇ ਹੀ ਨੰਗੇ ਨੇ, ਕੋਈ ਅੱਗਿਓਂ ਨੰਗਾ, ਕੋਈ ਪਿੱਛੋਂ ਨੰਗਾ, ਕੋਈ ਅਲਫ ਨੰਗਾ।
सो इस दौरान जिन्नी देर देश 'ਚ कोई ਆਪੋਜੀਸ਼ਨ ना ਹੋਵੇ, ਸੱਸ ਨਾ ਨਨਾਣ मैं आपे प्रधान ते घर नहीं बचते ਹੁੰਦੇ, ਇਹ ਜਿਹੜੀ ਹੁਣ ਧਿਰ ਖੜੀ ਹੋ ਰਹੀ ਹੈ ਸੈਂਟਰ ਦੇ ਵਿੱਚ, ਉਹਦੇ ਤੇ ਬਾਰੇ ਥੋੜਾ ਜਿਹਾ ਪਾਓ ਰੋਸ਼ਨੀ। ਅਤੇ ਅਕਾਲੀ ਦਲ ਦੇ ਨਾਲ ਵੀ ਜੇ ਜ਼ਿਕਰ ਕਰੀਏ ਤਾਂ ਚੌਟਾਲੇ ਨੇ ਵੀ ਗੱਲ ਚਲਾਈ ਸੀ ਕਿ ਇੱਕ ਹੋਰ ਚੌਥਾ ਬਦਲ ਛੋਟਾ ਜਿਹਾ ਅੱਡ ਬਣਾ ਲਓ, ਕਿਉਂਕਿ ਇਹ ਜਿੱਥੇ ਕਾਂਗਰਸ ਆ ਉੱਥੇ ਅਕਾਲੀ ਜਾਂਦੇ ਨਹੀਂ। ਉਹੀ ਇਹਨਾਂ ਦਾ 84 ਵਾਲਾ ਮਸਲਾ ਅੜਿਆ ਹੋਇਆ। ਉੱਦਾਂ ਪੰਜਾਬ 'ਚ ਭਾਵੇਂ 25, 75 ਜਾਂ 30, 60 ਰਹਿਣ, ਪਰ ਸਾਹਮਣੇ ਨਹੀਂ ਹੁੰਦੇ, ਦੋਨੇ ਤਰ੍ਹਾਂ ਇਕੱਠੇ ਨਹੀਂ ਹੁੰਦੇ। ਪਰ ਇਸ ਦੌਰਾਨ ਬਦਲ ਵੀ ਕੋਈ ਨਹੀਂ ਹੈ। ਜੇ ਕਾਂਗਰਸ ਨੇ ਕੀਤਾ ਤੇ ਘੱਟ ਭਾਜਪਾ ਨੇ ਜਾਂ RSS ਨੇ ਵੀ ਪੰਜਾਬ ਦੀ ਸਿੱਖੀ ਸਿਧਾਂਤ ਨਾਲ ਨਹੀਂ ਕੀਤਾ, ਉਹਨਾਂ ਦੇ ਨਾਲ ਵੀ ਤਾਂ ਭਾਈਵਾਲੀ ਰਹੀ ਹੈ ਤੁਹਾਡੀ। ਜੇ ਦਿੱਲੀ ਕਤਲੇਆਮ 'ਚ ਕਾਂਗਰਸੀਆਂ ਨੇ ਕੀਤਾ ਤਾਂ ਉਹਦੇ 'ਚ RSS ਦੇ ਲੋਕ ਵੀ ਸ਼ਾਮਲ ਸੀ। ਦਰਬਾਰ ਸਾਹਿਬ ਦੇ ਹਮਲੇ ਨੂੰ ਦੇਰੀ ਨਾਲ ਚੁੱਕਿਆ ਦਰੁਸਤ ਕਦਮ ਭਾਜਪਾ ਨੇ ਐਲਾਨਿਆ ਸੀ, ਲੋਹ ਪੁਰਸ਼ ਨੇ। ਸੋ ਇਸ ਦੌਰਾਨ ਚਲੋ ਅਕਾਲੀ ਦਲ ਬਨਾਮ ਚੌਟਾਲਾ, ਇਹ ਧਿਰਾਂ ਵੀ ਤੀਜੇ ਚੌਥੇ ਪੱਧਰ ਤੇ ਇਕੱਠੀਆਂ ਹੋ ਰਹੀਆਂ ਨੇ। ਕੀ ਦੇਖਦੇ ਹੋ B ਟੀਮ ਦਾ ਜਾਂ C ਟੀਮ ਦਾ ਬਣਨਾ? ਇਸ ਤੋਂ ਬਾਅਦ ਫਿਰ ਆਪਾਂ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ। ਢੀਂਡਸਾ ਸਾਹਿਬ ਨੇ ਵੀ ਇੱਕ ਨਵੀਂ ਗੋਟੀ ਫਿੱਟ ਕੀਤੀ ਹੈ ਭੀਮ ਸੈਨਾ ਦੀ। ਸਿੱਧੂ ਤੇ ਕੈਪਟਨ ਦੀ ਲੜਾਈ ਨੂੰ ਵਰਜਣ ਵਾਸਤੇ ਫਿਰ ਰਾਹ ਬਤਾ ਰਹੇ ਨੇ। ਉਹ ਮਸਲਾ ਆਪਾਂ ਬਾਅਦ ਸੁਣਨੇ ਆ। ਪਹਿਲਾਂ ਸੈਂਟਰ ਸਿਆਸਤ ਦੇ ਸਮੀਕਰਨਾਂ ਤੇ ਪਾਓ ਝਾਤ। ਜੀ ਸੁਰਿੰਦਰ ਜੀ। ਜੀ ਸੁਰਿੰਦਰ ਜੀ। ਹਾਂਜੀ ਹਾਂਜੀ, ਆ ਗਈ, ਆਵਾਜ਼ ਘੱਟ ਗਈ ਸੀ, ਆ ਗਈ। ਚਲੋ ਸਿਆਸਤ ਤੇ ਪਾਓ ਸਾਂਝ ਜਰਾ, ਕੀ ਕੁਛ ਵਾਪਰਿਆ ਸੋਨੀਆ ਦੇ? ਹਾਂਜੀ, ਮੈਂ ਆ ਗਿਆ। ਦੇਖੋ ਹੁਣ ਸੋਨੀਆ ਦੇ ਇਰਦ ਗਿਰਦ ਸਾਰੇ ਇਕੱਠੇ ਹੋਣ ਲੱਗੇ ਆ। ਕਿਸੇ ਟਾਈਮ ਕਾਂਗਰਸ ਹੁੰਦੀ ਸੀ, ਜਿਹੜੀ ਜਨਤਾ ਪਾਰਟੀ ਹੁੰਦੀ ਸੀ, ਉਹਦੇ ਚੋਂ ਕਿੰਨੇ ਟੁਕੜੇ ਹੋਏ। ਇੱਕ BJP ਉਹਦੇ ਚੋਂ ਨਿਕਲੀ, ਜਿਹੜੀ ਉਹਦੇ ਚ ਜਨਸੰਘ ਦੇ ਰੂਪ ਦੇ ਵਿੱਚ ਜਾ ਕੇ ਉਹ ਜਨਤਾ ਪਾਰਟੀ 1977 ਵਾਲੀ ਚ ਰਲੀ ਸੀ। ਠੀਕ ਹੈ, ਉਹਦੇ ਵਿੱਚ ਕੌਣ ਸੀ? ਬਿਹਾਰ ਤੋਂ ਲਓ, ਬਿਹਾਰ ਚ ਤਿੰਨ ਪਾਰਟੀਆਂ ਚ ਕੌਣ? ਇੱਕ ਰਾਮ ਵਿਲਾਸ ਪਾਸਵਾਨ ਵਾਲੀ ਪਾਰਟੀ, ਦੂਜੀ ਲਾਲੂ ਪ੍ਰਸਾਦ ਯਾਦਵ ਵਾਲੀ, ਤੀਜੀ ਨੀਤੀਸ਼ ਕੁਮਾਰ ਵਾਲੀ। ਇੱਕ ਜਨਤਾ ਦਲ ਯੂਨਾਈਟਿਡ, ਇੱਕ ਰਾਸ਼ਟਰੀ ਜਨਤਾ ਦਲ ਤੇ ਤੀਸਰੀ ਜਿਹੜੀ ਲੋਕ ਜਨਸ਼ਕਤੀ ਪਾਰਟੀ। ਤਿੰਨ ਪਾਰਟੀਆਂ ਉੱਥੇ ਬਣ ਗਈਆਂ। ਤਿੰਨੇ ਕਿਸੇ ਟਾਈਮ ਉਸ ਜਨਤਾ ਪਾਰਟੀ ਦਾ ਇਹ ਹਿੱਸਾ ਹੁੰਦੇ ਸੀ। ਠੀਕ ਆ, ਜਿਹੜੀ ਝਾਰਖੰਡ ਮੁਕਤੀ ਮੋਰਚਾ ਉਹ ਬਾਅਦ ਦੇ ਵਿੱਚ ਇਹਨਾਂ ਚੋਂ ਨਿਕਲੀ, ਲੇਕਿਨ ਉਹ ਵੀ ਜਿਹੜੇ ਸੀ ਉਸ ਵੇਲੇ ਉਸ ਜਨਤਾ ਪਾਰਟੀ ਦਾ ਹਿੱਸਾ ਸੀਗੇ, ਜਿਹੜੇ ਝਾਰਖੰਡ ਵਾਲੇ ਆ। ਠੀਕ ਆ, ਉਹਦੇ ਬਾਅਦ ਤੁਸੀਂ ਆ ਜਾਓ ਉੱਤਰ ਪ੍ਰਦੇਸ਼ ਨੂੰ। ਉੱਤਰ ਪ੍ਰਦੇਸ਼ ਦੀ ਹਾਲਾਤ ਕੀ ਆ? ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਮੁਲਾਇਮ ਸਿੰਘ ਯਾਦਵ ਵਾਲੀ ਆ ਸਮਾਜਵਾਦੀ ਪਾਰਟੀ, ਚੌਧਰੀ ਚਰਨ ਸਿੰਘ ਵਾਲੀ ਪਾਰਟੀ ਜਿਹੜੀ ਇਸ ਵੇਲੇ ਹਾਸ਼ੀਏ ਤੇ ਆ ਤਕਰੀਬਨ, ਤੇ ਚੰਦਰ ਸ਼ੇਖਰ ਵਾਲੀ, ਇਹ ਸਾਰੀਆਂ ਜਿਹੜੀਆਂ ਸੀ ਇਹ ਉਸ ਜਨਤਾ ਪਾਰਟੀ ਦਾ ਹਿੱਸਾ ਹੋਇਆ ਕਰਦੀਆਂ ਸਨ। ਚੰਦਰ ਸ਼ੇਖਰ ਵਾਲੀ ਪਾਰਟੀ ਤਕਰੀਬਨ ਉਹਦੇ ਤੋਂ ਬਾਅਦ ਜਿਹੜੀ ਉਹ ਖਾਤਮੇ ਵੱਲ ਨੂੰ ਵੱਧ ਗਈ, ਤੇ ਜਿਹੜੀ ਸੀਗੀ ਚੌਧਰੀ ਚਰਨ ਸਿੰਘ ਵਾਲੀ, ਉਹਦੇ ਤੋਂ ਬਾਅਦ ਉਹਦਾ ਬੇਟਾ ਆਇਆ, ਤੇ ਬੇਟੇ ਤੋਂ ਬਾਅਦ ਅੱਗੇ ਪੋਤਾ ਆਇਆ, ਤੇ ਲੇਕਿਨ ਉਹ ਪਾਰਟੀ ਬਹੁਤੀ ਜਿਹੜੀ ਉਹ ਸਟੈਂਡ ਨਹੀਂ ਕਰ ਸਕੀ। ਠੀਕ ਆ, ਇਸ ਤੋਂ ਅੱਗੇ ਚਲੇ ਜਾਓ ਤੁਸੀਂ ਹਰਿਆਣੇ ਚ ਆ ਜਾਓ। ਹਰਿਆਣੇ ਚ ਜਿਹੜਾ ਇੰਡੀਅਨ ਨੈਸ਼ਨਲ ਲੋਕ ਦਲ ਆ, ਇਹ ਵੀ ਕਿਸੇ ਟਾਈਮ ਚੌਧਰੀ ਦੇਵੀ ਲਾਲ ਦੀ ਅਗਵਾਈ ਚ ਉਸੇ ਦੂਸਰਾ ਜਨਤਾ ਪਾਰਟੀ ਦਾ ਹਿੱਸਾ ਹੁੰਦਾ ਸੀ। ਹੁਣ ਆਉਂਦੇ ਅੱਗੇ ਤੀਸਰੀ ਚੌਥੀ ਪੀੜ੍ਹੀ ਆ ਗਈ, ਤੇ ਚੌਥੀ ਪੀੜ੍ਹੀ ਚ ਪਾੜੋ ਧੜ ਆ ਗਈ, ਇੱਕ JJP ਬਣ ਗਈ, ਤੇ ਦੂਸਰਾ ਇੰਡੀਅਨ ਨੈਸ਼ਨਲ ਲੋਕ ਦਲ ਦਾ ਰਹਿ ਗਿਆ। ਇਹੀ ਕੁਝ ਬੀਜੂ ਪਟਨਾਇਕ ਦਾ ਉੜੀਸਾ ਵਾਲੇ ਦਾ, ਉਹ ਵੀ ਉਸੇ ਦਾ ਹੁੰਦਾ ਸੀ ਪਹਿਲਾਂ। ਹੁਣ ਨਵੀਨ ਪਟਨਾਇਕ ਨੇ ਕਿਸੇ ਟਾਈਮ ਬੀਜੂ ਪਟਨਾਇਕ ਉਹਦੇ ਫਾਦਰ ਹੁੰਦੇ ਸੀ, ਉਹ ਵੀ ਉਸੇ ਦਾ ਹਿੱਸਾ ਸੀ। ਇਹਦੇ ਬਾਅਦ ਕਰਨਾਟਕ ਆ ਜਾਓ। ਕਰਨਾਟਕ ਦੇ ਵਿੱਚ ਜਿਹੜੀ ਆਪਣੀ ਜਨਤਾ ਦਲ ਸੈਕੂਲਰ ਆ, ਦੇਵਗੌੜੇ ਵਾਲਾ, ਉਹ ਜਿਹੜਾ ਸੀ ਉਹ ਵੀ ਉਸੇ ਜਨਤਾ ਪਾਰਟੀ ਦਾ ਹਿੱਸਾ ਹੋਇਆ ਕਰਦਾ ਸੀ। ਠੀਕ ਹੈ, ਉਹਦੇ ਨਾਲ ਕੀ ਸੀ? ਰਾਮ ਕਿਸ਼ਨ ਹੈਗੜੇ ਸੀ, ਬਹੁਤ ਸੀਨੀਅਰ ਆਗੂ ਸੀ ਉਸ ਜਨਤਾ ਪਾਰਟੀ ਦਾ। ਠੀਕ ਹੈ, ਉਹ ਹੁੰਦਾ ਸੀ, ਪਰ ਉਹਨੂੰ ਜਦੋਂ ਦੇਵਗੌੜਾ ਪ੍ਰਾਈਮ ਮਿਨਿਸਟਰ ਬਣਿਆ ਉਹਨੇ ਖੁੱਡੇ ਲੈਣ ਲਾਤਾ, ਉਹ ਖਤਮ ਹੋ ਗਿਆ। ਹੁਣ ਕੁੱਲ ਮਿਲਾ ਕੇ ਹਾਲਾਤ ਇਹ ਨੇ ਕਿ ਇਹ ਜਿੰਨੇ ਸੀ ਇਹ ਸਾਰੀਆਂ ਧਿਰਾਂ ਇਹਦੇ ਉਸ ਵੇਲੇ ਜਨਤਾ ਪਾਰਟੀ ਦਾ ਹਿੱਸਾ ਹੁੰਦੀਆਂ ਸੀ। ਹੁਣ ਮਮਤਾ ਬੈਨਰਜੀ ਆ, ਉਹ ਕਾਂਗਰਸ ਚੋਂ ਨਿਕਲੀ ਆ, TMC ਜਿਹੜੀ ਆ। ਠੀਕ ਆ, ਇਹਨਾਂ ਦੀਆਂ ਗਲਤ ਨੀਤੀਆਂ ਕਾਰਨ ਇਹ ਕੁਝ ਤੇਲੰਗਾਨਾ ਚ ਹੋਇਆ। ਤੇਲੰਗਾਨਾ ਚ ਜਿਹੜੀ ਜਗਨ ਮੋਹਨ ਰੈਡੀ ਵਾਲੀ ਆ, ਉਹ ਪਾਰਟੀ ਜਿਹੜੀ ਉਹ ਵੀ ਕਾਂਗਰਸ ਚੋਂ ਨਿਕਲੀ ਆ, ਕਿਉਂਕਿ ਕਾਂਗਰਸ ਨੇ, ਉਹਦਾ ਫਾਦਰ ਮੁੱਖ ਮੰਤਰੀ ਸੀਗਾ ਆਂਧਰਾ ਦਾ, ਉਹਨੇ ਮੁੰਡੇ ਨੇ ਕਿਹਾ ਮੈਨੂੰ ਦੇ ਦਿਓ, ਇਹਨਾਂ ਨੇ ਨਵਾਂ CM ਬਣਾਤਾ, ਉਹ ਅਲੱਗ ਹੋ ਗਿਆ, ਉਹਨੇ ਆਪਦੀ ਮੁੜ ਕੇ ਪਾਰਟੀ ਸਟੈਂਡ ਕਰ ਲਈ, ਔਰ ਅੱਜ ਕੱਲ ਉਹ ਤੇ ਮੁੱਖ ਮੰਤਰੀ ਆ। ਯਾਨੀ ਕਿ ਹੁਣ ਕੁੱਲ ਮਿਲਾ ਕੇ ਹਾਲਾਤ ਜਿਹੜੇ ਉਹ ਇਹ ਨੇ ਕਿ ਇਹ ਜਿੰਨੀਆਂ ਧਿਰਾਂ ਨੇ ਇਹ ਇਕੱਠੀਆਂ ਹੋਣੀਆਂ ਚਾਹੀਦੀਆਂ। ਤਾਮਿਲਨਾਡੂ ਆ, ਉਹਦੇ ਚ ਦੋ ਪਾਰਟੀਆਂ ਨੇ, DMK ਤੇ AIDMK, ਦੋਨਾਂ ਦੀ ਵਾਰੀ-ਵਾਰੀ ਸੱਤਾ ਆਉਂਦੀ, ਨਾ ਉੱਥੇ ਕਾਂਗਰਸ ਦੀ ਆਉਂਦੀ, ਨਾ ਉੱਥੇ ਜਿਹੜੀ ਆ ਇਹਨਾਂ ਦੀ ਆਪਣੇ ਦੀ ਆ BJP ਦੀ ਆਉਂਦੀ, ਪਰ ਉਹਨਾਂ ਦੋਨਾਂ ਧਿਰਾਂ ਤੋਂ ਰਹਿੰਦੀ। ਇਹ ਦੋਨੋਂ ਧਿਰਾਂ ਦੇ ਅਲਾਇੰਸ ਪਾਰਟਨਰ ਜਿਹੜੇ ਦੋਨੋਂ ਨੈਸ਼ਨਲ ਪਾਰਟੀਆਂ ਬਣਦੀਆਂ ਨੇ। ਠੀਕ ਹੈ, ਇਹੀ ਕੁਝ ਤੁਸੀਂ ਆਂਧਰਾ ਚ ਚੱਲ ਜਾਓ, ਉੱਥੇ ਅੱਜ ਕੱਲ ਕਿਸੇ ਟਾਈਮ ਐਂਟੀ ਰਾਮਾ ਰਾਓ ਹੁੰਦੇ ਸੀ, ਐਂਟੀ ਰਾਮਾ ਰਾਓ ਤੋਂ ਬਾਅਦ ਚੰਦਰ ਬਾਬੂ ਨਾਇਡੂ ਸੀ, ਉਹਨਾਂ ਦਾ ਜਵਾਈ ਸੀ, ਇਹਨੇ ਕਮਾਂਡ ਸਾਂਭ ਲਈ।
ਹੁਣ ਉਹਦੇ ਬਾਅਦ ਉਹ ਵੀ ਕਿਤੇ ਹਾਸ਼ੀਏ ਤੇ ਚਲਾ ਗਿਆ। ਠੀਕ ਹੈ, ਇਹ ਜਿੰਨੀਆਂ ਪਾਰਟੀਆਂ ਨੇ ਇਹਨਾਂ ਪਾਰਟੀਆਂ ਨੂੰ ਲੈ ਕੇ ਅਲਾਈਅੰਸ ਬਣ ਸਕਦਾ, ਪਰ ਕੁਝ ਪਾਰਟੀਆਂ ਬਾਹਰ ਰਹਿਣਗੀਆਂ, ਬਹੁਤੀਆਂ ਜਿਹੜੀਆਂ ਉਹ ਕਾਂਗਰਸ ਦੇ ਅੰਡਰ ਜਿਹੜੀਆਂ ਉਹ ਇਕੱਠੀਆਂ ਹੋ ਜਾਣਗੀਆਂ ਕਿਸੇ ਟਾਈਮ। ਇਹਦੇ ਚ CPI CPM ਭਾਵੇਂ ਉਹ ਕੇਰਲ ਤੱਕ ਹੀ ਸੀਮਿਤ ਆ, ਵੈਸਟ ਬੰਗਾਲ ਚ ਖਤਮ ਹੋ ਗਏ, ਪਰ ਜਿੰਨਾ ਕੋ ਵੋਟ ਬੈਂਕ ਹੈਗਾ ਉਹ ਇਕੱਠਾ ਭੁਗਤ ਸਕਦਾ, ਇਹ ਵੀ ਕਿਸੇ ਟਾਈਮ ਇਹ ਇਕੱਠੇ ਹੋਣਗੇ। ਰਹਿ ਗਈ ਗੱਲ ਜੇ ਅਕਾਲੀ ਦਲ ਦੀ ਕਰੀਏ, ਅਕਾਲੀ ਦਲ ਦੀ ਮਜਬੂਰੀ ਆ, ਉਹਨੇ ਬਹੁਜਨ ਸਮਾਜ ਪਾਰਟੀ ਨਾਲ ਵੀ ਔਖਾ ਸੌਖਾ ਅਲਾਈਅੰਸ ਜਿਹੜਾ ਕੀਤਾ, ਇਸ ਤੋਂ ਗਾਂ ਉਹ ਵੱਧ ਨਹੀਂ ਸਕਦੇ। ਜੇ ਚਟਾਲਿਆਂ ਨੂੰ ਵੀ ਲੈਣਗੇ ਇਸ ਤੋਂ ਬਾਅਦ ਕਿਹੜਾ ਉੱਥੇ ਕੀ ਕਹਿੰਦੇ ਬਹੁਤ ਵੱਡਾ ਮਾਰਕਾ ਮਾਰ ਲੈਣਗੇ, ਕੀ ਕਰ ਲੈਣਗੇ। ਚਟਾਲਿਆਂ ਦੇ ਵਿਚਾਰਿਆਂ ਦੀ ਹਰਿਆਣੇ ਚ ਪੁੱਛ ਪ੍ਰਤੀਤ ਨਹੀਂ, ਅਗਲੀ ਸਰਕਾਰ ਜੇ ਉੱਤੇ ਕਾਂਗਰਸ ਬਣਾ ਗਈ। ਸੁਰਿੰਦਰ ਵੀਰ ਇੱਕ ਸੈਕਿੰਡ, ਜਿਵੇਂ ਹੁਣ ਸਥਿਤੀ ਹੈ BJP ਸਰਕਾਰ ਦੇ ਜਿਹੜਾ ਫੰਡ ਹੈ ਉਹ ਐਂਟੀ ਪੰਜਾਬ ਰਿਹਾ, ਤੇ ਖਾਸ ਕਰਕੇ ਮਨਮੋਹਨ ਸਿੰਘ ਦੀ ਵਜ਼ਾਰਤ ਦੇ ਦੌਰਾਨ ਬਾਦਲ ਸਾਹਿਬ ਖੁਦ ਮੰਨਦੇ ਸੀ ਕਿ ਮੈਂ ਜਿੰਨੇ ਪੈਸੇ ਪੰਜਾਬ ਤੋਂ ਲਿਆਇਆ, ਪੰਜਾਬ ਲਈ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਤੋਂ ਲਿਆਇਆ 10 ਸਾਲਾਂ 'ਚ, ਇੰਨੇ ਤਾਂ ਕਾਂਗਰਸੀ ਕੈਪਟਨ ਵੀ ਨਹੀਂ ਲਿਆ ਸਕਿਆ। ਮਨਮੋਹਨ ਸਿੰਘ ਦੀ ਸਰਕਾਰ ਦੇ ਦੌਰਾਨ ਪੰਜਾਬ ਦੇ ਨਾਲ ਕਾਂਗਰਸ ਪਾਰਟੀ ਦਾ ਰਸੂਖ ਬਿਹਤਰ ਰਿਹਾ। ਇਸ ਦੇ ਵਿੱਚ ਕਿਉਂਕਿ ਜਿਹੜੀਆਂ ਸਿੱਖ ਧਿਰਾਂ ਸੀ, ਹੁਣ ਰਾਹੁਲ ਨੇ ਇੱਕ ਮੀਟਿੰਗ 'ਚ ਰਾਜਸਥਾਨ 'ਚ ਖੁਦ ਕਿਹਾ ਸੀ ਕਿ ਜਿਹੜੇ ਮੇਰੀ ਜਾਨ ਲੈਣ ਨੂੰ ਫਿਰਦੇ ਸੀ ਹੁਣ ਮੇਰੇ ਤੇ ਜਾਨ ਵੀ ਵਾਰਦੇ ਨੇ। ਉਹਨਾਂ ਦਾ ਇਸ਼ਾਰਾ ਹਰਮਿੰਦਰ ਸਿੰਘ ਗਿੱਲ ਪੱਟੀ ਵਾਲੇ ਵੱਲ ਸੀਗਾ। ਉਹਨਾਂ ਨੇ ਘੱਟ ਗਿਣਤੀਆਂ ਨੂੰ ਗਲ ਲਾਇਆ, ਉਹ ਜਿਹੜਾ ਫੰਡਾ ਸੀ ਜੇ ਸਿੰਘ ਜਾਂ ਹੋਰਾਂ ਨੂੰ ਉੱਚ ਅਹੁਦਿਆਂ ਤੇ ਲਾਇਆ। ਇਸ ਦੌਰਾਨ ਜਿਹੜੀ ਸਥਿਤੀ ਬਣ ਰਹੀ ਹੈ ਭਾਜਪਾ ਦਾ ਜੋ ਵਤੀਰਾ, ਕਿਉਂਕਿ ਅਕਾਲੀ ਦਲ ਦੀ ਮਜਬੂਰੀ ਸਿੱਖ ਵੋਟ ਹੀ ਹੈ। ਹੁਣ ਸਿੱਖ ਵੋਟ ਜਿਸ ਤਰ੍ਹਾਂ ਸਿੱਧੂ ਦੀ ਆਮਦ ਨਾਲ ਲਾ ਲਓ, ਜਿਵੇਂ ਉਹਨੇ ਕੰਮ ਕੀਤਾ, ਕੋਰੀਡੋਰ ਦਾ ਕੰਮ ਕੀਤਾ ਜਾਂ ਹੋਰ ਕੰਮ ਕੀਤਾ, ਜਿਹੜੀ ਗਰਮ ਖਿਆਲੀ ਸਿੱਖ ਵੋਟ ਹੈ ਉਹ ਸਿੱਧੂ ਨੂੰ ਪਸੰਦ ਕਰਦੀ ਹੈ, ਭਾਵੇਂ ਉਹ ਕਾਂਗਰਸੀ ਵੀ ਹੋਵੇ। ਹੁਣ ਜ਼ਰੂਰੀ ਨਹੀਂ ਜਿਹੜਾ 84 'ਚ ਹੋਇਆ ਉਹ ਕਿਤੇ ਨਾ ਕਿਤੇ ਲੋਕ ਭੁੱਲਦੇ ਵੀ ਨੇ ਕਿ ਉਹਦੇ ਲਈ ਕਾਂਗਰਸ ਵੀ ਜ਼ਿੰਮੇਵਾਰ ਨਹੀਂ, ਗਲਤੀਆਂ ਦੋਨਾਂ ਧਿਰਾਂ ਤੋਂ ਸੀ ਜਾਂ ਵਿਚਲੀ ਧਿਰ ਵੀ ਸੀ ਜਿਹੜੀ ਕਾਂਗਰਸ ਮੁਕਤ ਕਰਨਾ ਚਾਹੁੰਦੀ ਸੀ। ਕਿਉਂਕਿ ਇਹ ਸਾਰੇ ਸਿਆਪੇ ਦੀ ਜੜ ਨੂੰ ਜੇ ਸਮਝੋ ਤਾਂ ਕਿਤੇ ਨਾ ਕਿਤੇ ਮੋਦੀ ਸਾਹਿਬ ਜਦੋਂ ਦਾੜੀ ਬੰਨ੍ਹ ਕੇ ਐਮਰਜੈਂਸੀ ਦੇ ਦੌਰਾਨ ਪੰਜਾਬ ਆਏ ਨੇ, ਉਹਨਾਂ ਨੇ ਵੇਖਿਆ ਕਿ ਇਹ ਲੋਕ ਨੇ ਜਿਹੜੇ ਕਾਂਗਰਸ ਨੂੰ ਖਾਤਮੇ ਤੇ ਲਿਜਾ ਸਕਦੇ ਨੇ। ਅਜਿਹਾ ਕਪੂਰੀ ਦੇ ਮੋਰਚੇ ਦਾ ਪੰਗਾ, ਤੇ ਉਸ ਤੋਂ ਬਾਅਦ ਫਿਰ ਸਿੱਖ ਬਨਾਮ ਕਾਂਗਰਸ ਦੀ ਲੜਾਈ, ਪੰਜਾਬ ਬਨਾਮ ਕਾਂਗਰਸ ਦੀ ਲੜਾਈ, ਜਿਹਦੇ 'ਚ ਪੰਜਾਬ ਵੀ ਉਜੜਿਆ ਤੇ ਕਾਂਗਰਸ ਵੀ ਉਜੜੀ। ਫਾਇਦਾ ਵਿਚਲੀਆਂ ਬਿੱਲੀਆਂ ਨੂੰ ਹੋਇਆ, ਜਿਹੜੇ ਕਾਂਗਰਸ ਮੁਕਤ ਭਾਰਤ ਕਰਨ ਨੂੰ ਫਿਰਦੇ ਸੀ ਭਾਜਪਾ ਨੂੰ ਫਾਇਦਾ ਹੋਇਆ। ਭਾਵੇਂ ਉਹ ਲੜਾਈ ਅਕਾਲੀਆਂ ਨੂੰ ਮੂਹਰੇ ਲਾ ਕੇ ਲੜੀ ਗਈ, ਪਰ ਉਸ ਲੜਾਈ ਦਾ ਸਾਰਾ ਫਾਇਦਾ ਤੇ ਭਾਜਪਾ ਨੇ ਚੁੱਕਿਆ। ਅਡਵਾਨੀ ਆਪਣੀ ਮਾਈ ਕੰਟਰੀ ਮਾਈ ਲਾਈਫ 'ਚ ਲਿਖਦੇ ਨੇ ਕਿ ਦੇਰੀ ਨਾਲ ਚੁੱਕਿਆ ਦਰੁਸਤ ਕਦਮ। ਸੋ ਇਸ ਕਰਕੇ ਲੋਕ ਹੁਣ ਸਮਝਣ ਲੱਗੇ ਨੇ ਕਿਤੇ ਜਿਵੇਂ BJP ਹੁਣ ਮਾਰੋ ਮਾਰ ਕਰਦੀ ਜਾ ਰਹੀ ਹੈ, ਉਹਨੂੰ ਰੋਕਣ ਦੇ ਵਾਸਤੇ ਕਦੇ ਦੁਸ਼ਮਣ ਨਾਲ ਵੀ ਸਮਝੌਤਾ ਕਰਨਾ ਹੁੰਦਾ। ਕਿ ਅਕਾਲੀ ਦਲ ਅਗਰ ਹੁਣ 25-75 ਦਾ ਰੌਲਾ ਪੈਂਦਾ ਹੀ ਹੈ ਕਪਤਾਨ ਸਾਹਿਬ ਨਾਲ ਜਾਂ ਹੋਰਾਂ ਨਾਲ ਸਾਂਝ ਦਾ, ਕੀ ਸਿੱਖ ਸੈਂਟੀਮੈਂਟ ਜਾਂ ਪੰਜਾਬ ਦਾ ਵੋਟਰ ਮੈਨੂੰ ਤਾਂ ਲੱਗਦਾ ਕਿ ਬਰਦਾਸ਼ਤ ਕਰ ਲੂਗਾ ਜੇ ਇਹ ਇੱਕ ਸਟਰੋਂਗ ਅਲਾਇੰਸ ਬਣਦਾ ਹੈ BJP ਦੇ ਖਿਲਾਫ। ਜੇ ਅਕਾਲੀ ਉਹਦੇ 'ਚ ਇੱਕ ਧਿਰ ਵਜੋਂ ਸ਼ਾਮਲ ਹੁੰਦੇ ਨੇ ਤਾਂ ਮੈਨੂੰ ਲੱਗਦਾ, ਜੋ ਮੇਰੀ ਸੋਚ ਕਹਿੰਦੀ ਹੈ, ਕਿ ਲੋਕ ਪ੍ਰਵਾਨ ਕਰ ਲੈਣਗੇ। ਕਿਉਂਕਿ ਜੇ ਕਾਂਗਰਸ ਨੇ ਅਕਾਲ ਤਖਤ ਢਹਾਇਆ ਉਹਦੇ ਕਾਰਨ ਸਾਨੂੰ ਸਮਝਣੇ ਹੋਣਗੇ, ਪਰ BJP ਦੇ ਬਨਾਮ RSS ਨੇ ਜਿਹੜਾ ਅੰਦਰੂਨੀ ਖੋਰਾ ਲਾਇਆ ਸਾਡੀਆਂ ਜਥੇਦਾਰੀਆਂ ਨੂੰ, ਸਾਡੇ ਸਿੱਖਾਂ ਦੇ ਗ੍ਰੰਥਾਂ ਨੂੰ ਜਾਂ ਸਿੱਖ ਸਿਧਾਂਤ ਨੂੰ, ਉਹ ਕਿਹੜਾ ਕਿਸੇ ਨੂੰ ਭੁੱਲਿਆ। ਮੈਨੂੰ ਲੱਗਦਾ ਕਿ ਹੁਣ ਲੋਕ ਪ੍ਰਵਾਨ ਕਰ ਲੈਣਗੇ ਅਗਰ BJP ਮੋਦੀ ਸਰਕਾਰ ਦੇ ਖਿਲਾਫ ਇੱਕ ਨਿੱਗਰ ਪੋਲੀਟੀਕਲ ਧਿਰ ਬਣਦੀ ਹੈ। ਉਹਦੇ 'ਚ ਜੇ ਅਕਾਲੀ ਇੱਕ ਧਿਰ ਵਜੋਂ ਸ਼ਾਮਲ ਹੁੰਦੇ ਨੇ ਫਿਰ ਉਹ ਕਿਹਾ ਜਾ ਸਕਦਾ, ਕਿਉਂਕਿ ਉੱਥੇ ਤਾਂ 20 ਧੜੇ ਨੇ। ਜੇ ਇਹ ਟੀਮ ਦੇ ਵਿੱਚ ਅਕਾਲੀ ਵੀ ਪੈ ਜਾਂਦੇ ਨੇ, ਨਾਲ ਟੀਮ 'ਚ ਕਾਂਗਰਸ ਵੀ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਪ੍ਰਵਾਨ ਨਾ ਕਰਨ। ਕੀ ਲੱਗਦਾ ਪੰਜਾਬੀ ਪ੍ਰਵਾਨ ਕਰ ਲੈਣਗੇ ਅਕਾਲੀਆਂ ਦੀ ਉਸ ਗਰੁੱਪ ਦੇ ਵਿੱਚ ਸ਼ਮੂਲੀਅਤ ਨੂੰ? ਜੀ ਪਰਮਿੰਦਰ, ਇਹ ਰਾਜਨੀਤੀ ਆ। ਰਾਜਨੀਤੀ 'ਚ ਕੀ ਹੁੰਦਾ, ਇਹਦੀ ਮੈਂ ਇੱਕ ਉਦਾਹਰਨ ਦੇ ਦਿੰਦਾ, ਬਹੁਤੀਆਂ ਦੇਣ ਦੀ ਲੋੜ ਨਹੀਂ। ਬੰਦਾ ਘਰੋਂ ਬਾਹਰ ਜਿੰਨੀ ਮਰਜ਼ੀ ਖਾ ਆਵੇ, ਤੇ ਜੇ ਬਾਹਰ ਵਾਲੀ ਘਰ ਲਾਇਆ ਤੇ ਫਿਰ ਘਰ ਰਾਤ ਨੂੰ ਰੋਟੀਆਂ ਵੀ ਨਹੀਂ ਮਿਲਣੀਆਂ ਤੇ ਜੁੱਤੀਆਂ ਵੀ ਪੈਣਗੀਆਂ। ਦੋ ਕੰਮ ਤਾਂ ਹੋਣੇ ਹੀ ਹੋਣੇ ਆ, ਚਾਹੇ ਜਵਾਕਾਂ ਤੋਂ ਖਾ ਲਵੇ ਚਾਹੇ ਘਰ ਵਾਲੀ ਤੋਂ ਖਾ ਲਵੇ। ਲੈ ਆਉਂਦੇ ਆ ਪਟਿਆਲੇ ਆਈ ਨਹੀਂ ਅਗਲੀ। ਉਹ ਨਹੀਂ, ਉਹ ਛੱਡੋ, ਇੱਕ ਨਾਲ ਸਾਰੇ ਨਾ ਗਿਣੋ, ਠੀਕ ਹੈ। ਮੈਂ ਸਾਰੇ ਦਾ ਤੁਹਾਨੂੰ 70 MLA ਦਿੱਤੇ ਨੇ ਅਗਲਿਆਂ ਨੇ, ਉਹਨੂੰ 77 ਜੀ। ਮੈਂ ਪਤਾ ਗੱਲ ਅਗਲੀ ਜਦੋਂ ਦੇਖੋ ਅਕਾਲੀ ਦਲ ਦੀ, ਦੇਖੋ ਮੈਂ ਸਪਸ਼ਟ ਹੀ ਕਰ ਦਿੰਦਾ, ਰਾਜ ਮਾਤਾ ਮਹਿੰਦਰ ਕੌਰ ਜਿਉਂਦੇ ਸੀ, ਕਿਹਾ ਗਿਆ ਕਿ ਰੂਸਾ ਆਲਮ ਨੇ ਜਿੰਨੀਆਂ ਕਪਤਾਨ ਸਾਹਿਬ ਦੀਆਂ ਜਾਇਦਾਦਾਂ ਦਬੀਆਂ ਸੀ ਇਹਨਾਂ ਦਾ ਸਾਰਾ ਰਿਕਾਰਡ ਲਾਹੌਰ ਪਿਆ। ਆਖੇ ਜੀ ਉਹਨੇ ਦਾ ਰਿਕਾਰਡ ਕਢਾਇਆ,
ਰਾਜ ਮਾਤਾ ਦੇ ਹੁੰਦਿਆਂ, ਸ਼੍ਰੀਮਤੀ ਪ੍ਰਨੀਤ ਕੌਰ ਦੇ ਹੁੰਦਿਆਂ ਰੂਸਾ ਮਹਿਲ ਪਟਿਆਲੇ ਵਾਲੇ ਮਹਿਲ ਜਾ ਕੇ ਰਹਿੰਦੀ ਰਹੀ ਹੈ ਯਾਰ, ਕਿਹਨੂੰ ਨਹੀਂ ਪਤਾ। ਇਸ ਕਰਕੇ ਚੱਲਦਾ ਬਾਈ, ਪੈਟਰਨ ਬਦਲ ਗਏ, ਪੰਜਾਬ ਨੇ ਵੀ ਪ੍ਰਵਾਨ ਕਰ ਲਈ ਉਹ। ਨਹੀਂ ਮੈਂ ਦੱਸ ਦਿੰਦਾ, ਹੁਣ ਮੈਂ ਉਹਦਾ ਦੱਸ ਦਿੰਦਾ ਕੀ ਸੀਗਾ। ਤੁਸੀਂ ਵੀ ਉਸ ਤਹਿਸੀਲਦਾਰ ਨੂੰ ਜਾਣਦੇ ਹੋ ਤੇ ਮੈਂ ਵੀ ਜਾਣਦਾ, ਅੱਜ ਕੱਲ ਉਹ ਰਿਟਾਇਰ ਹੋ ਗਿਆ, ਠੀਕ ਹੈ। ਬਾਹਮਣ ਜੀ ਸਰਦਾਰ ਬਣੇ ਹੋਏ ਸੀਗੇ, ਉਸ ਬੰਦੇ ਨੂੰ ਸਾਰੀਆਂ ਪਾਵਰਾਂ ਸੀਗੀਆਂ। ਉਸ ਬੰਦੇ ਨੇ ਪੂਰਾ ਬਠਿੰਡਾ ਜ਼ਿਲ੍ਹਾ, ਖਾਸ ਕਰਕੇ ਤਲਵੰਡੀ ਸਾਬੋ ਦਾ ਏਰੀਆ, ਜਿੱਥੇ ਪਿਛਲੇ 150 ਸਾਲ ਤੋਂ ਜਿਹੜੀਆਂ ਲੀਜ਼ ਤੇ ਦਿੱਤੀਆਂ ਹੋਈਆਂ ਸੀ ਜ਼ਮੀਨਾਂ, ਜਿਹੜੀ 99 ਸਾਲੀ ਲੀਜ਼ ਖਤਮ ਹੋ ਗਈ ਸੀ, ਸਾਰੇ ਦੀ ਸਾਰੀ ਛੁਡਾ ਕੇ ਦਿੱਤੀ ਸੀ। ਇੱਕ ਬੰਦੇ ਦੀ ਡਿਊਟੀ ਸੀ, ਤਹਿਸੀਲਦਾਰ ਪਟਿਆਲਾ ਸੀ, ਪਰ ਉਹਨੂੰ ਪਾਵਰ ਦੇ ਦਿੱਤੀ ਸੀ, ਸਾਰੇ ਦੀਆਂ ਸਾਰੀਆਂ ਉਹਨੇ ਛੁਡਾ ਕੇ ਦਿੱਤੀਆਂ। ਸਾਰਾ ਰਿਕਾਰਡ ਉਹ ਪੰਡਤ ਜੀ ਕੋਲੇ ਸੀਗਾ, ਠੀਕ ਆ। ਉਹ ਵੱਖਰੀ ਗੱਲ ਕਹੀ ਜਾਣ ਕਿ ਲਾਹੌਰ ਪਿਆ ਸੀ ਰਿਕਾਰਡ, ਕਿਤੇ ਲਾਹੌਰ ਨਹੀਂ ਪਿਆ, ਕੋਈ ਕੁਛ ਨਹੀਂ, ਉਹ ਸ਼ੋਸ਼ੇਬਾਜ਼ੀ ਹੁੰਦੀ ਹੈ, ਚਲੋ ਹੋਈ ਜਾਵੇ। ਪਰ ਮੈਨੂੰ ਪਤਾ ਕਿ ਜਿਸ ਬੰਦੇ ਨੇ ਛੁਡਾ ਕੇ ਦਿੱਤੀਆਂ, ਇੱਕ ਜਗ੍ਹਾ ਤਾਂ ਅਜਿਹੀ ਹਾਲਤ ਵੀ ਬਣੀ ਸੀ ਪਟਿਆਲੇ 'ਚ, ਜਿੱਥੇ ਜ਼ਮੀਨਾਂ ਜਿਹੜੀਆਂ ਸੀ ਉਹ ਲੋਕਾਂ ਨੂੰ ਦੇ ਦਿੱਤੀਆਂ, ਲੇਕਿਨ ਜਿਹੜੇ ਰਸਤੇ ਸੀ ਉਹ ਰਸਤੇ ਇਹਨਾਂ ਦੇ ਨਾਮ ਤੇ ਸੀ। ਇਹਨਾਂ ਨੇ ਰੌਲਾ ਪਾ ਲਿਆ, ਕਹਿੰਦੇ ਰਸਤੇ ਜੇ ਅਸੀਂ ਵਾਹ ਲੈਣੇ ਆ। ਜਦੋਂ ਲੋਕਾਂ ਨੇ ਸੋਚੇ ਕਿ ਰਸਤੇ ਵਾਹ ਲੈ, ਅਸੀਂ ਆਪਣੇ ਖੇਤਾਂ ਨੂੰ, ਪਿੰਡਾਂ ਨੂੰ ਕਿੱਦਾਂ ਜਾਵਾਂਗੇ, ਸਾਡਾ ਤਾਂ ਸਾਰਾ ਕੁਝ ਬੰਦ ਹੋ ਜੂ। ਫਿਰ ਉਹਨਾਂ ਸਾਰੇ ਪਿੰਡਾਂ ਨੇ ਇਕੱਠੇ ਹੋ ਕੇ ਕਹਿੰਦੇ ਵੀ ਆਹ ਜਿੰਨੇ ਰਸਤੇ ਆ ਇਹ ਸਾਰੇ ਦੀ ਪਮੈਸ਼ ਕੀਤੀ। ਉਹ ਕਹਿੰਦੇ 18 ਕਿੱਲੇ ਬਣਦੇ, ਲੈ ਲਓ। ਉਹ 18 ਕਿੱਲੇ ਦਿੱਤੇ ਗਏ, 18 ਕਿੱਲੇ ਦਿੱਤੇ ਗਏ। ਚੇਅਰਮੈਨ ਪੰਜਾਬ ਪਾਵਰ ਕਾਰਪੋਰੇਸ਼ਨ ਨੂੰ, ਉਸ ਵੇਲੇ ਬਿਜਲੀ ਬੋਰਡ ਸੀ, ਉਹਨੂੰ ਹੁਕਮ ਆ ਗਿਆ, ਕਹਿੰਦੇ ਜੀ ਉੱਥੇ ਟਰਾਂਸਫਾਰਮਰ ਰੱਖਣਾ। ਜਿਹੜਾ ਉੱਥੇ ਗਿਆ SDO ਗਿਆ, ਉਹਨੇ ਐਕਸੀਅਨ ਨੂੰ ਪੁੱਛਿਆ, ਕਹਿੰਦਾ ਜੀ ਉੱਥੇ ਕੋਈ ਟਿਊਬਵੈਲ ਨਹੀਂ, ਕੋਈ ਕੁਛ ਨਹੀਂ, ਉੱਥੇ ਕਹਿੰਦਾ ਟਰਾਂਸਫਾਰਮਰ ਰੱਖਣਾ, ਟਿਊਬਵੈਲ ਤੇ ਲੱਗਾ ਨਹੀਂ। ਉਹ ਕਹਿੰਦਾ ਨੇੜੇ ਕੋਈ ਦਰਖਤ ਹੈਗਾ, ਕਹਿੰਦਾ ਹੈਗਾ ਜੀ। ਕਹਿੰਦਾ ਟਰਾਂਸਫਾਰਮਰ ਰੱਖ ਕੇ ਕੇਬਲ ਪਾ ਕੇ ਉਸ ਕਹਿੰਦਾ ਦਰਖਤ ਨਾ ਬੰਨਿਆ, ਉਹ ਆਪੇ ਟਿਊਬਵੈਲ ਲਾਉਂਦੇ ਰਹਿਣਗੇ, ਕਹਿੰਦਾ ਬਸ ਹੁਕਮ। ਇਹ ਕੁਛ ਵੀ ਵਾਪਰਿਆ ਸੀਗਾ, ਠੀਕ ਹੈ। ਇਸ ਕਰਕੇ ਆ ਕਿ ਉਹ ਐਵੇਂ, ਚਲੋ ਬਾਕੀ ਦੀਆਂ ਗੱਲਾਂ ਨੇ। ਮੁੱਖ ਦੀ ਗੱਲ ਇਹ ਹੈ ਕਿ ਦੇਖੋ ਅਕਾਲੀ ਦਲ ਦੀ ਰਾਜਨੀਤੀ ਜਿਹੜੀ ਇੱਥੇ ਖੜੀ ਆ, ਜੇ ਉਹ ਕਾਂਗਰਸ ਦਾ ਵਿਰੋਧ ਕਰਨਗੇ ਤੇ ਉਹਨਾਂ ਨੂੰ ਵੋਟ ਪੈਗੀ, ਜਦੋਂ ਉਹ ਕਾਂਗਰਸ ਨਾਲ ਮਿਲ ਕੇ ਚੱਲਣਗੇ ਤੇ ਉਹਨਾਂ ਨੂੰ ਵੋਟ ਨਹੀਂ ਪਵੇਗੀ, ਠੀਕ ਆ। ਅੰਦਰ ਖਾਤੇ 'ਚ ਲੱਖ ਸਮਝੌਤੇ ਕੀਤੇ ਹੋਣ, ਲੱਖ ਉਹਨਾਂ ਦਾ 25, 75 ਜਾਂ 70, 30 ਦਾ ਸੌਦਾ ਜਿਹੜਾ ਚੱਲਦਾ ਰਵੇ, ਉਹ ਚੱਲੀ ਜਾਣਾ ਵਾ, ਠੀਕ ਹੈ। ਪਰ ਗੱਲ ਇਹ ਆ ਕਿ ਜਦੋਂ ਵਿਰੋਧ ਕਰਨਗੇ ਤੇ ਵਿਰੋਧ 'ਚੋਂ ਸਾਰਾ ਕੁਝ ਨਿਕਲੇਗਾ। ਜੇ ਉਹ ਮਿਲ ਕੇ ਚੱਲਦੇ ਆ ਤਾਂ ਫਿਰ ਉਹਨਾਂ ਦੇ ਪੈਰ ਨਹੀਂ ਲੱਗਣੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹ ਕਾਂਗਰਸ ਦੀ ਅਗਵਾਈ 'ਚ ਸ਼ਾਮਲ ਹੋਣਗੇ। ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਜੇ ਮਮਤਾ ਬੈਨਰਜੀ ਕੋ ਕਮਾਂਡ ਜਾਊਗੀ ਤਾਂ ਜਾਵਾਂਗੇ, ਜਾਂ ਸ਼ਰਦ ਪਵਾਰ ਕੋਲੇ ਜਾਏਗੀ ਤਾਂ ਜਾਵਾਂਗੇ। ਪਰ ਹੁਣ ਗੱਲ ਤੇ ਆ ਕਿ ਨੈਸ਼ਨਲ ਪਾਰਟੀ ਕੌਣ ਹੈ? ਨੈਸ਼ਨਲ ਪਾਰਟੀ ਕਾਂਗਰਸ ਜਾਣ ਦੇ ਚਾਂਸ ਵੀ ਨਹੀਂ ਹੈ ਸੁਰਿੰਦਰ। ਕਾਂਗਰਸ ਐਡੇ ਜੋਗੀ ਹੈ ਨਹੀਂ, ਕਿਉਂਕਿ ਦੂਜੀਆਂ ਧਿਰਾਂ, ਕਾਂਗਰਸ ਦਾ ਆਧਾਰ ਐਡਾ ਹੈ ਨਹੀਂ ਇਹਦੇ 'ਚ। ਠੀਕ ਹੈ ਕਿ ਦੇਖੋ ਮਮਤਾ ਬੈਨਰਜੀ ਪਹਿਲਾਂ ਲੀਡ ਕੀਤਾ ਸ਼ਰਦ ਪਵਾਰ ਨੇ ਤੇ ਫਿਰ ਮਮਤਾ ਨੇ, ਇਹ ਵੱਡੇ ਲੀਡਰ ਨੇ, ਉਹਨਾਂ ਦਾ ਕਰੇਜ ਵੀ ਜ਼ਿਆਦਾ ਹੈ। ਜੇ ਸੋਨੀਆ ਲੀਡਰ ਦੇ ਤੌਰ ਤੇ, ਮੁੱਖ ਲੀਡਰ ਦੇ ਤੌਰ ਤੇ ਆਉਂਦੀ ਹੈ ਤਾਂ ਫੇਲ ਹੋਏਗੀ। ਕੋਆਰਡੀਨੇਸ਼ਨ ਦੇ ਵਿੱਚ ਇੱਕ ਪਾਰਟ ਹੋ ਸਕਦਾ। ਸੋ ਇਸ ਕਰਕੇ ਤਰਮੁਲ ਕਾਂਗਰਸ ਨਾਲ ਤਾਂ ਅਲਾਇੰਸ ਦੀ ਗੱਲ ਪਹਿਲਾਂ ਅਕਾਲੀਆਂ ਨੇ ਚੰਦੂ ਮਾਜਰਾ ਭੇਜਿਆ ਸੀ ਜਦੋਂ ਇਹ ਕਾਨੂੰਨ ਆਏ ਨੇ, ਤੇ ਜ਼ਰੂਰੀ ਨਹੀਂ ਕਿ ਇਹਦੇ 'ਚ ਮੁੱਖ ਆਗੂ ਸੋਨੀਆ ਬਣਾਈ ਜਾਵੇ, ਉਹਨਾਂ ਦੇ ਪੱਲੇ ਕੁਛ ਨਹੀਂ ਹੈ। ਉਹ ਤਾਂ ਬਣਨਗੇ ਨਹੀਂ, ਮੈਨੂੰ ਲੱਗਦਾ ਜਾਂ ਤਾਂ ਸ਼ਰਦ ਪਵਾਰ ਬਣੇਗਾ ਜਾਂ ਮਮਤਾ ਬਣੇਗੀ, ਕਿਉਂਕਿ ਮਮਤਾ ਦਾ ਕੈਸ਼ ਹੋ ਰਹੀ ਹੈ ਅੱਜ ਕੱਲ੍ਹ ਸੋਨੀਆ ਨਾਲੋਂ ਜ਼ਿਆਦਾ। ਜੀ ਨਹੀਂ ਦੇਖੋ ਮਮਤਾ ਬੈਨਰਜੀ ਐਡੀ ਜਲਦੀ ਜਿਹੜੀ ਆ ਉਹ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਨਹੀਂ ਆਏਗੀ। ਸ਼ਰਦ ਪਵਾਰ ਮਹਾਰਾਸ਼ਟਰ ਦੀ ਰਾਜਨੀਤੀ ਨਹੀਂ ਛੱਡੇਗਾ। ਉਹ ਠੀਕ ਆ, ਕੇਂਦਰ ਦੀ ਰਾਜਨੀਤੀ ਆਏਗਾ, ਮਿਨਿਸਟਰ ਬਣੇਗਾ, ਦੂਜੇ ਨੰਬਰ ਤੇ ਬਣ ਕੇ ਜੋ ਤੀਜੇ ਤੇ ਬਣ ਜਾਓ ਬਣੇਗਾ, ਇਹਦੇ ਤੋਂ ਨਹੀਂ ਉਹ ਭੱਜੇਗਾ। ਹੁਣ ਰਹੀ ਗੱਲ ਇੱਥੇ ਆ ਕਿ ਕਮਾਂਡ ਕਿਹਦੇ ਕੋਲ? ਦੇਖੋ ਕਿ ਨੈਸ਼ਨਲ ਪਾਰਟੀ ਇਸ ਵੇਲੇ ਕਾਂਗਰਸ ਆ, ਸਭ ਤੋਂ ਵੱਧ ਮੈਂਬਰ ਪਾਰਲੀਮੈਂਟ 'ਚ ਜੇ ਆਪੋਜੀਸ਼ਨ ਕਿਸੇ ਕੋਲੇ ਆ ਤਾਂ ਕਾਂਗਰਸ ਕੋਲੇ ਆ। ਤੇ ਫਿਰ ਇਹ ਥੋੜੀ ਹੋਊਗੀ ਕਿ ਨੈਸ਼ਨਲ ਪਾਰਟੀ, ਠੀਕ ਆ, ਨੈਸ਼ਨਲ ਪਾਰਟੀ ਦੀਆਂ ਸਟੇਟਾਂ 'ਚ ਮਜਬੂਰੀ ਹੋ ਸਕਦੀ ਆ ਕਿ ਉਹ ਹੁਣ ਸਟੇਟ 'ਚ ਜਾਂਦੀ ਆ, ਸਟੇਟ ਦੇ ਵਿੱਚ ਉਹ ਜੇ ਉੱਥੇ AIADMK ਨਾਲ ਰਲ ਕੇ ਚੋਣ ਲੜਦੀ ਆ ਤੇ ਉਹਦੇ ਨਾਲ ਉਹ ਅਲਾਇੰਸ ਪਾਰਟਨਰ ਦੇ ਤੌਰ ਤੇ ਲੜਦੀ ਆ। ਕੱਲ ਨੂੰ ਮੁਲਾਇਮ ਸਿੰਘ ਯਾਦਵ ਨਾਲ ਰਲ ਕੇ ਲੜੇਗੀ ਤੇ ਪੂਰੀਆਂ ਸੀਟਾਂ ਥੋੜੀ ਲਊਗੀ। ਕਿਸੇ ਟਾਈਮ ਉਹਨੇ BSP ਨਾਲ ਰਲ ਕੇ, ਨਰਸਿਮਹਾ ਰਾਓ ਨੇ ਪ੍ਰਾਈਮ ਮਿਨਿਸਟਰ ਸੀ ਉੱਤਰ ਪ੍ਰਦੇਸ਼ 'ਚ ਲੜੀ ਸੀ, 102 ਸੀਟਾਂ ਕਾਂਗਰਸ ਨੇ ਲਈਆਂ ਸੀ, 403 ਸੀਟਾਂ ਸੀ, ਬਾਕੀ ਜਿਹੜੀਆਂ ਸੀਗੀਆਂ ਉਹ ਸਾਰੇ ਦੀਆਂ ਸਾਰੀਆਂ। ਜੇ ਪ੍ਰਧਾਨ ਮੰਤਰੀ ਦਾ ਕੈਂਡੀਡੇਟ, ਜੇ ਸੁਰਿੰਦਰ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਰਾਹੁਲ ਨੂੰ, ਪ੍ਰਿਯੰਕਾ ਨੂੰ, ਸੋਨੀਆ ਨੂੰ ਲਾਉਂਦੇ ਆ, ਫੇਲ ਹੋਣਗੇ ਬੁਰੀ ਤਰ੍ਹਾਂ, ਚਾਹੇ ਅਲਾਇੰਸ ਹੋ ਜਾਵੇ ਸਾਰਿਆਂ ਦਾ। ਜੇ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਸਾਰੀਆਂ ਧਿਰਾਂ ਵੱਲੋਂ ਮਮਤਾ ਨੂੰ ਲਾਉਂਦੇ, ਖਾਸ ਕਰਕੇ ਸ਼ਰਦ ਵੀ ਵਿਵਾਦਤ ਹੈ, ਜੇ ਮਮਤਾ ਬੈਨਰਜੀ ਨੂੰ ਪ੍ਰਧਾਨ ਮੰਤਰੀ ਦਾ ਕੈਂਡੀਡੇਟ 24 ਚ ਲਾਉਂਦੇ ਆ ਤਾਂ ਜ਼ਿਆਦਾ ਪੋਜ਼ਿਟਿਵ ਰਹੇਗਾ। ਜੀ ਨਹੀਂ, ਉਹ ਉਸ ਵੇਲੇ ਦੀ ਪ੍ਰਸਥਿਤੀਆਂ ਕੀ ਬਣਦੀਆਂ ਉਹ ਨਹੀਂ ਕਹਿ ਸਕਦੇ, ਪਰ ਹਾਲ ਦੀ ਘੜੀ ਹੈ ਕਿ ਦੇਖੋ ਕਮਾਨ ਤਾਂ ਹਾਲ ਦੀ ਘੜੀ ਕਾਂਗਰਸ
ਕੋਲ ਆਏਗੀ। ਉਸ ਵੇਲੇ ਹੋ ਸਕਦਾ ਸ਼ਰਦ ਪਵਾਰ ਨੂੰ ਮੋਹਰੇ ਲਾ ਦੇਣ ਜਾਂ ਮਮਤਾ ਨੂੰ ਲਾ ਦੇਣ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਕਿਉਂਕਿ ਮਮਤਾ ਨੇ ਵੀ ਹਾਲ ਦੀ ਘੜੀ ਵੈਸਟ ਬੰਗਾਲ ਦੇਖਣਾ, ਏਡੀ ਜਲਦੀ ਨਹੀਂ ਉਹ ਕਰੇਗੀ ਕਿ ਉਹ ਦਿੱਲੀ ਨੂੰ ਭੱਜ ਜਾਵੇਗੀ, ਠੀਕ ਹੈ। ਪਰ ਇਹ ਹੈ ਕਿ ਜਦੋਂ ਪ੍ਰਾਈਮ ਮਿਨਿਸਟਰ ਦਾ ਉਹਦਾ ਮਿਲਦਾ ਹੋਏਗਾ ਛੱਡੇਗਾ ਕੋਈ ਸਭ ਭੱਜਣਗੇ ਭਾਈ ਜੀ, ਜਦੋਂ ਪੀਐਮ ਦਾ ਕੈਂਡੀਡੇਟ ਲੱਗਦਾ ਸਭ ਭੱਜਣਗੇ। ਉਹ ਡਿਜ਼ਰਵ ਵੀ ਕਰਦੀ ਹੈ ਵੈਸੇ, ਕੋਈ ਵਿਵਾਦਤ ਵੀ ਨਹੀਂ ਐਡੀ। ਨਹੀਂ ਮੈਂ ਉਹਦੇ ਨਾਲ ਸਹਿਮਤ ਹਾਂ, ਡਿਜ਼ਰਵ ਕਰਦੀ ਆ। ਪਰ ਦੇਖੋ ਫੇਰ ਵੀ ਆ ਕੇ ਗੱਲ ਰੁਕਣੀ ਹੈ ਕਿ ਨੈਸ਼ਨਲ ਪਾਰਟੀ ਕੌਣ। ਫਿਰ ਕਾਂਗਰਸ ਕਹੇਗੀ ਕਿ ਠੀਕ ਆ ਪ੍ਰਾਈਮ ਮਿਨਿਸਟਰ ਤੁਸੀਂ ਤੁਹਾਡਾ ਬਣਾ ਦਿੰਦੇ ਆ, ਅਸੀਂ ਤੁਹਾਨੂੰ ਸਮਰਥਨ ਦੇਵਾਂਗੇ, ਸਾਡੇ ਇੰਨੇ ਕੋ ਮੰਤਰੀ ਲੈ ਲਓ, ਅਸੀਂ ਤੁਹਾਨੂੰ ਸਮਰਥਨ ਦੇਵਾਂਗੇ। ਇਸ ਤਰੀਕੇ ਨਾਲ ਆਏਗਾ। ਯਾਨੀ ਕਿ ਇਹ ਨਹੀਂ ਹੋਏਗਾ ਕਿ ਅਗਵਾਈ ਜਿਹੜੀ ਉਹ ਸਿੱਧਮ ਸਿੱਧੀ ਇੰਡੀਆ ਲੈਵਲ ਤੇ ਪੂਰੇ ਦੀ ਪੂਰੀ ਜਿਹੜੀ ਆ ਉਹ ਮਮਤਾ ਬੈਨਰਜੀ ਨੂੰ ਦੇ ਦਿਓ ਜਾਂ ਸ਼ਰਦ ਪਵਾਰ ਨੂੰ ਦੇ ਦਿਓ। ਇਹ ਸਹੀ ਹੈ, ਹਾਂ ਇਹ ਕੁਝ ਹੋ ਸਕਦਾ। ਪਰ ਉਹਦੇ ਚ ਇਹ ਹੈ ਕਿ ਜਦੋਂ ਕਾਂਗਰਸ ਵੱਡੀ ਧਿਰ ਦੇ ਤੌਰ ਤੇ ਬੈਠੀ ਹੋਏਗੀ ਤੇ ਅਕਾਲੀ ਦਲ ਵੀ ਉਹਦੇ ਚ ਸ਼ਾਮਲ ਹੋਣ ਲੱਗਾ ਬਹੁਤ ਵਾਰ ਸੋਚੇਗਾ। ਐਡਾ ਸੌਖਾ ਨਹੀਂ, ਕਿਉਂਕਿ ਮਮਤਾ ਬੈਨਰਜੀ ਇਹ ਤਾਂ ਨਹੀਂ ਹੈ ਕਿ ਅਕਾਲੀ ਦਲ ਆ 13 ਸੀਟਾਂ ਨੇ, 13 ਚੋਂ ਕਿੰਨੀਆਂ ਜ਼ੋਰ ਲਾ ਕੇ ਕੋਈ ਟਾਈਮ ਸੀ ਜਿਸ ਟਾਈਮ ਉਹਨਾਂ ਅਲਾਇੰਸ ਪਾਰਟਨਰ ਰਲਾ ਰਲੂ ਕੇ ਕਰਕੇ 13 ਜਿੱਤੀਆਂ ਸੀ। 1998 ਚ ਜਿੱਤੀਆਂ ਸੀ ਇੱਕ ਵਾਰੀ, ਠੀਕ ਆ। 99 ਚ ਨਹੀਂ ਜਿੱਤ ਸਕੇ, 2004 ਚ ਨਹੀਂ ਜਿੱਤ ਸਕੇ, 9 ਚ ਨਹੀਂ ਜਿੱਤ ਸਕੇ, 14 ਚ ਨਹੀਂ ਤੇ 19 ਚ ਨਹੀਂ। ਇਸ ਤੋਂ ਪਹਿਲਾਂ ਚਲੇ ਜਾਓ 1996 ਚ ਕੀ ਸਾਰੀਆਂ ਜਿੱਤ ਲਈਆਂ ਸੀਗੀਆਂ? ਇੱਕ ਵਾਰੀ 1998 ਚ ਜਿੱਤ ਹੋਈਆਂ ਜਿਹੜੀ ਵਨ ਸਾਈਡਡ ਗਈ ਸੀ। ਉਹਦੇ ਚ ਵੀ ਇੱਕ ਸੀਟ ਆਈ ਕੇ ਗੁਜਰਾਲ ਨੂੰ ਛੱਡੀ ਸੀਗੀ, ਜਿਹੜੀ ਜਲੰਧਰ ਵਾਲੀ, ਜਿਹੜੀ ਫਲੌਰ ਵਾਲੀ ਸੀ ਬਹੁਜਨ ਸਮਾਜ ਮੋਰਚਾ ਬਣਿਆ ਸੀ ਬੀਐਸਪੀ ਤੋਂ ਲੱਗ ਆ ਕੇ, ਉਹਨਾਂ ਨੂੰ ਛੱਡੀ ਸੀ। ਤੇ 3 ਜਿਹੜੀਆਂ ਸੀ ਉਹ ਬੀਐਸਪੀ ਨੂੰ ਛੱਡੀਆਂ ਸੀਗੀਆਂ। ਯਾਨੀ ਕਿ 5 ਸੀਟਾਂ ਜਿਹੜੀਆਂ ਸੀ ਉਹ ਸਿੱਧਮ ਸਿੱਧੀਆਂ ਬਾਹਰ ਗਈਆਂ ਸੀ ਤੇ 8 ਅਕਾਲੀ ਦਲ ਨੇ ਲੜੀਆਂ ਸੀ। ਤਦ ਜਾ ਕੇ ਜਿਹੜੀਆਂ ਸੀ ਉਹ 13 ਸੀਟਾਂ ਪੂਰੀਆਂ ਜਿਹੜੀਆਂ ਉਹ ਹੋਈਆਂ ਸੀਗੀਆਂ। ਇਸ ਕਰਕੇ ਕਹਿਣਾ ਬੜਾ ਸੌਖਾ, ਏਡਾ ਸੌਖਾ ਨਹੀਂ ਹੈ ਕਿ ਅਕਾਲੀ ਦਲ ਜਿਹੜਾ ਉਹ ਬਹੁਤ ਕੁਝ ਜਿੱਤ ਕੇ ਚੱਲ ਜੂਗਾ। ਇਹ ਤੇ 6 ਨਹੀਂ 7 ਜਿੱਤ ਜੂ, 8 ਜਿੱਤ ਜੂ, ਬਹੁਤਾ ਜ਼ੋਰ ਲਾ ਕੇ ਇਸ ਤੋਂ ਬਾਅਦ ਥੋੜੀ ਜਿੱਤੀਆਂ ਜਾਣੀਆਂ ਨੇ। ਮਤਲਬ 6 7 8 ਦੀ ਉੱਥੇ ਕੀ ਵੁਕਤ ਆ? ਉੱਥੇ ਜਦੋਂ 40 40 50 60 60 70 70 ਸੀਟਾਂ ਵਾਲੇ ਵੀ ਆਉਣੇ ਨੇ, ਉਹਨਾਂ ਨੂੰ ਮੋਹਰੀ ਰੱਖਿਆ ਜਾਊਗਾ ਕਿ ਜਾਂ ਇਹਨਾਂ ਨੂੰ ਰੱਖਿਆ ਜਾਊਗਾ? ਇਸ ਕਰਕੇ ਠੀਕ ਆ ਬੀਜੇਪੀ ਨਾਲ ਇਹਨਾਂ ਨੇ ਗੰਢ ਧੁੱਪ ਕਰਕੇ ਜਿੰਨੀ ਦੇਰ ਆਪਣੀਆਂ ਰੋਟੀਆਂ ਚਲਾ ਦੀਆਂ। ਇਹ ਨਹੀਂ ਹੁੰਦਾ ਕਿ ਲੰਬਾ ਸਮਾਂ ਤੁਹਾਡੀ ਚੱਲੇ। ਪਰ ਕੁੱਲ ਮਿਲਾ ਕੇ ਚਾਹੇ ਪ੍ਰਾਈਮ ਮਿਨਿਸਟਰ ਸ਼ਰਦ ਪਵਾਰ ਬਣੇ, ਚਾਹੇ ਬਣੇ ਮਮਤਾ ਬੈਨਰਜੀ, ਜਿਹੜਾ ਮਰਜੀ ਬਣੇ, ਪਰ ਕਮਾਂਡ ਜਿਹੜੀ ਉਹ ਕਾਂਗਰਸ ਕੋ ਰਹੇਗੀ। ਕਮਾਂਡ ਏਡੀ ਜਲਦੀ ਕਾਂਗਰਸ ਨਹੀਂ ਛੱਡੇਗੀ। ਔਰ ਸਾਰੀਆਂ ਪਾਰਟੀਆਂ ਦੀ ਮਜਬੂਰੀ ਆ, ਜੇ ਨੈਸ਼ਨਲ ਲੈਵਲ ਤੇ ਕਾਂਗਰਸ ਨੂੰ ਕਮਾਂਡ ਨਹੀਂ ਦਿੰਦੇ ਤਾਂ ਫਿਰ ਇੱਕ ਗੱਲ ਬੜੀ ਸਪਸ਼ਟ ਆ ਕਿ ਫਿਰ ਹੋਰ ਕਿਸੇ ਦੇ ਉੱਤੇ ਪੈਰ ਵੀ ਨਹੀਂ ਲੱਗਣੇ ਆ, ਠੀਕ ਹੈ। ਹੁਣ ਤੁਸੀਂ ਰਾਜਸਥਾਨ ਚ ਆ ਜਾਓ, ਸਰਕਾਰ ਤਾਂ ਕਾਂਗਰਸ ਦੀ ਆ। ਕੱਲ ਨੂੰ ਮੱਧ ਪ੍ਰਦੇਸ਼ ਚ ਬਣਨੀ ਕੀ ਉੱਥੇ ਬੀਐਸਪੀ ਕੋਲੇ ਹੋਏਗੀ, ਉਹਦੇ ਬੀਜੇਪੀ ਤੇ ਉਹਨਾਂ ਕੋਲ ਸਿੱਧਮ ਸਿੱਧੀ ਟੱਕਰ ਆ। ਛੱਤੀਸਗੜ੍ਹ ਚ ਆ ਜਾਓ, ਕਿਹਨਾਂ ਕੋਲੇ ਆ? ਇਹਨਾਂ ਕੋਲ ਹੀ ਆ ਸਾਰਾ ਕੁਝ। ਇਸ ਕਰਕੇ ਬਹੁਤੀਆਂ ਸਟੇਟਾਂ ਨੇ ਉੱਥੇ ਜਿਹੜੀ ਆ ਸਿੱਧਮ ਸਿੱਧੀ ਟੱਕਰ ਜਿਹੜੀ ਆ ਉਹ ਕਾਂਗਰਸ ਤੇ ਬੀਜੇਪੀ ਚ ਆਮੋ ਸਾਹਮਣੇ ਆ। ਇਸ ਕਰਕੇ ਇਹ ਨਹੀਂ ਹੋ ਸਕਦਾ ਕਿ ਕਾਂਗਰਸ ਨੂੰ ਬਿਲਕੁਲ ਕਿਨਾਰੇ ਕਰ ਦੋ ਤੇ ਕਿਸੇ ਹੋਰ ਨੂੰ ਕਮਾਂਡ ਜਿਹੜੀ ਆ ਉਹ ਦੇ ਦਿੱਤੀ ਜਾਵੇ। ਏਦਾਂ ਦਾ ਕੁਝ ਜਿਹੜਾ ਉਹ ਨਹੀਂ ਵਾਪਰਨਾ ਜੀ। ਵੈਸੇ ਸਾਡੇ ਸਿਆਸਤਦਾਨਾਂ ਦੇ ਡਰਾਮਿਆਂ ਤੋਂ ਮੈਂ ਹੈਰਾਨ ਆ। ਜਿਵੇਂ ਫੋਰਨ 'ਚ ਤਾਂ ਕੁਦਰਤੀ ਮਿਲਦੇ ਨੇ ਕਿ ਕੋਈ ਵੀ ਬੱਚਾ ਮਿਲ ਗਿਆ PM CM ਨੂੰ, ਰਾਸ਼ਟਰਪਤੀ ਨੂੰ ਦੀ ਕਵਰੇਜ। ਸਾਡੇ ਵਾਲੇ ਕੀ ਕਰਦੇ ਨੇ? ਅੱਜ ਮੋਦੀ ਸਾਹਿਬ ਦਾ ਨਵਾਂ ਡਰਾਮਾ। ਮਹਾਰਾਸ਼ਟਰ ਦੀ ਇੱਕ ਰਹਿਣ ਵਾਲੀ 10 ਸਾਲ ਦੀ ਬੱਚੀ ਹੈ ਨਿਸ਼ਾ ਪਾਟਲ। ਇਹ ਕੱਲ ਪ੍ਰਧਾਨ ਮੰਤਰੀ ਨੂੰ ਮਿਲੀ ਹੈ ਤੇ ਇਸ ਬੱਚੀ ਦੁਆਰਾ ਦੱਸਿਆ ਗਿਆ ਕਿ ਇਹਨੇ ਨਿਸ਼ਾ ਪਾਟਲ ਨੇ ਮੇਲ ਕੀਤੀ ਪ੍ਰਧਾਨ ਮੰਤਰੀ ਨੂੰ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਤੇ ਪ੍ਰਧਾਨ ਮੰਤਰੀ ਦਾ ਬੁਲਾਵਾ ਆ ਗਿਆ। ਅਸਲ ਦੇ ਵਿੱਚ ਇਹ ਇੱਕ ਮੈਂਬਰ ਪਾਰਲੀਮੈਂਟ ਨੇ ਡਾਕਟਰ ਸੁਜਿਆ ਵਿਖੇ ਪਾਟਲ ਤੇ ਇਸ ਬੱਚੀ ਦਾ ਦਾਦਾ ਰਾਧਾ ਕ੍ਰਿਸ਼ਨ ਵਿਖੇ ਪਾਟਲ ਵੀ ਮਹਾਰਾਸ਼ਟਰ ਦਾ ਸਾਬਕਾ ਮੰਤਰੀ ਹੈ। ਕਾਂਗਰਸ ਦੇ ਵਿੱਚ ਸੀ ਤੇ ਭਾਜਪਾ 'ਚ ਸ਼ਾਮਲ ਹੋ ਗਿਆ ਹੈ ਪਰਿਵਾਰ। ਉਸ ਪਰਿਵਾਰ ਦੀ ਇਹ ਬੱਚੀ ਹੈ, 10 ਸਾਲ ਦੀ ਬੱਚੀ ਹੈ। ਇਹ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤੇ ਪ੍ਰਧਾਨ ਮੰਤਰੀ ਨੇ ਬੁਲਾ ਲਈ। ਹਾਲਾਂਕਿ BJP MP ਦੀ ਬੇਟੀ ਹੈ ਤੇ ਉਹਨੂੰ ਮੀਡੀਆ ਨੇ ਕਿਵੇਂ ਅੱਜ ਪ੍ਰਚਾਰਿਆ। ਦੇਖੋ ਪ੍ਰਧਾਨ ਮੰਤਰੀ ਕਿੰਨੇ ਬੱਚਿਆਂ ਨੂੰ ਪਿਆਰ ਕਰਦੇ ਨੇ। ਜਿਵੇਂ ਆ ਚਾਚਾ ਨਹਿਰੂ, ਹਰੇਕ ਦਾ ਹੀ ਚਾਚਾ ਬਣਿਆ ਹੋਇਆ ਸੀਗਾ, ਹੈ ਨਾ, ਬੱਚਿਆਂ ਦਾ ਚਾਚਾ ਨਹਿਰੂ। ਬਾਲ ਦਿਵਸ ਮਨਾਉਣਾ ਤਾਂ ਨਹਿਰੂ ਦੇ ਨਾਂ ਤੇ ਚਾਚਾ ਨਹਿਰੂ ਸੀ ਬੜਾ ਠਰਕੀ। ਬੱਚਿਆਂ ਦੇ ਨਾਲ ਬੱਚਿਆਂ ਦੀਆਂ ਮਾਵਾਂ ਨੂੰ ਵੀ ਜ਼ਿਆਦਾ ਹੀ ਪਿਆਰ ਕਰਦਾ ਸੀ ਥੋੜ੍ਹਾ ਜਿਹਾ। ਸੋ ਇਸ ਦੌਰਾਨ ਅਨੀਸ਼ਾ ਨੇ ਆਪਣੇ ਪਿਤਾ ਦੇ ਲੈਪਟਾਪ ਤੋਂ ਮੇਲ ਕੀਤੀ ਕਿ ਮੈਂ ਪ੍ਰਧਾਨ ਮੰਤਰੀ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੀ ਹਾਂ। ਤੇ ਉਹਨੂੰ ਪੁੱਛਿਆ ਮੋਦੀ ਸਾਹਿਬ ਨੂੰ, ਬੱਚੀ ਨੇ ਪੁੱਛਿਆ ਕਿ ਆਪ ਰਾਸ਼ਟਰਪਤੀ ਕਦੋਂ ਬਣਨਾ ਚਾਹੁੰਦੇ ਹੋ, ਜਾਣੀ ਮੋਦੀ ਸਾਹਿਬ ਨੂੰ ਪੁੱਛਿਆ ਵੀ ਰਾਸ਼ਟਰਪਤੀ ਤੁਸੀਂ ਕਦੋਂ ਬਣੋਗੇ। ਇਸ ਦੌਰਾਨ ਕਹਿੰਦੇ ਮੋਦੀ ਸਾਹਿਬ ਆਪਣਾ ਹਾਸਾ ਹੀ ਨਹੀਂ ਰੋਕ ਸਕੇ। ਮਤਲਬ ਇੱਦਾਂ ਦੀਆਂ ਗੱਲਾਂ ਤੇ ਵੇਸਟ ਆਫ ਟਾਈਮ। ਤੇ ਮੀਡੀਆ ਉਹਨਾਂ ਦਾ ਬੜਾ ਇਸ ਤਰ੍ਹਾਂ ਜਿਵੇਂ ਕੋਈ ਸਾਧੂ ਰਿਸ਼ੀ ਮਹਾਤਮਾ ਨਹੀਂ ਪੇਸ਼ ਕੀਤੇ ਜਾਂਦੇ ਹੁੰਦੇ ਕਿ ਇਸ ਤਰ੍ਹਾਂ ਦੀਆਂ ਬੱਚਿਆਂ ਨਾਲ ਇੰਟਰਵਿਊ ਕਰਕੇ ਜਾਂ ਅਕਸ਼ੇ ਕੁਮਾਰ ਵਰਗੇ ਵਿਅਕਤੀ ਨਾਲ ਇੰਟਰਵਿਊ ਕਰਕੇ ਕਿ ਤੂੰ ਰੋਟੀ ਕਿੱਦਾਂ ਖਾਣਾ, ਉਹ ਕਹਿੰਦਾ ਮੈਂ ਰੋਟੀ ਦੀਆਂ 20 ਬੁਰਕੀਆਂ ਬਣਾਉਣਾ ਤੇ ਫਿਰ 20-30 ਵਾਰੀ ਚੱਬਦਾ ਇੱਕ ਬੁਰਕੀ ਨੂੰ। ਕੀ ਪੇਸ਼ ਕੀਤਾ ਜਾ ਰਿਹਾ? ਇਹ ਸਾਰਾ ਮੀਡੀਆ ਗੇਮ ਹੈ ਨਾ।
ਇਹ ਸਾਰਾ ਪਬਲਿਸਿਟੀ ਗੇਮ ਹੈ। ਸੋ ਇਸ ਤਰ੍ਹਾਂ ਦੀਆਂ ਮੀਟਿੰਗ ਤੁਸੀਂ ਜੇ ਮਿਲਣਾ ਨਾ ਕਿਸੇ ਪੰਜਾਬ ਦੇ ਜ਼ਿਮੀਂਦਾਰ ਦੇ ਬੱਚੇ ਨੂੰ ਮਿਲੋ, ਜੇ ਤੁਹਾਡੀ ਮੋਦੀ ਸਾਹਿਬ ਤੈਅ ਨਾ ਲਾ ਦੇ ਉਹ ਸਾਰਾ ਕਿੰਨੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਮਿਲੋ, ਉਹਨਾਂ ਨੂੰ ਆ ਕੇ ਪੁੱਛੋ ਕਿ ਸਮੱਸਿਆ ਕੀ ਹੈ। ਤੁਹਾਨੂੰ ਦੇਸ਼ ਦੇ ਗਰੀਬੀ ਗੁਰਬਤ ਮਾਰੇ ਬੱਚਿਆਂ ਨੂੰ ਪੁੱਛੋ, ਤੁਹਾਨੂੰ ਪਤਾ ਲੱਗ ਜੇ। ਤੁਸੀਂ ਮੈਂਬਰ ਪਾਰਲੀਮੈਂਟਾਂ ਦੇ ਬੱਚਿਆਂ ਨੂੰ ਪੁੱਛਦੇ ਹੋ, ਰਿਟੀ ਰਟਾਈ ਸਕ੍ਰਿਪਟ ਹੈ ਉਹਨਾਂ ਨੂੰ ਦਿੰਦੇ ਹੋ ਤੇ ਆਪਣੀ ਗੁੱਡਵਿਲ ਕ੍ਰੀਏਟ ਕਰਦੇ ਹੋ। ਦੇਖੋ ਮੋਦੀ ਸਾਹਿਬ ਕਿੰਨੇ ਮਹਾਨ ਹੈ, ਕਦੇ ਮੋਰਾਂ ਨੂੰ ਪਾ ਰਹੇ ਹੁੰਦੇ ਆ ਦਾਣੇ ਤੇ ਕਦੇ ਗਿਟਾਰਾਂ ਨੂੰ ਪਾ ਰਹੇ ਹੁੰਦੇ ਆ, ਕਦੇ ਤੋਤਿਆ ਮਨਮੋਤਿਆ ਕਰ ਰਹੇ ਹੁੰਦੇ ਆ। ਸੋ ਇਸ ਤਰ੍ਹਾਂ ਦਾ ਸਿਆਸੀ ਡਰਾਮਾ ਸਾਡੇ ਸਿਆਸਤਦਾਨ ਬਾਈ ਜੀ ਕਰਦੇ ਨੇ, ਜਿਹਦੇ ਤੋਂ ਨਿਕਲਦਾ ਕੁਛ ਨਹੀਂ ਹੈ। ਖੈਰ, ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਸਾਡੇ ਸਪਾਂਸਰ ਸਾਹਿਬ ਦਾ ਧੰਨਵਾਦ। ਸੋ ਸਾਡੇ ਪ੍ਰੋਗਰਾਮਾਂ ਦੀ ਰੂਪਰੇਖਾ ਕਿ ਸੋਮਵਾਰ ਤੋਂ ਸ਼ਨੀਵਾਰ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਤੋਂ ਲੈ ਕੇ 6:30 ਵਜੇ ਤੱਕ, 6:30 ਤੋਂ 8:30 ਤੱਕ ਸ਼ਾਮ ਨੂੰ, ਸਵੇਰੇ 6 ਤੋਂ 8 ਸਵੇਰ ਨੂੰ, ਸੋਮਵਾਰ ਤੋਂ ਸ਼ਨੀਵਾਰ ਆਪਾਂ ਲਾਈਵ ਹੁੰਨੇ ਆ ਪਟਿਆਲਾ ਸਟੂਡੀਓ ਤੋਂ। ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਉਸ ਦੇ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ ਹੈ 9876309655 9876309655। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tiwanaradio.com ਦੇ ਜ਼ਰੀਏ ਵੀ ਸੁਣ ਸਕਦੇ ਹੋ। ਉੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਉਹ ਵੀ ਇੰਸਟਾਲ ਕਰੋ। ਤੇ ਇਸ ਤੋਂ ਇਲਾਵਾ ਕਾਲ ਟੂ ਲਿਸਨ ਨੰਬਰ ਹੈ ਅਮਰੀਕਾ ਦੇ ਵਿੱਚ 667-930-9260, ਉਸ ਨੰਬਰ ਤੇ ਡਾਇਲ ਕਰਕੇ ਪ੍ਰੋਗਰਾਮ ਅਮਰੀਕਾ 'ਚ ਸੁਣਿਆ ਜਾ ਸਕਦਾ ਹੈ। ਤੇ ਸਾਡੀਆਂ ਜਿਹੜੀਆਂ ਐਪਸ ਨੇ ਆਈਫੋਨ ਤੇ ਐਂਡਰਾਇਡ ਐਪਸ ਨੇ ਜ਼ਰੂਰ ਇੰਸਟਾਲ ਕਰੋ। YouTube ਪੇਜ ਹੈ, Facebook ਪੇਜ ਹੈ, ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਅੱਗੇ ਮੇਰੇ ਨਾਲ ਕੋਈ ਗੱਲ ਕਰਨੀ ਹੈ ਜਾਂ WhatsApp ਤੇ ਪ੍ਰੋਗਰਾਮ ਮੰਗਵਾਉਣਾ ਤਾਂ ਆਪਣਾ WhatsApp ਨੰਬਰ ਹੈ, ਸਟੂਡੀਓ ਦੀ ਲਾਈਨ ਨੰਬਰ ਵੀ ਇਹੀ ਹੈ 987763, ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਅਗਲੇ ਜਿਹੜਾ ਆਪਣਾ ਚੰਕ ਹੁਣ ਵੱਜਦਾ ਹੈ, ਹੁਣ ਕੇਂਦਰ ਸਿਆਸਤ ਤੇ ਆਪਾਂ ਗੱਲਬਾਤ ਕੀਤੀ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਪੰਜਾਬ ਦੀ ਸਿਆਸਤ, ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਦਰਮਿਆਨ ਜਿਹੜੇ ਸੁਰਿੰਦਰਵੀਰ ਸਿੰਘ ਫਸੇ ਨੇ ਉਹਨਾਂ ਤੇ ਚਰਚਾ ਕਰਨੀ ਹੈ। ਤੇ ਇਸ ਤੋਂ ਇਲਾਵਾ ਹਰੀਸ਼ ਰਾਵਤ ਨੇ ਹੁਣ ਇਹਨਾਂ ਨੂੰ ਫਿਰ ਦੋਨਾਂ ਨੂੰ ਠੰਡੇ ਕਰਨ ਲਈ ਆਉਣਾ, ਤੇ ਸੁਖਦੇਵ ਸਿੰਘ ਢੀਂਡਸਾ ਨੇ ਭੀਮ ਆਰਮੀ ਵਾਲੇ ਚੰਦਰ ਸ਼ੇਖਰ ਆਜ਼ਾਦ ਨੂੰ ਆਪਣੇ ਨਾਲ ਰਲਾ ਲਿਆ। ਬਾਕੀ ਪੰਜਾਬ ਦੇ ਵਿੱਚ ਅਕਾਲੀਆਂ ਦੀ, ਆਮ ਆਦਮੀ ਪਾਰਟੀ ਦੀ ਕੀ ਸਥਿਤੀ ਹੈ, ਧਰਨਿਆਂ ਦੀ, ਕਿਸਾਨਾਂ ਦੀ ਕੀ ਸਥਿਤੀ ਹੈ, ਉਸ ਤੇ ਚਰਚਾ ਕਰਦੇ ਹਾਂ। ਤੇ ਆਪਣੇ ਨਾਲ ਇਸ ਵਕਤ ਇੱਕ ਕਾਲਰ ਵੀ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ।